सबने जय मसीह दी। जय मसीह दी। प्रभु यीशु मसीह के नाम की जय हो। आज खुदा का बहुत ही प्यारा दिन है कि आज सब इकट्ठे हुए हैं ते उस खुदाबंद की स्तुति करने वास्ते जिन्हें इस धरती और आकाश ने बनाया और जिन्हें सारे मनुखों की रचना की है। प्रेज द लॉर्ड। जिद्दां कि खुदा दे वचन च लिखा कि तुसीं 6 दिन काम करो तो 7वें दिन तुसीं मेरे घर दे विच आओ। और असीं बहुत ही खुश नसीब है कि सानूं खुदा ने मौका दिता कि असीं सब लोग मिल के उहदी आराधना नूं उहदी स्तुति नूं करिए। आइए मेरे भैन भरावो असीं अज दी चर्च नूं शुरू करदे हां। जिन्हें मेरे भैन भरा ऑनलाइन भी आए मैं उन्होंने भी धन्यवाद आखना, जिन्हें इत्थे बैठे मैं उन्होंने भी वेलकम आखना है। असीं जोर दी नाल लावांगे प्रभु यीशु मसीह के नाम की जय। वो जिंदा स्वर्ग में रहते हैं, वो आने वाले हैं। हालेलुया हालेलुया। प्रेज द लॉर्ड। आइए असीं अज दा ਜਿਹੜੀ ਸਭਾ ਨੂੰ ਸ਼ੁਰੂ ਕਰਦੇ ਹਾਂ ਜ਼ਬੂਰ 136 ਤੋਂ ਅਸੀਂ ਪੜਾਂਗੇ ਸੁਣਨ ਨਾਲ ਮਿਲ ਕੇ। प्रेज द लॉर्ड। ਥੈਂਕ ਯੂ ਫਾਦਰ। ਯਹੋਵਾ ਦਾ ਧੰਨਵਾਦ ਕਰੋ ਜੋ ਉਹ ਭਲਾ ਹੈ ਤੇ ਉਹਦੀ ਦਇਆ ਸਦਾ ਦੀ ਹੈ। ਦੇਵਤਿਆਂ ਦੇ ਪਰਮੇਸ਼ਰ ਦਾ ਧੰਨਵਾਦ ਕਰੋ, ਉਹਦੀ ਦਇਆ ਜੋ ਸਦਾ ਦੀ ਹੈ। ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ, ਉਹਦੀ ਦਇਆ ਜੋ ਸਦਾ ਦੀ ਹੈ। ਉਸੇ ਦਾ ਜੋ ਇਕੱਲਾ ਹੀ ਵੱਡੇ ਵੱਡੇ ਅਚਰਜਾਂ ਨੂੰ ਕਰਦਾ ਹੈ, ਉਹਦੀ ਦਇਆ ਜੋ ਸਦਾ ਦੀ ਹੈ। ਉਸੇ ਦਾ ਜਿਨੇ ਆਕਾਸ਼ ਨੂੰ ਬੁੱਧ ਨਾਲ ਬਣਾਇਆ ਹੈ, ਉਹਦੀ ਦਇਆ ਜੋ ਸਦਾ ਦੀ ਹੈ। ਉਸੇ ਦਾ ਜਿਨੇ ਧਰਤੀ ਨੂੰ ਪਾਣੀਆਂ ਉੱਤੇ ਫੈਲਾਇਆ ਹੈ, ਉਹਦੀ ਦਇਆ ਜੋ ਸਦਾ ਹੀ ਹੈ। ਉਸੇ ਦਾ ਜਿਨੇ ਵੱਡੀਆਂ ਵੱਡੀਆਂ ਜੋਤਾਂ ਨੂੰ ਬਣਾਇਆ, ਉਹਦੀ ਦਇਆ ਜੋ ਸਦਾ ਦੀ ਹੈ। ਸੂਰਜ ਨੂੰ ਭਈ ਉਹ ਦਿਨ ਉੱਤੇ ਰਾਜ ਕਰੇ, ਉਹਦੀ ਦਇਆ ਜੋ ਸਦਾ ਦੀ ਹੈ। ਚੰਦਰਮਾ ਤੇ ਤਾਰਿਆਂ ਨੂੰ ਭਈ ਉਹ ਰਾਤ ਉੱਤੇ ਰਾਜ ਕਰਨ, ਉਹਦੀ ਦਇਆ ਜੋ ਸਦਾ ਦੀ ਹੈ। ਉਸੇ ਦਾ ਜਿਸ ਮਿਸਰ ਦੇ ਜੇਠਿਆਂ ਨੂੰ ਮਾਰਿਆ, ਉਹਦੀ ਦਇਆ ਜੋ ਸਦਾ ਦੀ ਹੈ। ਅਤੇ ਇਜ਼ਰਾਈਲ ਨੂੰ ਉਹਨਾਂ ਦੇ ਵਿੱਚ ਕੱਢ ਲਿਆਇਆ, ਉਹਦੀ ਦਇਆ ਜੋ ਸਦਾ ਦੀ ਹੈ। ਤੜਕੇ ਹੱਥ ਤੇ ਪਸਾਰੀ ਹੋਈ ਬਾਹ ਨਾਲ, ਉਹਦੀ ਦਇਆ ਜੋ ਸਦਾ ਦੀ ਹੈ। ਉਸੇ ਦਾ ਜਿਸ ਨਾਲ ਸਮੁੰਦਰ ਨੂੰ ਪਾੜ ਕੇ 2 ਹਿੱਸੇ ਕਰ ਦਿੱਤਾ, ਉਹਦੀ ਦਇਆ ਜੋ ਸਦਾ ਦੀ ਹੈ। ਅਤੇ ਇਜ਼ਰਾਈਲ ਨੂੰ ਉਹਦੇ ਵਿੱਚੋਂ ਦੀ ਲੰਘਾ ਲਿਆ, ਉਹਦੀ ਦਇਆ ਜੋ ਸਦਾ ਦੀ ਹੈ। ਅਤੇ ਫਿਰੌਨ ਤੇ ਉਹਦੀ ਫੌਜ ਨੂੰ ਸਮੁੰਦਰ ਵਿੱਚ ਝਾੜ ਸੁੱਟਿਆ, ਉਹਦੀ ਦਇਆ ਜੋ ਸਦਾ ਦੀ ਹੈ। ਉਸੇ ਦਾ ਜੋ ਆਪਣੀ ਪਰਜਾ ਨੂੰ ਉਜਾੜ ਵਿੱਚ ਲੈ ਤੁਰਿਆ, ਉਹਦੀ ਦਇਆ ਜੋ ਸਦਾ ਦੀ ਹੈ। ਉਸੇ ਦਾ ਜਿਸ ਵੱਡੇ ਵੱਡੇ ਰਾਜਿਆਂ ਨੂੰ ਮਾਰਿਆ, ਉਹਦੀ ਦਇਆ ਜੋ ਸਦਾ ਦੀ ਹੈ। ਅਤੇ ਪ੍ਰਤਾਪੀ ਰਾਜਿਆਂ ਨੂੰ ਵੱਢ ਸੁੱਟਿਆ, ਉਹਦੀ ਦਇਆ ਜੋ ਸਦਾ ਦੀ ਹੈ। ਅਮੋਰੀਆਂ ਦੇ ਰਾਜੇ ਸਿਯੋਨ ਨੂੰ, ਉਹਦੀ ਦਇਆ ਜੋ ਸਦਾ ਦੀ ਹੈ। ਬਾਸ਼ਾਨ ਦੇ ਰਾਜੇ ਊਗ ਨੂੰ, ਉਹਦੀ ਦਇਆ ਜੋ ਸਦਾ ਦੀ ਹੈ। ਅਤੇ ਉਹਨਾਂ ਦੇ ਦੇਸ਼ ਨੂੰ ਮਿਲਖ ਵਿੱਚ ਦੇ ਦਿੱਤਾ, ਉਹਦੀ ਦਇਆ ਜੋ ਸਦਾ ਦੀ ਹੈ। ਆਪਣੇ ਦਾਸ ਇਜ਼ਰਾਈਲ ਦੀ ਮਿਲਖ ਵਿੱਚ, ਉਹਦੀ ਦਇਆ ਜੋ ਸਦਾ ਦੀ ਹੈ। ਜਿਸ ਸਾਡੇ ਮੰਦੇ ਹਾਲ ਵਿੱਚ ਸਾਨੂੰ ਚੇਤੇ ਕੀਤਾ, ਹਾਲੇਲੂਇਆ, ਉਹਦੀ ਦਇਆ ਸਦਾ ਦੀ ਹੈ। ਅਤੇ ਸਾਨੂੰ ਸਾਡੇ ਡਰੋਪਿਆਂ ਤੋਂ ਛੁਡਾਇਆ, ਉਹਦੀ ਦਇਆ ਜੋ ਸਦਾ ਦੀ ਹੈ। ਜੋ ਸਭ ਜੀਆਂ ਨੂੰ ਰੋਟੀ ਦਿੰਦਾ ਹੈ, ਉਹਦੀ ਦਇਆ ਜੋ ਸਦਾ ਦੀ ਹੈ। ਆਕਾਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰੋ, ਉਹਦੀ ਦਇਆ ਜੋ ਸਦਾ ਦੀ ਹੈ। ਹਾਲੇਲੂਇਆ। ਖੁਦਾਵੰਦ ਦੇ ਵਿੱਚ ਕਲਾਮ ਦੇ ਵਿੱਚ ਲਿਖਿਆ ਹੈ ਕਿ ਪ੍ਰਭੂ ਦਿਆਲੂ ਹੈ, ਕਿਰਪਾ ਕਰਨੇ ਵਾਲਾ ਹੈ, ਪ੍ਰੇਮ ਕਰਨੇ ਵਾਲਾ ਹੈ, ਦੇਰੀ ਨਾਲ ਕ੍ਰੋਧ ਕਰਨੇ ਵਾਲਾ, ਸਜ਼ਾ ਦੇ ਕੇ ਪਛਤਾਣ ਵਾਲਾ ਪਰਮੇਸ਼ਵਰ ਹੈ। ਕਿਉਂ? ਕਿਉਂਕਿ ਉਹ ਦਿਆਲੂ ਹੈ, ਉਹ ਦਇਆ ਕਰਦਾ ਹੈ। ਆਪਣੀ ਦਇਆ ਦੇ ਵਿੱਚ ਸਾਨੂੰ क्षमा ਕਰਦਾ ਹੈ, ਬੁਰਾਈਆਂ ਤੋਂ ਛੁਡਾਉਂਦਾ ਹੈ, ਸਾਡਾ ਉद्धार ਕਰਦਾ ਹੈ, ਨਿਸਤਾਰਾ ਕਰਦਾ ਹੈ, ਸਾਨੂੰ ਚੰਗਿਆ ਕਰਦਾ ਹੈ, ਬਚਾ ਕੇ ਲੈ ਆਉਂਦਾ ਹੈ ਮੁਸ਼ਕਿਲਾਂ ਪਰੇਸ਼ਾਨੀਆਂ ਤੋਂ। ਕਿਉਂ? ਜੋ ਯਹੋਵਾ ਭਲਾ ਹੈ। ਹਾਲੇਲੂਇਆ। ਆइए शुक्रगुजारी करते हुए इबादत की तरफ ਵਧਾਂਗੇ और प्रभु जी का धन्यवाद करांगे छोटी जी दुआ में। सर्वशक्तिमान परमेश्वर तुहाडा धन्यवाद करते हैं अच्छे दिन लिए प्रभु जी। इस इबादत नूं, इस बंदगी नूं तुहाडे जोरावर हत्थां दिने पवित्र आत्मा तुहाडा स्वागत करते इस जगह ते, क्योंकि तुहाडे कलाम च लिखिया है कि तुसीं अपने लोकां दी आराधनावां दे विच रहने आ। प्रभु जी शुक्रगुजारी करते हैं असीं सब इकट्ठे होए कि तुहाडी आराधना कर सकीए, तुहाडी उपस्थिति इस जगह ते मेरे महान परमेश्वर जी। और मैं प्रार्थना करदी हां प्यारे प्रभु
ਸਾਡੇ ਤੇ ਆਪਣੀ ਵੱਡੀ ਦਇਆ ਕਰੋ। ਸ਼ੁਰੂ ਤੋਂ ਲੈ ਕੇ ਅੰਤ ਤੱਕ ਇਸ ਬੰਦਗੀ ਨੂੰ ਆਪਣੇ ਹੱਥਾਂ 'ਚ ਲਓ। ਤੁਹਾਡੀ ਇੱਛਾ ਪੂਰੀ ਹੋਵੇ ਪ੍ਰਭੂ। ਅਸੀਂ ਘਟੀਏ, ਤੁਸੀਂ ਵਧੋ, ਤੁਹਾਡਾ ਨਾਮ ਮੁਬਾਰਕ ਹੋਏ। ਸਾਡੇ ਰਾਹੀਂ ਤੁਸੀਂ ਆਪਣੇ ਲੋਕਾਂ ਤੱਕ ਪਹੁੰਚੋ ਮੇਰੇ ਮਹਾਨ ਪਰਮੇਸ਼ਰ। ਸਾਰੀਆਂ ਗੱਲਾਂ ਤੁਹਾਡੇ ਹੱਥਾਂ ਦੇ ਨੇ। ਛੋਟੀ ਜਿਹੀ ਦੁਆ ਨੂੰ ਪ੍ਰਭੂ ਯਿਸੂ ਜੀ ਦੇ ਪਵਿੱਤਰ ਨਾਮ 'ਚ ਮੰਗਦੇ, ਆਮੀਨ। आइए सब लोग खड़े होकर प्रभु का गुणगान करेंगे। हालेलुया, Praise the Lord। हालेलुया। खुदा दे कलाम च लिखिया किसी गल दी चिंता ना करो, बल्कि हर एक गल वास्ते प्रार्थना करो, दुआ करो, हर वेले दी शुक्रगुजारी करो, क्योंकि असीं उहदी चुनी हुई प्रजा, उहदे पवित्र कीते हुए लोग, उहदे लग कीती हुई सेना। खुदावंद दी दया साडे नाल है, इसीलिए शुक्रगुजारी करो। हालेलुया। प्रभु कहते मैं तेनों कदी ना छड्डांगा, ना कदी त्यागांगा। तू मौत दी छां दी वादी दे विच भी जावेंगा ते मैं तेरे नाल रवांगा। ऐसा प्यारा और भला परमेश्वर है मेरे भैन भरावो। आइए नचते गाते हुए प्रभु दी हजूरी चलांगे, खुदावंद दी महिमा वाले गीत गावांगे, धन्यवाद या भेंटां चढ़ावांगे। हालेलुया, प्रेज़ द लॉर्ड। धन्यवाद, धन्यवाद प्रभु यीशु, धन्यवाद। हालेलुया। शुक्र यहोवा दा ही करो, करो शुक्र यहोवा दा। हालेलुया। शुक्र यहोवा दा ही करो, करो शुक्र यहोवा दा। शुक्र यहोवा दा ही करो, करो शुक्र यहोवा दा। शुक्र करो खुदा जेड़ा है खुदावा दा खुदा। शुक्र करो तुसी ओदा जेड़ा है खुदावा दा खुदा। रहमत ओ जो भला हैगा, रहमत ओदी है सदा। जो जो हो भला हैगा, रहमत ओदी है सदा। हालेलुया। शुक्र यहोवा दा ही करो, करो शुक्र यहोवा दा। Praise the Lord, hallelujah। धन्यवाद प्रभु, तुसी महिमा दे योग हो, राजा दे राजा, प्रभु दे प्रभु हो। सेनाओं के यहोवा की जय। हालेलुया। बड़े बड़े काम जो करदा, बड़े बड़े काम जो करदा। शुक्र करो तुसी ओदा। बड़े बड़े काम जो करदा, शुक्र करो तुसी ओदा। जिसने है आसमान बनाए, रहमत ओदी है सदा। जिसने है आसमान बनाए, रहमत ओदी है सदा। शुक्र यहोवा दा ही करो, करो शुक्र यहोवा दा। शुक्र यहोवा दा ही करो, करो शुक्र यहोवा दा। हालेलुया। धन्यवाद खुदावंद खुदा। प्रभु दे वचन च लिखिया कि प्रभु ने अपने शब्दां दा नाल ही समंदर नूं दो पार्ट कर दित्ता। एक आसमान उत्ते जाके आसमान बन गया ते दूसरा धरती ते समंदर बन गया। हालेलुया। प्रेज़ द लॉर्ड, प्रेज़ द लॉर्ड। जिस पानी ते धरती रखी, शुक्र करो तुसी ओदे दा। जिस पानी ते धरती रखी, शुक्र करो तुसी ओदे दा। नाले जिसने नूर बनाए, रहमत ओदी है सदा। नाले जिसने नूर बनाए, रहमत ओदी है सदा। शुक्र यहोवा दा ही करो, करो शुक्र यहोवा दा। शुक्र यहोवा दा ही करो, करो शुक्र यहोवा दा। प्रेज़ द लॉर्ड, हालेलुया। धन्यवाद, धन्यवाद प्रभु, तुसी अचंभे काम करने वाले परमेश्वर प्रभु, दया करने वाले हो खुदावंद। तुहाडे अचरज कम्मां दी महिमा करदे सी थकदे नहीं। जिस पलोठे मिस्र दे मारे, चुक अपना हथ गजब दा। जिस पलोठे मिस्र दे मारे, चुक अपना हथ गजब दा। कटे मिस्रो इज़राइली, रहमत ओदी है सदा। कटो मिस्रो इज़राइली,
रहमत ओदी है सदा। हालेलुया। शुक्र यहोवा दा ही करो, करो शुक्र यहोवा दा, शुक्र यहोवा दा ही करो, करो शुक्र यहोवा दा, करो शुक्र यहोवा दा, करो शुक्र यहोवा दा। हालेलुया। दिन दा प्यारा सूरज कहंदा, राती करदा चन्न दा, तारे चन्न नूं साथी दिते, रहमत ओदी है सदा। प्रेज द लॉर्ड। हालेलुया। सामर्थी परमेश्वर तेरा धन्यवाद करते हैं। धन्यवाद। दिन दा पहरा सूरज करदा, राती करदा चंद अदा। दिन दा हालेलुया। प्रेज द लॉर्ड। दिन दा पहरा सूरज करदा, राती करदा चंद अदा। तारे चन नूं साथी देते, रहमत ओदी है सदा। तारे चन नूं साथी देते, रहमत ओदी है सदा। शुक्र यहोवा दा ही करो, करो शुक्र यहोवा दा, शुक्र यहोवा दा ही करो, करो शुक्र यहोवा दा, शुक्र यहोवा दा ही करो, करो शुक्र यहोवा दा, 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 करो शुक्र यहोवा दा। हालेलुया। हालेलुया। ਥੈਂਕ ਯੂ ਲਾਰਡ, ਤੁਹਾਡਾ ਧੰਨਵਾਦ ਕਰਦੇ ਹਾਂ। ਆਈਏ ਅਸੀਂ ਪ੍ਰਾਰਥਨਾ 'ਚ ਬਣੇ ਰਵਾਂਗੇ। ਹਾਲੇਲੂਇਆ। ਹਾਲੇਲੂਇਆ। ਧੰਨਵਾਦ ਖੁਦਾਵੰਦ, ਤੁਹਾਡਾ ਧੰਨਵਾਦ ਕਰਦੇ ਖੁਦਾਵੰਦ। ਇਸ ਸਮੇਂ ਲਈ ਪ੍ਰਭੂ ਜੀ ਤੁਹਾਡੀ ਵਰਸ਼ਿਪ ਕਰਨਾ ਹੀ ਸਾਡਾ ਜੀਵਨ ਦਾ ਉਦੇਸ਼ ਹੈ। ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ, ਤੁਸੀਂ ਇਨਸਾਨ ਨੂੰ ਇਸ ਲਈ ਬਣਾਇਆ ਕਿ ਤੁਹਾਡੀ ਆਰਾਧਨਾ ਤੇ ਤੁਹਾਡੀ ਸਤੁਤੀ ਕਰਦਾ ਰਹੇ ਖੁਦਾਵੰਦ ਜੀ। ਤੁਹਾਡਾ ਧੰਨਵਾਦ ਕਰਦੇ ਹਾਂ। ਸਾਰੇ ਸਮੇਂ ਨੂੰ ਖੁਦਾਵੰਦ ਤੁਹਾਡੇ ਪਾਕ ਹੱਥਾਂ 'ਚ ਦੇਣੇ ਪ੍ਰਭੂ ਜੀ। ਜਿਨ ਲੋਕ ਆਏ, ਜਿਨ ਲੋਕ ਨਹੀਂ ਆ ਪਾਏ, ਉਹਨਾਂ ਲਈ ਵੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਦ। ਤੁਹਾਡਾ ਸ਼ੁਕਰ ਕਰਦੇ ਮੇਰੇ ਪਿਤਾ ਪਰਮੇਸ਼ਵਰ ਜੀ। प्रभु यीशु मसीह के पाक नाम च मंगते हैं। हालेलुया। आइए से अपने अगले गीत को चलेंगे। थैंक यू जीसस। सारे गावांगे। हालेलुया। प्रेज द लॉर्ड। थैंक यू जीसस। धन्यवाद मेरे महान परमेश्वर जी। प्रभु खुदावंद शुक्रगुजारी करते हैं प्रभु, प्रार्थना करते हैं प्यारे प्रभु, जो तुहाडे कलाम च लिखिया दिन पर दिन परमेश्वर दी महिमा दे स्वरूप दे विच बदलदे जाओ। खुदावंद कहंदे हैं दिन पर दिन प्रभु दी स्वरूप च बदलदे जाओ और जो गवाह ठहरो। हालेलुया। तो कदी सानू ऐसा मन दो प्यारे प्रभु जी, तो तुहाडे पीछे चले खुदावंद, ऐसी पवित्रता ही दो जिहदे पर चल के असीं प्रभु तुहाडे पसंदीदा बनिए प्यारे प्रभु। मेरे जीवन में यीशु तेरा नाम जलाल पाता रहे। मेरे जीवन में यीशु तेरा नाम प्रेज द लॉर्ड। जलाल पाता रहे मेरे जीवन में। हालेलुया। मेरे जीवन में यीशु तेरा नाम जलाल पाता रहे। मेरे जीवन में यीशु तेरा नाम जलाल पाता रहे। मेरा उठना बैठना और मेरा उठना बैठना और चलना तुझे भाता रहे। मेरे जीवन में यीशु तेरा नाम हालेलुया। जलाल पाता रहे। मेरे जीवन में यीशु तेरा नाम जोर से गाएंगे। जलाल पाता रहे। मेरा उठना बैठना और मेरा उठना बैठना और चलना तुझे भाता रहे। मेरे जीवन में यीशु तेरा नाम जलाल पाता
में यीशु तेरा नाम जलाल पाता रहे। तेरा जलाल, 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 तेरा जलाल। Praise the Lord, हालेलुया। धन्यवाद मेरे महान परमेश्वर। बेमिसाल है तू, मैं मिसाल बनूं। तू कामिल है, मैं भी कमाल बनूं। बेमिसाल है तू, मैं मिसाल बनूं। तू कामिल है, मैं भी कमाल बनूं। Praise the Lord, thank you Jesus। बेमिसाल है तू, मैं मिसाल बनूं। तू कामिल है, मैं भी कमाल बनूं। बेमिसाल है तू, मैं मिसाल बनूं। बेमिसाल है तू, मैं मिसाल बनूं। तू कामिल है, मैं भी कमाल बनूं। तू कामिल है, मैं भी कमाल बनूं। दुनिया का नूर है यीशु, मेरी राहें सजाता रहे। दुनिया का नूर है यीशु, मेरी राहें सजाता रहे। मेरा उठना बैठना और मेरा उठना बैठना और चलना तुझे बाता रहे। मेरे जीवन में यीशु तेरा नाम जलाल पाता रहे। मेरे जीवन में यीशु तेरा नाम जलाल पाता रहे। मेरा उठना, मेरा उठना बैठना और मेरा उठना बैठना और चलना तुझे भाता रहे। मेरे जीवन में यीशु तेरा नाम जलाल पाता रहे। मेरे जीवन में यीशु तेरा नाम जलाल पाता रहे। Thank you Jesus, हालेलुया, हालेलुया। मेरी सोचों में तू, मेरे ख्वाबों में तू, मेरे सारे सवालों जवाबों में तू। जब भी तुझे पुकारूं तेरा रूह मेरी सोचों में तू, मेरे ख्वाबों में तू, मेरे सारे सवालों जवाबों में तू। मेरी सोचों में तू, मेरे ख्वाबों में तू, मेरे सारे सवालों जवाबों में तू। मेरी सोचों में तू, मेरे ख्वाबों में तू, मेरी सोचों में तू, मेरे ख्वाबों में तू, मेरे सारे सवालों जवाबों में तू, मेरे सारे सवालों जवाबों में तू। जब भी तुझे पुकारूं तेरा रूह मुझ में आता रहे। जब भी तुझे पुकारूं तेरा रूह मुझ में आता रहे। मेरा उठना बैठना और मेरा उठना बैठना और चलना तुझे भाता रहे। मेरे जीवन में यीशु तेरा नाम जलाल पाता रहे। मेरे जीवन में यीशु तेरा नाम जलाल पाता रहे। जलाल पाता रहे। जलाल पाता रहे। थैंक यू लॉर्ड जीसस, हालेलुया। धन्यवाद प्रभु जी, शुक्रगुजारी करते हैं। जिंदगी भर तेरे गीत गाता रहूं, तू सुनता रहे, मैं सुनाता रहूं। हालेलुया। जिंदगी भर तेरे गीत गाता रहूं, तू सुनता रहे, मैं सुनाता रहूं। हालेलुया, प्रेज़ द
रहूं, तू सुनता रहे मैं सुनाता रहूं। जब गीत तेरे मैं गाऊं, तेरा रूह मुझ में आता रहे। जब गीत तेरे मैं गाऊं, तेरा रूह मुझ में आता रहे। मेरा उठना बैठना और मेरा उठना बैठना और चलना तुझे बाता रहे। मेरी जीवन सब गाएंगे हालेलुया जोर से। जलाल पाता रहे। प्रेज द लॉर्ड। मेरे जीवन में यीशु तेरा नाम जलाल पाता रहे। 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 ओ जलाल पाता रहे। थैंक यू लॉर्ड। ਤੁਹਾਡਾ ਧੰਨਵਾਦ ਕਰਦੇ ਖੁਦਾਵੰਦ, ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡੇ ਇਸ ਪਾਕ ਰੂਹ ਲਈ ਧੰਨਵਾਦ ਕਰਦੇ ਖੁਦਾਵੰਦ ਜੀ, ਜੋ ਸਾਨੂੰ ਪਾਕ ਰੂਹ ਤੁਸੀਂ ਦਿੱਤਾ ਖੁਦਾਵੰਦ ਜੀ, ਜਿਹਨਾਂ ਸਿਰ ਵਿਸ਼ਵਾਸ ਕਰਨ ਨਾਲ ਮਿਲਦਾ ਖੁਦਾਵੰਦ ਜੀ। ਤੁਹਾਡਾ ਧੰਨਵਾਦ ਕਰਦੇ ਹਾਂ ਉਸ ਸੈਲਵੇਸ਼ਨ ਵਾਸਤੇ ਖੁਦਾਵੰਦ ਜੀ, ਕਿ ਤੁਸੀਂ ਆਪਣਾ ਲਹੂ ਸਾਡੇ ਲਈ ਬਹਾਇਆ ਔਰ ਅਸੀਂ ਸਭ ਬਚਾਏ ਗਏ ਖੁਦਾਵੰਦ ਜੀ। ਤੁਹਾਡਾ ਧੰਨਵਾਦ ਕਰਦੇ ਹਾਂ ਉਸ ਕਰੂਸ ਵਾਸਤੇ ਜਿਸ ਕਰੂਸ 'ਤੇ ਤੁਸੀਂ ਆਪਣੀ ਜਾਨ ਦਿੱਤੀ ਖੁਦਾਵੰਦ ਜੀ, और तुझे अपना प्रेम उस क्रूस को दिखाया खुदा। आइए असी अपने अगले गीत वाल चलांगे और खुदा दी महिमा करांगे, क्योंकि ਉਹਦੇ ਕੰਮ अचरज ਉਹਦੇ ਕੰਮ महान आ। ਉਹ महान खुदाबंद आ, ਉਹ प्रेम ਦਾ परमेश्वर आ, ਉਹ माफ़ी ਦਾ परमेश्वर आ। हालेलुया। आइए असी एक होर गीत गावांगे। थैंक यू लॉर्ड। हालेलुया 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 हालेलुया। धन्यवाद 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 धन्यवाद। खुदावंद दे वचन च लिखा है कि यसु नाम मुबारक नाम है, क्योंकि यसु नाम दे विच भरपूरी है, रूह दी भरपूरी है, जीवन दी भरपूरी है, खुशहाली दी भरपूरी है, तंदुरुस्ती दी भरपूरी है, प्यार दी भरपूरी है, शांति दी भरपूरी है। हालेलुया। खुदावंद दे वचन च लिखा कि परमेश्वर ने यसु मसीह जी नूं हर एक वस्तुआं उपर श्रोमणी ठहराया, क्योंकि सब वस्तुआं खुदावंद यसु मसीह दे द्वारा और खुदावंद यसु मसीह लई बणियां हैं। जे असीं खुदावंद यसु मसीह लई बणे हां मेरे भैन भरावो, ते आइए फिर उहदी इबादत करिए, उहनूं मुबारक आखिए, उहदे नाम दी महिमा गाइए, क्योंकि वो साडी सारिया बरकतां दा सोता है। वो साडा अच्छा आली है, वो साडा ख्याल रखदा है मेरे भैन भरावो। आइए मिल के आनंद नाल इस गीत नूं गावांगे और समझांगे प्रभु दी दया नूं, जो सदा दी और अबदी है, जो हमेशा अपने डर मनण वालियां दे नाल है, जो कहंदा ना काबर मैं तेरे नाल आ। तुसीं ओ बेशकीमती मनुख हो मेरे भैन भरावो, जो खुदा दे प्यारे हो, प्रभु दे दुलारे हो। यसु मसीह ने अपने हत्थां नाल तुहानूं बनाया मेरे भैन भरावो। आइए आनंद नाल इस गीत नूं गावांगे। असीं रब दे बंदे हां ते रब सानूं प्यार करदा है। प्रेज द लॉर्ड। हालेलुया। असीं रब दे बंदे हां ते रब सानूं प्यार करदा है। असीं रब दे बंदे हां ते रब सानूं प्यार करदा है। हालेलुया। सब गाएंगे। असीं रब दे बंदे हां ते रब सानूं प्यार करदा है। ओ असीं रब दे बंदे हां ते रब सानूं प्यार करदा है। असीं रुलदे फिरदे सां, रुलदे फिरदे सां कि हुण सानूं यीशु मिलिया है। असीं रब दे बंदे हां ते रब सानूं प्यार करदा है। असीं रब दे बंदे हां ते रब सानूं प्यार करदा है। ते यीशु सानूं प्यार करदा है, ते रब सानूं प्यार करदा है। हालेलुया। प्रेज द लॉर्ड। धन्यवाद। हालेलुया।
सच्चिया रहां। थैंक यू लॉर्ड जीसस, हालेलुया। ਅਸੀਂ ਲੱਭਦੇ ਫਿਰਦੇ ਸਾਂ ਖੁਦਾ ਦੇ ਸੱਚਿਆ ਰਹਾं ਨੂੰ। ਅਸੀਂ ਨਿੱਤ ਤਰਸਦੇ ਸਾਂ ਪਿਆਰ ਦੀਆਂ ਠੰਡੀਆਂ ਛਾਵਾਂ ਨੂੰ, ਪਿਆਰ ਦੀਆਂ ਠੰਡੀਆਂ ਛਾਵਾਂ ਨੂੰ, ਪਿਆਰ ਦੀਆਂ ਠੰਡੀਆਂ ਛਾਵਾਂ ਨੂੰ। ਸਾਨੂੰ ਸੱਚੀ ਜ਼ਿੰਦਗੀ ਦਾ ਯਿਸੂ ਨੇ ਰਸਤਾ ਦੱਸਿਆ ਏ। ਉਹ ਸਾਨੂੰ ਸੱਚੀ ਜ਼ਿੰਦਗੀ ਦਾ ਖੁਦਾ ਨੇ ਰਸਤਾ ਦੱਸਿਆ ਏ। ਅਸੀਂ ਰੁਲਦੇ ਫਿਰਦੇ ਸਾਂ, ਰੁਲਦੇ ਫਿਰਦੇ ਸਾਂ ਕਿ ਹੁਣ ਸਾਨੂੰ ਯਿਸੂ ਮਿਲਿਆ ਏ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ। ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ। ਉਹ ਯਿਸੂ ਸਾਨੂੰ ਪਿਆਰ ਕਰਦਾ ਏ, ਉਹ ਰੱਬ ਸਾਨੂੰ ਪਿਆਰ ਕਰਦਾ ਏ। हालेलुया, धन्यवाद धन्यवाद, थैंक यू जीसस, हालेलुया। धन्यवाद मेरे महान परमेश्वर जी, हालेलुया, थैंक यू लॉर्ड। खुदावंद दा कलाम दा जब मसीह च असीं बेशकीमतियां ओहदी लाग कीती होईयां परजा चुने हुए लोग ओहदियां भेडां, हालेलुया, जिन्हां नूं माफी मिल गई है उहनां दे भाग जागे। जिन्हां नूं माफी मिल गई उन्हां दे भाग जागे। जिन्हां नूं माफी मिल गई उन्हां दे भाग जागे ने। अखां विच खुशियां वसियां ने, दिलां विच चानण हो गए ने, दिलां विच चानण हो गए ने, दिलां विच चानण हो गए ने। देखो जी रब दा प्यार कि जेड़ा सब तो वखरा है। देखो जी रब दा प्यार कि जेड़ा सब तो वखरा है। ਅਸੀਂ ਰੁਲਦੇ ਫਿਰਦੇ ਸਾਂ, ਰੁਲਦੇ ਫਿਰਦੇ ਸਾਂ ਕਿ ਹੁਣ ਸਾਨੂੰ ਯਿਸੂ ਮਿਲਿਆ ਏ। ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ। ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ। ਉਹ ਯਿਸੂ ਸਾਨੂੰ ਪਿਆਰ ਕਰਦਾ ਏ, ਉਹ ਰੱਬ ਸਾਨੂੰ ਪਿਆਰ ਕਰਦਾ ਏ। हालेलुया, हालेलुया, धन्यवाद धन्यवाद, प्रेज द लॉर्ड, थैंक यू जीसस। सानू अपने लिए लाग करने ले खुदा हुण चार चुफेरे खुशियां दे फुल सजरे खिल गए ने। हुण चार चुफेरे खुशियां दे फुल सजरे खिल गए ने। हुण चार चुफेरे खुशियां दे फुल सजरे खिल गए। हर शान वारिस हो गए जेड़े कदमी लग गए ने। यीशु दे कदमी लग गए ने, प्रभु दे कदमी लग गए ने। साडे उजड़े अबागां नूं यीशु ने आन बसाया है। साडे उजड़े अबागां नूं यीशु ने आन बसाया है। ਅਸੀਂ ਰੁਲਦੇ ਫਿਰਦੇ ਸਾਂ, ਰੁਲਦੇ ਫਿਰਦੇ ਸਾਂ ਕਿ ਹੁਣ ਸਾਨੂੰ ਯਿਸੂ ਮਿਲਿਆ ਏ। ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ। ਉਹ ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ। ਅਸੀਂ ਰੁਲਦੇ ਫਿਰਦੇ ਸਾਂ, ਰੁਲਦੇ ਫਿਰਦੇ ਸਾਂ ਕਿ ਹੁਣ ਸਾਨੂੰ ਯਿਸੂ ਮਿਲਿਆ ਏ। ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ। ਉਹ ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ। ਉਹ ਯਿਸੂ ਸਾਨੂੰ ਪਿਆਰ ਕਰਦਾ ਏ। ਉਹ ਪ੍ਰਭੂ ਸਾਨੂੰ ਪਿਆਰ ਕਰਦਾ ਏ। सब गाएंगे प्रेज द लॉर्ड। यीशु ਸਾਨੂੰ ਪਿਆਰ ਕਰਦਾ ਏ। ਉਹ ਰੱਬ ਸਾਨੂੰ ਪਿਆਰ ਕਰਦਾ ਏ। कि यीशु सानू प्यार करदा है। ਉਹ ਰੱਬ ਸਾਨੂੰ ਪਿਆਰ ਕਰਦਾ ਏ। यीशु सानू ਪਿਆਰ ਕਰਦਾ ਏ। ਉਹ ਰੱਬ ਸਾਨੂੰ ਪਿਆਰ ਕਰਦਾ ਏ। ਉਹ ਯਿਸੂ ਸਾਨੂੰ ਪਿਆਰ ਕਰਦਾ
ਯਿਸੂ ਸਾਨੂੰ ਪਿਆਰ ਕਰਦਾ ਏ। ਹਾਲੇਲੂਇਆ, ਪ੍ਰੇਜ਼ ਦ ਲਾਰਡ, ਥੈਂਕ ਯੂ ਜੀਸਸ। ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਜੀ ਤੁਹਾਡੀ ਉਪਸਥਿਤੀ ਲਈ ਮੇਰੇ ਮਹਾਨ ਪਰਮੇਸ਼ਰ। ਸ਼ੁਕਰਗੁਜ਼ਾਰੀ ਕਰਦੇ ਹਾਂ ਮੇਰੇ ਮਹਾਨ ਪਿਆਰੇ Thank you, ਪ੍ਰਭੂ। Father, ਸ਼ੁਕਰ ਤੁਹਾਡੀ ਉਪਸਥਿਤੀ ਪ੍ਰਭੂ ਜੀ ਸਾਰੀਆਂ ਗੱਲਾਂ ਨਾਲੋਂ, ਸਾਰੀਆਂ ਵਸਤੂਆਂ ਨਾਲੋਂ ਪ੍ਰਭੂ ਜੀ ਬੇਸ਼ਕੀਮਤੀ ਹੈ। ਥੈਂਕ ਯੂ ਜੀ। ਖੁਦਾਵੰਦ ਸ਼ੁਕਰਗੁਜ਼ਾਰੀ ਕਰਦੇ ਹਾਂ। ਹਾਲੇਲੂਇਆ। ਆਏ ਸੀ ਅੱਜ ਦੇ ਵਚਨ ਲਈ ਧੰਨਵਾਦ ਕਰਾਂਗੇ। ਅਸੀਂ ਮਿਲ ਕੇ ਪ੍ਰਾਰਥਨਾ ਕਰਾਂਗੇ ਸੋਨੀਆ ਦੇ ਨਾਲ ਕਿ ਅੱਜ ਦੇ ਵਚਨ ਲਈ ਦੁਆ ਕਰੇ ਤਾਂ ਕਿ ਖੁਦਾਵੰਦ ਦਾ ਉਸ ਪਾਕ ਵਚਨ ਪੜ੍ਹਿਆ ਜਾਵੇ ਔਰ ਸੁਣਿਆ ਜਾਵੇ ਔਰ ਉਹਦੇ ਉੱਪਰ ਅਸੀਂ ਚੱਲਣਾ ਸ਼ੁਰੂ ਕਰੀਏ ਤਾਂ ਕਿ ਖੁਦਾਵੰਦ ਦੀ ਇੱਛਾ ਪੂਰੀ ਹੋਵੇ। ਪ੍ਰੇਜ਼ ਦ ਲਾਰਡ, ਥੈਂਕ ਯੂ ਜੀਸਸ। ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਜੀ, ਸ਼ੁਕਰਗੁਜ਼ਾਰੀ ਕਰਦੇ ਹਾਂ ਪ੍ਰਭੂ, ਤੁਹਾਡੇ ਨਾਮ ਨੂੰ ਉੱਚਾ ਕਰਦੇ ਹਾਂ ਪ੍ਰਭੂ। ਅੱਜ ਦੇ ਦਿਨ ਲਈ ਪ੍ਰਾਰਥਨਾ ਕਰਦੇ ਹਾਂ ਪਿਆਰੇ ਪ੍ਰਭੂ ਜੀ, ਆਪਣੇ ਦਾਸ ਆਪਣੇ ਬੇਟੇ ਨੂੰ ਖੁਦਾਵੰਦ ਆਪਣੀ ਭਰਪੂਰੀ ਨਾਲ ਭਰ ਦਿਓ ਪਿਆਰੇ ਪ੍ਰਭੂ ਜੀ। ਅੱਜ ਤੁਹਾਡੀ ਇੱਛਾ ਖੁਦਾਵੰਦ ਅਮਨ ਜੀ ਦੇ ਰਾਹੀਂ ਪ੍ਰਭੂ ਸਾਡੇ ਉੱਪਰ ਪ੍ਰਗਟ ਹੋਵੇ ਖੁਦਾਵੰਦ। ਕਲਾਮ ਪ੍ਰਭੂ ਜੀ ਤੁਹਾਡੇ ਘਰ 'ਚੋਂ ਆਵੇ ਖੁਦਾਵੰਦ, ਔਰ ਅਮਨ ਜੀ ਨਹੀਂ ਬਲਕਿ ਤੁਹਾਡਾ ਪਾਕ ਰੂਹ ਸਾਡੇ ਵਿਚਕਾਰ ਹੋ ਕੇ ਕੰਮ ਕਰੇ, ਸਾਨੂੰ ਸਿਖਾਏ ਪ੍ਰਭੂ ਤੁਹਾਡੇ ਵਾਅਦਿਆਂ ਤੇ ਚੱਲਣਾ ਪਿਆਰੇ ਪ੍ਰਭੂ। ਅੱਜ ਆਪਣੇ ਲੋਕਾਂ ਨਾਲ ਗੱਲਬਾਤ ਕਰੋ ਪ੍ਰਭੂ ਜੀ, ਆਪਣੀ ਵੱਡੀ ਵੱਡੀ ਦਇਆ 'ਚ ਰੱਖੋ ਸਾਨੂੰ ਐਸਾ ਮਨ ਤੋਂ ਜੋ ਸੁਣ ਕੇ ਪ੍ਰਭੂ ਜੀ ਈਮਾਨ ਲੈ ਕੇ ਆ ਸਕੇ ਪ੍ਰਭੂ ਜੀ, ਸਾਡੇ ਬੰਧਨ ਟੁੱਟ ਜਾਣ, ਅਸੀਂ ਮਸੀਹ ਪਿੱਛੇ ਚੱਲ ਸਕੀਏ ਪਿਆਰੇ ਪ੍ਰਭੂ। ਇਹ ਛੋਟੀ ਜਿਹੀ ਦੁਆ ਨੂੰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ 'ਚ ਮੰਗ ਲੈਂਦੇ ਹਾਂ, ਆਮੀਨ। आमीन। आइए सब लोग इस बैठ जावांगे और धन्यवाद करेंगे उस खुदाबंद दे पाक वचन वास्ते। सबने एक बार फिर जैम सी दी। मैं चाहना कि इसे जोर दी एक बार नारा लाइए, हालेलुया। हालेलुया, एक बार फिर तो जोर नाल हालेलुया। प्रभु यीशु मसीह के नाम की जय। हालेलुया, प्रेज द लॉर्ड। आइए सारे दा वचन खोलेंगे, ਅਸੀਂ अपनी बाइबल खोलेंगे। ਸੋ ਮੇਰੀ ਤਬੀਅਤ ਥੋੜੀ ਠੀਕ ਨਹੀਂ ਸੀਗੀ ਪਰ ਮੈਂ ਫਿਰ ਵੀ ਖੁਦਾਵੰਦ ਦਾ ਧੰਨਵਾਦ ਹੈ ਕਿ ਉਹਨੇ ਮੈਨੂੰ ਮੌਕਾ ਦਿੱਤਾ। ਖੁਦਾ ਦੀ ਮਹਿਮਾ ਕਰੀਏ, ਹਾਲੇਲੂਇਆ ਹਾਲੇਲੂਇਆ। ਅਸੀਂ ਖੋਲਾਂਗੇ ਯਹੋਨਾ ਰਚਿਤ ਸੁਸਮਾਚਾਰ ਜੀ, ਉਹਦੇ 14 ਅਧਿਆਇ ਤੇ ਅਸੀਂ 16-17 ਪੜਾਂਗੇ। ਪ੍ਰੇਜ਼ ਦ ਲਾਰਡ, ਸ਼ੁਕਰ ਖੁਦਾਵੰਦ ਜੀ। ਹਾਂਜੀ 16 ਕਰਾਂਗੇ। ਯੋਹਨਾ ਦੀ ਅੰਜੀਲ 14 ਬਾਬ 14 ਅਧਿਆਏ 14 ਅਧਿਆਇ ਉਹਦੀ 16 ਹਾਂਜੀ 16 ਤੋਂ ਲੈ ਕੇ 17 ਪੜਾਂਗੇ ਅਸੀਂ। ਜੀ। ਪ੍ਰੇਜ਼ ਦ ਲਾਰਡ। ਅਤੇ ਮੈਂ ਆਪਣੇ ਪਿਤਾ ਤੋਂ ਮੰਗਾਂਗਾ ਔਰ ਉਹ ਤੁਹਾਨੂੰ ਦੂਜਾ ਸਹਾਇਕ ਦੇਵੇਗਾ, ਭਈ ਉਹ ਸਦਾ ਤੁਹਾਡੇ ਸੰਗ ਰਹੇ, ਅਰਥਾਤ ਸੱਚਾਈ ਦਾ ਆਤਮਾ, ਜਿਹਨੂੰ ਜਗਤ ਨਹੀਂ ਪਾ ਸਕਦਾ, ਕਿਉਂ ਜੋ ਉਹ ਉਸ ਨੂੰ ਵੇਖਦਾ ਨਹੀਂ ਨਾ ਉਸ ਨੂੰ ਜਾਣਦਾ ਹੈ। ਤੁਸੀਂ ਉਹਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਰਹੇਗਾ। ਪ੍ਰਭੂ ਯਿਸੂ ਮਸੀਹ ਕਹਿੰਦੇ ਆ ਕਿ ਮੈਂ ਪਿਤਾ ਕੋਲੋਂ ਕੀ ਕਰਦਾ ਪਿਆ, ਮੈਂ ਪ੍ਰਾਰਥਨਾ ਕਰਦਾ ਕਿ ਤੁਹਾਨੂੰ ਕੀ ਦੇਵੇ, ਕਹੋ ਸਹਾਇਕ। ਮੈਂ ਚਾਹੁੰਦਾ ਤੁਸੀਂ ਮੇਰੇ ਨਾਲ ਬੋਲ ਵੀ ਸਕਦੇ ਆ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਸਾਡੇ ਲਈ ਪ੍ਰਾਰਥਨਾ ਕਰਦੇ ਪਏ ਆ ਕਿ ਕਿਹੜੀ ਜਗ੍ਹਾ ਤੇ ਸੁਰਗ ਦੇ ਵਿੱਚ ਸਾਡੇ ਲਈ ਪ੍ਰਾਰਥਨਾ ਕਰ ਰਹੇ ਆ। ਤੇ ਉਹ ਕਹਿੰਦੇ ਪਿਤਾ ਮੈਂ ਚਾਹੁੰਦਾ ਕਿ ਤੁਸੀਂ ਇਹਨਾਂ ਨੂੰ ਕੀ ਦੇਵੋ, ਆਪਣੇ ਆਤਮਾ ਨਾਲ ਭਰ ਦਿਓ, ਇਹਨਾਂ ਨੂੰ ਪਵਿੱਤਰ ਆਤਮਾ ਦਾ ਦਾਨ ਦਿਓ। ਹਾਲੇਲੂਇਆ। ਥੈਂਕ ਯੂ ਮੈਂ ਚਾਹੁੰਦਾ ਕਿ ਫੇਸ ਗੱਲ ਪੜ੍ਹੀਏ ਅਸੀਂ ਜੀ। ਅਤੇ ਮੈਂ ਆਪਣੇ ਪਿਤਾ ਤੋਂ ਮੰਗਾਂਗਾ, ਕਹਿੰਦੇ ਮੈਂ ਆਪਣੇ ਪਿਤਾ ਤੋਂ ਮੰਗੂੰਗਾ ਔਰ ਉਹ ਹਾਂਜੀ ਤੁਹਾਨੂੰ ਹਾਂਜੀ ਦੂਜਾ ਸਹਾਇਕ ਬਖਸ਼ੇਗਾ, ਕਹਿੰਦਾ ਤੁਹਾਨੂੰ ਦੂਜਾ ਸਹਾਇਕ ਬਖਸ਼ੂਗਾ, ਭਈ ਉਹ ਸਦਾ ਤੁਹਾਡੇ ਸੰਗ ਰਹੇ। ਅਸੀਂ ਦੇਖਦੇ ਕਿ ਇੱਕ ਪਾਸੇ ਤਾਂ ਪਿਤਾ ਸਾਡਾ ਸਹਾਇਕ ਹੈਗਾ, ਯਾਨੀ ਕਿ ਪ੍ਰਭੂ ਯਿਸੂ ਮਸੀਹ ਸਾਡੇ ਸਹਾਇਕ ਵਾਂਗ ਕੰਮ ਕਰਦੇ ਪਏ ਆ। ਕਿੱਦਾਂ ਉਹ ਸਹਾਇਕ ਵਾਂਗ ਕੰਮ ਕਰਦੇ ਪਏ ਹੈਗੇ ਆ? ਅਸਮਾਨ ਦੇ ਵਿੱਚ। ਉਹ ਅਸਮਾਨ ਦੇ ਵਿੱਚ ਸਾਡੇ ਵਾਸਤੇ ਕੀ ਮੰਗਦੇ ਪਏ ਆ? ਪਿਤਾ ਕੋਲੋਂ ਸਹਾਇਕ ਮੰਗਦੇ ਪਏ ਆ ਕਿ ਮੈਂ ਕਹਿੰਦੇ ਫਿਰ ਮੈਂ ਤੁਹਾਨੂੰ ਮੰਗੂ, ਮੈਂ ਇਹਨਾਂ ਕੋਲੋਂ ਕਹੂੰਗਾ ਕਿ ਪਿਤਾ ਇਹਨਾਂ ਨੂੰ ਤੂੰ ਕੀ ਕਰ, ਇੱਕ ਹੋਰ ਸਹਾਇਕ ਦੇ ਜੀ। ਉਹ ਸਹਾਇਕ ਸਾਡਾ ਕਿੱਥੇ ਸਾਡੀ ਮਦਦ ਕਰਦਾ ਪਿਆ? ਇਸ ਧਰਤੀ ਦੇ ਉੱਪਰ। ਹਾਲੇਲੂਇਆ। ਸਾਡੇ ਕੋਲੋਂ ਦੋ ਸਹਾਇਕ ਆ। ਪ੍ਰੇਜ਼ ਦ ਲਾਰਡ। ਇੱਕ ਕੌਣ ਹੈਗੇ ਆ? ਪ੍ਰਭੂ ਯਿਸੂ ਮਸੀਹ। ਪ੍ਰਭੂ ਯਿਸੂ ਮਸੀਹ, ਔਰ ਦੂਸਰੇ ਹੈਗੇ ਪਵਿੱਤਰ ਆਤਮਾ ਜੀ। ਮੈਂ ਇਸ ਗੱਲ ਨੂੰ ਮੈਂ ਜਦੋਂ ਸਿਰੇ ਪੜ੍ਹਦਾ ਪਿਆ ਸੀ ਤੇ ਮੇਰੇ ਦਿਲ 'ਚ ਗੱਲ ਪਾਈ ਖੁਦਾ ਨੇ ਬੋਲੀ ਕਿ ਕਹਿੰਦੇ ਇਸ ਜਗ੍ਹਾ ਇਸ ਦੁਨੀਆ ਦੇ ਉੱਪਰ ਦੋ ਸਹਾਇਕ ਹੈਗੇ। ਇੱਕ ਤਾਂ ਪਵਿੱਤਰ ਆਤਮਾ ਜੋ ਸਾਡੇ ਸੰਗ ਰਹੂਗੇ, ਹਮੇਸ਼ਾ ਸਾਡੇ ਸੰਗ ਰਹਿੰਦੇ ਆ। ਇੱਕ ਕਹਿੰਦੇ ਮੈਂ ਉੱਥੇ ਕੀ ਕਰਦਾ ਪਿਆ? ਹੈਵਨ ਦੇ ਵਿੱਚ ਤੁਹਾਡੇ ਲਈ ਮੈਂ ਪ੍ਰਾਰਥਨਾ ਕਰਦਾ ਪਿਆ। ਹਾਲੇਲੂਇਆ। ਅੱਗੇ ਜਦੋਂ ਅਸੀਂ ਇਸ ਗੱਲ ਪੜ੍ਹਦੇ ਹਾਂ 17 ਦੇ ਵਿੱਚ ਪੜਾਂਗੇ ਅਸੀਂ, ਅਰਥਾਤ ਸੱਚਾਈ ਦਾ ਆਤਮਾ। ਪਹਿਲੀ ਗੱਲ ਕਿ ਹੋਲੀ ਸਪਿਰਿਟ ਜਿਹੜਾ ਹੈਗਾ ਉਹ ਕੀ ਹੈਗਾ? ਉਹ ਸੱਚਾਈ ਦਾ ਆਤਮਾ। ਉਹ ਸੱਚਾਈ ਦਾ ਆਤਮਾ ਆ। ਉਹਦੇ ਵਿੱਚ ਸੱਚਾਈ ਵਾਸ ਕਰਦੀ ਆ, ਉਹਦੇ ਵਿੱਚ ਕੋਈ ਵੀ ਝੂਠ ਵਾਸ ਨਹੀਂ ਕਰਦਾ। ਹਾਲੇਲੂਇਆ। ਹਾਲੇਲੂਇਆ ਜੀ। ਖੁਦਾਵੰਦ ਜਿਹੜਾ ਹੈਗਾ ਉਹ ਪ੍ਰੇਮ ਦਾ ਪਰਮੇਸ਼ਵਰ ਆ। ਹਾਲੇਲੂਇਆ। ਹਾਲੇਲੂਇਆ।
ਉਹ ਚਾਹੁੰਦਾ ਹੈ ਕਿ ਹਰੇਕ ਕੋਈ ਇਨਸਾਨ ਜਿਹੜਾ ਬਚਾਇਆ ਜਾਵੇ, ਤੇ ਪ੍ਰਭੂ ਦੇ ਕੋਲੋਂ ਮੰਗਦੇ ਆ ਉਹ ਕਿ ਪ੍ਰਭੂ ਇਹਨਾਂ ਨੂੰ ਤੁਸੀਂ ਕੀ ਦਿਓ, ਆਪਣੇ ਆਤਮਾ ਦੀ ਭਰਪੂਰੀ ਨਾਲ ਭਰ ਦਿਓ, ਆਪਣੇ ਆਤਮਾ ਦੀ ਭਰਪੂਰੀ ਨਾਲ ਭਰ ਦਿਓ। ਮੈਂ ਸੋਚਿਆ, ਮੈਂ ਕਿਹਾ ਵੀ ਇਹ ਸੱਚਾਈ ਦਾ ਆਤਮਾ ਹੈਗਾ। ਅੱਗੇ ਅਸੀਂ ਪੜ੍ਹਦੇ ਕਹਿੰਦੇ ਜਗਤ ਤੁਹਾਨੂੰ ਕਦੀ ਨਹੀਂ ਪਾ ਸਕਦਾ। ਅਸੀਂ ਪੜਾਂਗੇ 17 ਆਇਤ। ਅਰਥਾਤ ਹਾਂ ਸੱਚਾਈ ਦਾ ਆਤਮਾ ਜਿਹਨੂੰ ਜਗਤ ਨਹੀਂ ਪਾ ਸਕਦਾ, ਬਸ ਜਿਹਨੂੰ ਜਗਤ ਨਹੀਂ ਪਾ ਸਕਦਾ। ਮੈਂ ਜਦੋਂ ਇਸ ਗੱਲ ਨੂੰ ਪੜ੍ਹਦਾ ਸੀ, ਮੈਂ ਕਿਹਾ ਪ੍ਰਭੂ ਜੀ ਇਸ ਗੱਲ ਦਾ ਮਤਲਬ ਕੀ ਹੋਇਆ ਕਿ ਜਗਤ ਕਿਉਂ ਨਹੀਂ ਪਾ ਸਕਦਾ? ਕਿਹੜਾ ਜਗਤ ਹੈਗਾ ਉਹ ਨਹੀਂ ਪਾ ਸਕਦਾ? ਤੇ ਮੇਰੇ ਖੁਦਾ ਨੇ ਮੇਰੇ ਕਿਹਾ ਵੀ ਉਹ ਜਗਤ ਤੇਰੇ ਅੰਦਰ ਆ। ਜਿਹੜਾ ਇਨਸਾਨ ਖੁਦਾ ਦੇ ਕਲਾਮ ਨੂੰ ਰਿਸੀਵ ਨਹੀਂ ਕਰਦਾ ਉਹ ਜਗਤ ਬਣ ਜਾਂਦਾ, ਉਹਦਾ ਹਿੱਸਾ ਜਗਤ ਦੇ ਵਿੱਚ ਹੀ ਆ। ਕਿਉਂਕਿ ਵਚਨ ਦੱਸਦਾ, ਕਹਿੰਦੇ ਆਤਮਿਕ ਇਨਸਾਨ ਹਮੇਸ਼ਾ ਆਤਮਾ ਦੁਆਰਾ ਚੱਲਦਾ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਤੇ ਸੰਸਾਰਿਕ ਇਨਸਾਨ ਜਿਹੜਾ ਹੈਗਾ, ਜਿਹੜਾ ਜਗਤ ਵਿੱਚ ਹੈਗਾ, ਉਹ ਸੰਸਾਰਿਕ ਆ। ਉਹਦੀਆਂ ਗੱਲਾਂ, ਉਹਦੀ ਰੁਚੀ, ਉਹਦਾ ਹਮੇਸ਼ਾ ਜਿਹੜਾ ਸੁਭਾਅ ਉਹ ਸੰਸਾਰਿਕ ਹੋਊਗਾ। ਉਹਨੂੰ ਜਗਤ, ਉਹ ਜਗਤ ਵਿੱਚ ਰਹਿੰਦਾ, ਉਹਨੂੰ ਜਗਤ ਦੀਆਂ ਗੱਲਾਂ ਅੱਛੀਆਂ ਲੱਗਦੀਆਂ। ਨੱਚਣਾ ਗਾਣਾ, ਪਾਰਟੀਆਂ ਦੇ ਵਿੱਚ ਸ਼ਰਾਬਾਂ ਪੀਣੀਆਂ, ਹੋਰ ਗੱਲਾਂ ਕਰਨੀਆਂ। ਅਸੀਂ ਕਿਸੇ ਘਰ ਗਏ ਸੀਗੇ, ਅਸੀਂ ਸਿੰਡਨੀ ਗਏ ਸੀ, ਅਸੀਂ ਉੱਥੇ ਕਿਸੇ ਘਰ ਗਏ ਤੇ ਉੱਥੇ ਕੋਈ ਖੁਦਾ ਦੇ ਦਾਸ ਆਏ। ਕਹਿੰਦੇ ਸੀਗੇ ਖੁਦਾ ਦਾ ਦਾਸ ਆ ਮੈਂ, ਪਰ ਜਦੋਂ ਮੈਂ ਉਹਨਾਂ ਨਾਲ ਬੈਠਾ ਹੋਇਆ ਸੀਗਾ ਤੇ ਉਹਨਾਂ ਵਿੱਚ ਮੈਂ ਉਹਨਾਂ ਦੇ ਮੂੰਹ 'ਚੋਂ ਇੱਕ ਵੀ ਪ੍ਰਭੂ ਦੇ ਵਚਨ ਦੀ ਜਾਂ ਕੋਈ ਆਤਮਿਕਤਾ ਦੀ ਗੱਲ ਮੈਂ ਕੋਈ ਨਹੀਂ ਸੁਣੀ। ਬਸ ਉਹ ਇੱਧਰ ਉੱਧਰ ਦੀ ਗੱਲਾਂ ਮਾਰ ਕੇ ਚਾਹ 'ਚ ਪੀਤੀ ਇਹਨਾਂ ਨੇ, ਗੱਲਬਾਤ ਮਾਰ ਕੇ, ਤੇ ਬਸ ਲਾਸਟ ਵਿੱਚ ਉਹਨਾਂ ਨੇ ਛੋਟੀ ਜਿਹੀ ਪ੍ਰਾਰਥਨਾ ਕੀਤੀ ਇਹਨਾਂ ਨੇ, ਆਓ ਜੀ ਪ੍ਰਾਰਥਨਾ ਕਰੀਏ। ਤੇ ਮੈਂ ਕਿਹਾ ਠੀਕ ਹੈ ਜੀ ਬਸ। ਤੇ ਮੇਰੇ ਮਨ 'ਚ ਖੁਦਾ ਨੇ ਪਾਇਆ, ਕਹਿੰਦੇ ਆਹ ਦੇਖ, ਕਹਿੰਦੇ ਇਹ ਜਗਤ ਆ, ਕਿਉਂਕਿ ਇਹਦਾ ਜਿਹੜੀਆਂ ਗੱਲਾਂ ਹੈਗੀਆਂ ਉਹ ਜਗਤ ਵਾਲੀਆਂ ਗੱਲਾਂ। ਜਦੋਂ ਵੀ ਅਸੀਂ ਕਿੱਦਾਂ ਪਹਿਚਾਨ ਕਰ ਸਕਦੇ? ਖੁਦਾਵੰਦ ਕਹਿੰਦੇ ਕਿ ਤੇਰੇ ਕੋਲ ਨਿਆਂ ਕਰਨ ਦਾ ਅਧਿਕਾਰ ਨਹੀਂ ਹੈ, ਤੇਰੇ ਕੋਲ ਪਰਖ ਦਾ ਅਧਿਕਾਰ ਹੈਗਾ ਕਰਨ ਦਾ। ਨਿਆਂ ਕਰਨ ਵਾਲਾ ਕੌਣ ਹੈਗਾ ਆ? ਪਰਮੇਸ਼ਰ, ਖੁਦਾਵੰਦ ਪ੍ਰਭੂ ਯਿਸੂ ਮਸੀਹ। ਲੇਕਿਨ ਪਰਖ ਕਰਨ ਦੀ ਸਾਨੂੰ ਖੁਦਾ ਨੇ ਕਹੀ ਹੈ ਨਿਕਲ, ਕਹਿੰਦੇ ਹਰੇਕ ਆਤਮਾ ਨੂੰ ਤੁਸੀਂ ਕੀ ਕਰੋ? ਪਰਖੋ ਕਿ ਉਹ ਖੁਦਾ ਵੱਲੋਂ ਆ ਕਿ ਉਹ ਸ਼ੈਤਾਨ ਵੱਲੋਂ ਹੈਗੀ ਹੈ। ਹਾਲੇਲੂਇਆ, ਹਾਲੇਲੂਇਆ। ਤੇ ਜੇ ਸਾਨੂੰ ਪਵਿੱਤਰ ਆਤਮਾ ਮਿਲਿਆ ਤੇ ਸਾਨੂੰ ਪਵਿੱਤਰ ਆਤਮਾ ਜੀ ਉਸ ਗੱਲ ਦੀ ਪਰਖ ਦਿੰਦੇ ਆ। ਇਹ ਵਚਨ ਕਹਿੰਦਾ ਕਿ ਕੋਈ ਵੀ ਇਨਸਾਨ ਜਿਹੜਾ ਪਰਫੈਕਟ ਨਹੀਂ ਹੈ, ਲੇਕਿਨ ਪਰਫੈਕਟ ਬਣ ਸਕਦਾ। ਉਹਦਾ ਇੱਕੋ ਹੀ ਕਾਰਨ ਆ, ਜੇ ਅਸੀਂ ਚੂਜ਼ ਕਰਾਂਗੇ ਅੱਜ। ਹਾਲੇਲੂਇਆ। ਇਹ ਮੇਰੇ ਉੱਪਰ ਡਿਪੈਂਡ ਕਰਦਾ ਕਿ ਮੈਂ ਚੂਜ਼ ਕੀ ਕਰਦਾ ਪਿਆ, ਕਿ ਮੈਂ ਖੁਦਾ ਦਾ ਕਲਾਮ ਚੂਜ਼ ਕਰਦਾ ਪਿਆ। ਮੈਂ ਕਹਿਣਾ ਤਾਂ ਹੈਗਾ ਮੈਨੂੰ ਪਵਿੱਤਰ ਆਤਮਾ ਮਿਲਿਆ, ਪਰ ਪਵਿੱਤਰ ਆਤਮਾ ਦੇ ਕੰਮ ਕਿੱਥੇ ਹੈਗੇ ਮੇਰੇ ਜੀਵਨ ਦੇ ਵਿੱਚ? ਖੁਦਾਵੰਦ ਵਿੱਚ ਸਾਨੂੰ ਕਹਿੰਦਾ ਮੈਂ ਤੁਹਾਨੂੰ ਸੱਚਾਈ ਦਾ ਆਤਮਾ ਦਊਂਗਾ, ਜਿਹੜਾ ਸੱਚਾਈ ਦਾ ਆਤਮਾ ਹੈ। ਲੇਕਿਨ ਮੇਰੇ ਦਿਲ ਦੇ ਵਿੱਚ ਤਾਂ ਝੂਠ, ਫਰੇਬ, ਹਰ ਤਰ੍ਹਾਂ ਦਾ ਨਾਚ ਗਾਨ, ਹਰ ਤਰ੍ਹਾਂ ਦੀ ਮੇਰੇ ਅੰਦਰ ਦੁਨਿਆਵੀ ਗੱਲ ਭਰੀ ਹੋਈ ਹੈ। ਤੇ ਮੈਂ ਕਿੱਦਾਂ ਕਹਿ ਸਕਦਾ ਕਿ ਮੇਰੇ ਅੰਦਰ ਸੱਚਾਈ ਦਾ ਆਤਮਾ ਕੰਮ ਕਰਦਾ ਹੈ? अन्य भाषा बोलने नाल तुसीं साबित नहीं कर सकते कि हाँ जी तुहाडे अंदर आत्मा काम करदा पिया। आत्मा दे जिहड़े हैगे फलां दे अनुसार तुहाडा जिहड़ा हैगा आ सुभाव पता लगदा कि इस इंसान दे विच पवित्र आत्मा दे फल हैगे आ। ओहदी हमेशा कोशिश की होगी जिहदे विच पवित्र आत्मा होगा ओहदी कोशिश यही होगी कि हमेशा सवेरे शाम खुदाबंद दा ओहदा दिल जिहड़ा होगा खुदाबंद दे विच लगूगा, वो खुदाबंद नूं लभी जाऊगा। हालेलुया आमीन। जे तुहानूं सुस्ती पैंदी तुसीं थोड़ा अखां 'च पानी मार लो। आई एम गुड, थैंक यू। अच्छा जी, क्योंकि कल इस रात में असीं बहुत ट्रैवल करके आए तो वो सारे को सो भी नहीं होया तो तां भी असीं खुदा ने सानूं हिम्मत दी कि असीं अज खड़े होइए। हालेलुया हालेलुया। हाँ जी, मैं तां ही कहा भी तुसीं जदों तुहानूं इदां फील होवे कि तुहानूं सुस्ती पैंदी पई है या तुहानूं समझ नहीं आ रही, तुसीं जोर दे अपने आप नूं की कहना है हालेलुया। हालेलुया। लो जी सुन लो, हालेलुया प्रेज टू गॉड। सच्चाई दा आत्मा उस इंसान च काम करदा है जिहड़ा इंसान खुदा नूं मौका देऊगा अपने जीवन च काम करन दा। प्रभु दे वचन असीं किस गल पढ़दे, कहंदे तुसीं शैतान नूं मौका ना दिओ कि तुहाडे जीवन नूं की करे ओह डिस्ट्रॉय करे। असीं खुदावंद नूं मौका देना कि साडे जीवन नूं की करे ओह बनावे जी। अर्थात सच्चाई दा आत्मा जिहनूं जगत नहीं पा सकदा, जगत नहीं पा सकदा। जिहड़े इंसान दा ध्यान वर्ल्ड दे विच हैगा, वर्ल्डली थिंग्स विच हैगा आ, संसारिक गल्लां च हैगा, ओहनूं पवित्र आत्मा नहीं पा सकदा। वो पवित्र आत्मा नूं नहीं पा सकदा। हालेलुया। क्योंकि पवित्र आत्मा की हैगा पवित्र डेलीकेट आ। वो जरा जिहा भी पाप या जरा जिहा भी sin इवन तुसीं जिस कोई सोच भी लैंदे आ उत्थे ठहरदा नहीं कदी भी हैगा। वो चुप हो जाता, वो साइड ते हो जाता। तां ही वचन लिखा कहंदे तुसीं आत्मा नूं की ना करो, बुझाओ ना, शोकित ना करो आत्मा नूं, क्योंकि इहदी बड़ी वड्डी भरपाई देनी पैनी एक दिन। हालेलुया। कहंदे जगत नहीं पा सकदा। क्यों नहीं पा सकदा जगत? इस गल हाँ जी पढ़िए जी।
ਜਗਤ ਨਹੀਂ ਪਾ ਸਕਦਾ ਕਿਉਂ? ਕਿਉਂ ਜੋ ਉਹ ਉਸ ਨੂੰ ਵੇਖਦਾ ਨਹੀਂ, ਉਹਨੂੰ ਵੇਖਦਾ ਨਹੀਂ, ਪਹਿਲੀ ਗੱਲ ਨਾ ਉਹ ਉਸ ਨੂੰ ਜਾਣਦਾ ਨਾ ਹੈ। ਉਹਨੂੰ ਜਾਣਦਾ ਹੈ। ਅਗਲੀ ਗੱਲ, ਨਾ ਉਸ ਨੂੰ ਜਾਣਦਾ ਹੈ। ਹਾਂ ਤੁਸੀਂ ਉਹਨੂੰ ਜਾਣਦੇ ਹੋ ਹਾਂ। ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਹਾਂ। ਅਤੇ ਤੁਹਾਡੇ ਵਿੱਚ ਹੋਵੇਗਾ। ਦੇਖੀਏ ਇੱਥੇ ਧਿਆਨ ਦੇਖੀਏ, ਇੱਥੇ ਨਾ ਦੋ ਗੱਲਾਂ, ਜੇ ਤੁਸੀਂ ਮੇਰੇ ਵੱਲ ਧਿਆਨ ਦੋਗੇ ਥੋੜਾ ਜਿਹਾ ਤੁਹਾਨੂੰ ਇਸ ਗੱਲ ਨੂੰ ਸਮਝ ਆਊਗੀ। ਇੱਥੇ ਦੋ ਗੱਲਾਂ ਕਹੀਆਂ ਉਹਨਾਂ ਨੇ। ਪਹਿਲੀ ਗੱਲ ਕੀ ਕਹੀ ਉੱਥੇ? ਕਹਿੰਦਾ ਜਗਤ ਨੂੰ ਇਸ ਲਈ ਨਹੀਂ ਪਾ ਸਕਦਾ ਕਿਉਂਕਿ ਜਗਤ ਉਹਨੂੰ ਵੇਖ ਨਹੀਂ ਸਕਦਾ, ਹਾਂਜੀ, ਤੇ ਜਗਤ ਉਹਨੂੰ ਜਾਣਦਾ ਨਹੀਂ। ਇੱਥੇ ਦੋ ਗੱਲਾਂ ਆ। ਇੱਕ ਕਹਿੰਦਾ ਵੇਖਣਾ, ਵੇਖਣ ਤੋਂ ਬਾਅਦ ਕੀ ਹੁੰਦਾ ਹੈ? ਜਾਣਨਾ। ਜਦੋਂ ਤੁਸੀਂ ਯੋਹੰਨਾ ਦੀ ਪਹਿਲੀ ਪੱਤਰੀ ਮੇਰੇ ਖਿਆਲ ਪੜ੍ਹਦੇ, ਉੱਥੇ ਇਸ ਗੱਲ ਲਿਖਿਆ, ਕਹਿੰਦੇ ਕਿ ਜੌਨ ਨੇ ਕੀ ਕਿਹਾ? ਕਹਿੰਦਾ ਮੈਂ ਖੁਦਾਵੰਦ ਪ੍ਰਭੂ ਯਿਸੂ ਮਸੀਹ ਨੂੰ ਆਪਣੀ ਅੱਖਾਂ ਨਾਲ ਦੇਖਿਆ ਹੈ, ਹਾਲੇਲੂਇਆ। ਤੇ ਕਹਿੰਦੇ ਮੈਨੂੰ ਟੱਚ ਵੀ ਕੀਤਾ ਆਪਣੇ ਹੱਥਾਂ ਦੇ ਨਾਲ। ਕਹਿੰਦੇ ਅਸੀਂ ਉਹਦੇ ਸੰਗ ਰਹੇ ਹਾਂ, ਅਸੀਂ ਉਹਨਾਂ ਖਾਂਦੇ ਪੀਂਦੇ ਰਹੇ ਹਾਂ, ਅਸੀਂ ਉਹਨੂੰ ਦੇਖਦੇ ਰਹੇ ਹਾਂ ਵੀ ਪ੍ਰਭੂ ਦਾ ਵਚਨ, ਪਰਮੇਸ਼ਵਰ ਦੇ ਨਾਲ ਅਸੀਂ ਰਹੇ ਹਾਂ। ਇਹ ਕਿਹੜੀ ਗੱਲ ਕਰਦਾ ਪਿਆ ਇੱਥੇ? ਉਹ ਕਹਿੰਦਾ ਕਿ ਇਹ ਉਸ ਨੂੰ ਵੇਖ ਨਹੀਂ ਸਕਦਾ ਕਿਉਂਕਿ ਜਦੋਂ ਸਾਡੇ ਜੀਵਨ ਦੇ ਵਿੱਚ ਕਲਾਮ ਨਹੀਂ ਹੁੰਦਾ ਅਸੀਂ ਖੁਦਾਵੰਦ ਨੂੰ ਵੇਖ ਨਹੀਂ ਸਕਦੇ। ਹਾਲੇਲੂਇਆ। ਅਸੀਂ ਉਹਦੀ ਆਤਮਾ ਨੂੰ ਦੇਖ ਨਹੀਂ ਸਕਦੇ ਕਿਉਂਕਿ ਉਹਦੀ ਆਤਮਾ ਦੀ ਗੱਲਾਂ ਸਾਡੇ ਦਿਲ 'ਚ ਕੀ ਹੁੰਦੀਆਂ ਵੀ ਕੰਮ ਕਰਨੀਆਂ ਸ਼ੁਰੂ ਕਰ ਦਿੰਦੀਆਂ। ਕਦੋਂ ਸ਼ੁਰੂ ਕਰਦੀਆਂ? ਜਦੋਂ ਅਸੀਂ ਬਾਈਬਲ ਦੇ ਨਾਲ ਸਾਡਾ ਜਦੋਂ ਜੀਵਨ ਅੱਛਾ ਹੁੰਦਾ ਹੈ। ਵੇਖਣਾ ਅਸੀਂ ਕਿੱਦਾਂ ਵੇਖ ਸਕਦੇ ਹਾਂ? ਅਸੀਂ ਵੇਖ ਸਕਦੇ ਹਾਂ ਕਲਾਮ ਨੂੰ ਖੋਲ ਕੇ, ਪੜ੍ਹ ਕੇ। ਜਦੋਂ ਅਸੀਂ ਕਲਾਮ ਨੂੰ ਪੜ੍ਹਦੇ ਹਾਂ ਤੇ ਕਲਾਮ ਸਾਡੇ ਵਿੱਚ ਸਾਨੂੰ ਫਿਰ ਦੇਖਣਾ ਸ਼ੁਰੂ ਹੋ ਜਾਂਦੀਆਂ ਗੱਲਾਂ। ਫਿਰ ਤਾਂ ਹੀ ਕਿਹਾ ਉੱਥੇ, ਕਹਿੰਦੇ ਆਤਮਾ ਜਦੋਂ ਮੈਂ ਤੁਹਾਨੂੰ ਦਊਂਗਾ ਤੁਹਾਨੂੰ ਉਹ ਆਉਣ ਵਾਲੀਆਂ ਗੱਲਾਂ ਦੱਸੂਗਾ। ਉਹ ਆਉਣ ਵਾਲੀਆਂ ਗੱਲਾਂ ਤੁਹਾਨੂੰ ਕਿੱਦਾਂ ਦੱਸੂਗਾ ਕਲਾਮ? ਜਦੋਂ ਤੁਸੀਂ ਉਹਨੂੰ ਪੜ੍ਹੋਗੇ। ਆਉਣ ਵਾਲਾ ਸਮਾਂ ਜਿਹੜਾ ਤੁਹਾਡਾ ਹੈਗਾ ਆ, ਤੁਸੀਂ ਕਿੱਦਾਂ ਦੇ ਹੋਵੋਗੇ? ਤੁਹਾਨੂੰ ਖੁਦਾਵੰਦ ਮੰਡ ਚੋਂ ਕੱਢ ਕੇ, ਕਿਚੜ ਚੋਂ ਕੱਢ ਕੇ ਤੁਹਾਨੂੰ ਖੁਦਾਵੰਦ ਕਿੱਥੇ ਬਿਠਾਊਗਾ? ਅਰਸ਼ਾਂ ਦੇ ਉੱਪਰ। ਉਦੋਂ ਇਹ ਜਿਹੜਾ ਮੱਡ, ਜਿਹੜਾ ਕਿਚੜ ਕੀ ਹੈਗਾ ਆ? ਇਹ ਉਹੀ ਚਿੱਕੜ ਆ ਜਿਸ 'ਚ ਅਸੀਂ ਅੱਜ ਫਸੇ ਹੋਏ ਹਾਂ ਕਿਉਂਕਿ ਅਸੀਂ ਵਰਲਡਲੀ ਲੋਕ ਆ। ਜੇ ਅਸੀਂ ਆਪਣੀ ਜਾਂਚ ਕਰੀਏ ਕਲਾਮ ਦੇ ਹਿਸਾਬ ਨਾਲ ਤੇ ਸਾਨੂੰ ਅਸੀਂ ਦੇਖ ਸਕਦੇ ਕਿ ਅਸੀਂ, ਸਾਡੇ ਅੰਦਰ ਪੂਰਾ ਸੰਸਾਰ ਭਰਿਆ ਹੋਇਆ। ਸਾਡੇ ਅੰਦਰ ਸਾਨੂੰ ਸੰਸਾਰ 'ਚ ਜਾਣ ਦੀ ਲੋੜ ਨਹੀਂ ਹੈ, ਸਾਡੇ ਅੰਦਰ ਹੀ ਸੰਸਾਰ ਭਰਿਆ ਹੋਇਆ। ਹਾਲੇਲੂਇਆ। ਕਿਉਂਕਿ ਵਚਨ ਦੱਸਦਾ ਕਿ ਜਿਹੜਾ ਦਿਲ ਹੈਗਾ ਆ ਉਹਦੇ ਅੰਦਰ ਹੀ ਸਭ ਕੁਝ ਆ। ਜਦੋਂ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਚੇਲੇ ਹੱਥ ਨਹੀਂ ਧੋਤੇ ਸੀ ਤੇ ਉਹ ਕਹਿੰਦੇ ਕਿ ਤੇਰੇ ਚੇਲੇ ਹੱਥ ਨਹੀਂ ਧੋਂਦੇ ਖੁਦਾਵੰਦ। ਉਹ ਕਹਿੰਦੇ ਕਿ ਜੋ ਕੁਝ ਤੁਸੀਂ ਮੂੰਹ ਨਾਲ ਖਾਂਦੇ ਆ ਨਾ, ਕਹਿੰਦੇ ਤੁਹਾਡੇ ਪੇਟ 'ਚ ਜਾਂਦਾ ਤੇ ਉਹ ਸੰਡਾਸ ਰਾਹੀਂ ਬਾਹਰ ਨਿਕਲ ਜਾਂਦਾ, ਲੇਕਿਨ ਜੋ ਕੁਝ ਤੁਹਾਡੇ ਦਿਲੋਂ ਨਿਕਲਦੀਆਂ ਗੱਲਾਂ, ਭੈੜੀਆਂ ਗੱਲਾਂ ਨਿਕਲਦੀਆਂ, ਉਹ ਕਹਿੰਦੇ ਤੁਹਾਨੂੰ ਖਰਾਬ ਕਰਦੀਆਂ। ਝੂਠ, ਫਰੇਬ, ਨਿੰਦਾ, ਸ਼ਰਾਬਾਂ ਪੀਣੀਆਂ, ਗਾਲਾਂ ਕੱਢਣੀਆਂ, ਨਾਚ ਨੱਚਣੇ, ਇਹ ਗੱਲਾਂ ਸਾਡੇ ਜੀਵਨ ਦੇ ਵਿੱਚ ਸਾਨੂੰ ਕੀ ਕਰਦੀਆਂ? ਡਿਸਟਰੋਏ ਕਰਦੀਆਂ। ਲੇਕਿਨ ਜਿਹੜੇ ਅੰਦਰ ਪਵਿੱਤਰ ਆਤਮਾ ਹੋਊਗਾ ਉਹਦੇ ਅੰਦਰ ਪਵਿੱਤਰ ਆਤਮਾ ਦੇ ਫਲ ਵੀ ਹੋਣਗੇ। ਉਹ ਆਪਣੇ ਆਪ ਨੂੰ ਕੰਟਰੋਲ 'ਚ ਰੱਖੂਗਾ, ਸੰਯਮ ਕਰੂਗਾ ਵੀ ਨਹੀਂ, ਮੈਂ ਇਹਨਾਂ ਗੱਲਾਂ ਵਿੱਚ ਨਹੀਂ ਜਾਣਾ ਹੈਗਾ। ਉਹ ਸਮਝੂਗਾ ਕਿਉਂ? ਕਿਉਂਕਿ ਉਹਨੇ ਕਲਾਮ ਨੂੰ ਉਹ ਜਾਣਦਾ। ਅਸੀਂ ਜਦੋਂ ਅੱਗੇ ਪੜ੍ਹਦੇ ਹਾਂ, ਕਹਿੰਦੇ ਇਹ ਸੰਸਾਰ ਇਸ ਨੂੰ ਪਾ ਸਕਦਾ ਕਿਉਂਕਿ ਨਾ ਤਾਂ ਉਹਨੂੰ ਵੇਖ ਸਕਦਾ ਉਹ ਤੇ ਨਾ ਹੀ ਉਹਨੂੰ ਉਹ ਜਾਣ ਵੀ ਨਹੀਂ ਸਕਦਾ ਉਹ। ਲੇਕਿਨ ਵਚਨ 'ਚ ਕੀ ਲਿਖਿਆ? ਜਦੋਂ ਅਸੀਂ ਪਹਿਲਾ ਕੁਰਿੰਥੀਆਂ 1:9 ਪੜ੍ਹਦੇ ਹਾਂ, ਉੱਥੇ ਕਿਹਾ ਕਿ ਪਰਮੇਸ਼ਵਰ ਕੀ ਹੈਗਾ ਆ? ਸੱਚਾ। ਮੈਂ ਚਾਹੁੰਦਾ ਕਿ ਅਸੀਂ ਇਸ ਗੱਲ ਪੜ੍ਹਾਂਗੇ ਜ਼ਰੂਰ ਇੱਕ ਵਾਰੀ ਜੀ। ਪਹਿਲਾ ਕੁਰਿੰਥੀਆਂ ਮੇਰੇ ਖਿਆਲ ਨਾਲ 1:9 'ਚ ਲਿਖਿਆ, ਮੇਰੇ ਖਿਆਲ ਨਾਲ, ਜਿੱਦਾਂ ਮੇਰਾ ਆਈਡੀਆ ਜੀ। ਪਹਿਲਾ ਕੁਰਿੰਥੀਆਂ ਹਾਂਜੀ ਤੇ 1:9। ਹਾਂਜੀ। ਪਰਮੇਸ਼ਰ ਵਫਾਦਾਰ ਹੈ, ਹਾਂਜੀ, ਜਿਹਦੇ ਰਾਹੀਂ ਤੁਸੀਂ ਉਹਦੇ ਪੁੱਤਰ ਯਿਸੂ ਮਸੀਹ ਸਾਡੇ ਪ੍ਰਭੂ ਦੀ ਸੰਗਤ ਲਈ ਸੱਦੇ ਗਏ ਸੋ। ਪ੍ਰੇਜ਼ ਦ ਲਾਰਡ। ਕਹਿੰਦੇ ਪਰਮੇਸ਼ਵਰ ਵਫਾਦਾਰ ਆ, ਜਿਹਨੇ ਤੁਹਾਨੂੰ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੀ ਸੰਗਤੀ ਵਾਸਤੇ ਬੁਲਾਇਆ ਹੈ। ਇਸ ਕਰਕੇ ਤੁਹਾਨੂੰ ਪਵਿੱਤਰ ਆਤਮਾ ਦਿੱਤਾ ਗਿਆ ਹੈ। ਹਾਲੇਲੂਇਆ। ਅਸੀਂ ਇਸ ਗੱਲ ਨੂੰ ਪੜਾਂਗੇ ਹਿੰਦੀ ਦੇ ਵਿੱਚ। ਹਿੰਦੀ 'ਚ ਇੱਕ ਬਹੁਤ ਅੱਛਾ ਸ਼ਬਦ ਲਿਖਿਆ ਹੈ। ਹਾਂਜੀ, ਪੜ੍ਹੀਏ ਜੀ। ਕਿਉਂਕਿ ਪਰਮੇਸ਼ਵਰ ਸੱਚਾ ਹੈ। ਹਾਂ, ਇਹ ਗੱਲ ਕਿਉਂਕਿ ਕਹਿੰਦਾ ਪਰਮੇਸ਼ਵਰ ਕਿਆ ਹੈ? ਸੱਚਾ ਹੈ। ਅਸੀਂ ਬੋਲਾਂਗੇ ਪਰਮੇਸ਼ਵਰ ਸੱਚਾ ਹੈ। ਜ਼ੋਰ ਦੀ ਬੋਲਾਂਗੇ ਅਸੀਂ, ਪਰਮੇਸ਼ਵਰ ਸੱਚਾ ਹੈ। ਪਰਮੇਸ਼ਵਰ ਸੱਚਾ ਹੈ, ਝੂਠਾ ਨਹੀਂ ਹੈ। ਜਿਹਦੇ ਅੰਦਰ ਪਰਮੇਸ਼ਵਰ ਦਾ ਆਤਮਾ ਹੈਗਾ ਆ, ਅਸੀਂ ਹੁਣੇ ਪੜਿਆ ਕਿ ਸੱਚ ਦਾ ਆਤਮਾ ਦਿੱਤਾ ਜਾਊਗਾ ਉਹਨੂੰ, ਜਿਸਨੇ तुमको अपने पुत्र हमारे प्रभु यीशु मसीह की संगति में बुलाया है। देखिए कितनी प्यारी गल नहीं हैगी है। परमेश्वर सच्चा है जिन्हें तुहानू प्रभु यीशु मसीह की संगति दे वास्ते बुलाया ते उत्थे प्रभु यीशु मसीह सुरज बैठ के की कहंदे मैं प्रभु नू कि पिता परमेश्वर इहनू आत्मा दा दान दे दे। दोने पिता ते पुत्र की करदे पे हो? दोने एक दूजे नाल मिल के सिर्फ साडे लई, साडे वास्ते, तुहाडे वास्ते की करदे पे हो? ਉਹ ਸਾਨੂੰ ਬਚਾਉਣਾ ਚਾਹੁੰਦੇ ਆ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੀ ਹਨ ਇਹ ਜਿਵੇਂ ਬੱਚੇ ਹੈਗੇ ਕੀ ਹੋ ਜਾਣੇ ਇਹ ਬਚ ਜਾਣ ਇਹ ਨਰਕ ਦੀ ਅੱਗ ਦੇ ਵਿੱਚੋਂ। ਕਿਉਂਕਿ ਆਉਣ ਵਾਲੀ ਜਿਹੜੀ ਨਰਕ ਦੀ ਅੱਗ ਹੈਗੀ ਉਹ ਬਹੁਤ ਭਿਆਨਕ ਹੈਗੀ ਆ, ਉਹ ਬਹੁਤ ਹੀ ਭਿਆਨਕ ਆ। ਉਹਦਾ ਕਹਿੰਦੇ ਕੀੜਾ ਕਦੀ ਨਹੀਂ ਮਰਦਾ ਉੱਥੇ। ਇਸ ਕਰਕੇ ਅੱਜ ਜਿਹੜਾ ਹੈਗਾ ਦੁਨੀਆ ਦੇ ਵਿੱਚ ਇਹ ਸਭ ਗੱਲਾਂ ਜਿਹੜੀਆਂ ਹੈਗੀਆਂ ਫੈਲੀਆਂ ਪਈਆਂ। ਖੁਦਾਵੰਦ ਦੀ ਆਵਾਜ਼ ਨੂੰ ਕੋਈ ਨਹੀਂ ਸੁਣਨਾ ਚਾਹੁੰਦਾ।
ਲੇਕਿਨ ਖੁਦਾਵੰਦ ਦੀ ਆਵਾਜ਼ ਨੂੰ ਉਹੀ ਸੁਣਨਗੇ ਜਿਹੜੇ ਉਹਦੇ ਸੱਦੇ ਹੋਏ ਲੋਕ ਆ, ਉਹਦੇ ਚੂਜ਼ ਕੀਤੇ ਹੋਏ ਲੋਕ ਆ। ਉਹ ਖੁਦਾਵੰਦ ਦੀ ਆਵਾਜ਼ ਨੂੰ ਕੀ ਕਰਨਗੇ? ਸੁਣਨਗੇ ਔਰ ਸੁਣਦੇ ਵੀ ਹੈਗੇ। ਅੱਜ ਉਹਨਾਂ ਲੋਕਾਂ ਕਰਕੇ ਹੀ ਇਹ ਦੁਨੀਆ ਬਚੀ ਪਈ ਹੈ। ਜੇ ਉਹ ਲੋਕ ਦੁਨੀਆ ਚੋਂ ਕੱਢ ਦਿੱਤੇ ਜਾਣ ਤੇ ਖੁਦਾਵੰਦ ਦਾ ਨਿਆਂ ਅੱਜ ਹੀ ਆ ਜਾਵੇ ਇਸ ਵਰਲਡ ਦੇ ਉੱਪਰ। ਵਾਪਸ ਜਾਵਾਂਗੇ ਉਸੇ ਗੱਲ ਦੇ ਵਿੱਚ, ਕਿਉਂਕਿ ਕਹਿੰਦਾ ਕਿ ਇਹ ਜਿਹੜਾ ਦੁਨੀਆ ਹੈਗੀ ਹੈ, ਇਸ ਕਰਕੇ ਇਹ ਦੁਨੀਆ ਉਹਨੂੰ ਨਾ ਹੀ ਜਾਣ ਸਕਦੀ, ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਬਾਈਬਲ ਦਾ ਖੁਦਾ ਕਿੱਦਾਂ ਦਾ ਖੁਦਾ ਹੈਗਾ। ਵਾਪਸ ਚਲਾਂਗੇ ਯਹੋਨਾ ਦੀ ਅੰਜੀਲ 14 ਅਧਿਆਇ ਉਹਦੀ 17-18। ਮੇਰਾ ਬਚਨਾ ਜ਼ਿਆਦਾ ਵੱਡਾ ਨਹੀਂ ਹੈਗਾ, ਲੇਕਿਨ ਮੈਂ ਚਾਹਾਂਗਾ ਅਸੀਂ ਟੱਚ ਕਰਾਂਗੇ ਇਸ ਗੱਲ ਨੂੰ। ਅੱਗੇ ਜਿਹੜਾ ਨਾ ਤੁਹਾਨੂੰ ਵੇਖਦਾ ਹੈ ਨਾ ਉਹਨੂੰ ਜਾਣਦਾ ਹੈ, ਤੁਸੀਂ ਉਸ ਨੂੰ ਜਾਣਦੇ ਹੋ। ਹਾਲੇਲੂਇਆ। ਕਹਿੰਦਾ ਤੁਸੀਂ ਉਹਨੂੰ ਜਾਣਦੇ ਆ। ਜਿਹੜੇ ਲੋਕ ਪਵਿੱਤਰ ਆਤਮਾ ਪਾਏ ਲੋਕ ਹੈਗੇ ਆ, ਉਹ ਕੀ ਕਰਦੇ ਆ? ਖੁਦਾਵੰਦ ਦੇ ਵਚਨ ਨੂੰ ਜਾਣਦੇ ਆ। ਪ੍ਰਭੂ ਯਿਸੂ ਮਸੀਹ ਨੂੰ ਕੀ ਹੈਗੇ? ਉਹ ਜਾਣਦੇ ਆ। ਪਵਿੱਤਰ ਆਤਮਾ ਨੂੰ ਕੀ ਹੈਗੇ? ਉਹ ਜਾਣਦੇ ਆ, ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ। ਕਹਿੰਦਾ ਉਹ ਤੁਹਾਡੇ ਕੀ ਕਰਦਾ ਹੈ? ਤੁਹਾਡੇ ਸੰਗ ਰਹਿੰਦਾ ਹੈ। ਕਿੱਦਾਂ ਸੰਗ ਰਹਿੰਦਾ ਆ? ਜਦੋਂ ਅਸੀਂ ਉਹਦੇ ਵਿੱਚ ਰਹਿੰਦੇ। ਦੇਖੀ ਵਚਨ 'ਚ ਕੀ ਲਿਖਿਆ? ਪ੍ਰਭੂ ਕਹਿੰਦੇ ਜੇ ਤੂੰ ਮੇਰੇ 'ਚ ਬਣਿਆ ਰਵੇਂ ਤਾਂ ਮੈਂ ਤੇਰੇ 'ਚ ਬਣਿਆ ਰਹਾਂਗਾ। ਤੇ ਫਿਰ ਕੀ ਹੋਊਗਾ? ਜੋ ਤੂੰ ਕਹੂੰਗਾ ਉਹ ਤੇਰੇ ਲਈ ਹੋ ਜਾਵੇਗਾ। ਹਾਲੇਲੂਇਆ। ਤੇ ਮੇਰੇ ਖਿਆਲ ਉੱਥੇ ਅਸੀਂ ਇਸ ਗੱਲ ਪੜ੍ਹਦੇ ਹਾਂ ਕਿ ਤੂੰ ਮੇਰੇ 'ਚ ਕਿੱਦਾਂ ਰਹਿ ਸਕਦਾ? ਕਹਿੰਦੇ ਜੇ ਮੇਰਾ ਵਚਨ ਤੇਰੇ 'ਚ ਬਣਿਆ ਰਵੇ ਤਾਂ ਹਾਲੇਲੂਇਆ। ਤੂੰ, ਮੈਂ ਇਸ ਗੱਲ ਤੋਂ ਕਹੂੰਗਾ ਕਿ ਤੂੰ ਮੈਨੂੰ ਪਿਆਰ ਕਰਦਾ, ਤੂੰ ਮੇਰੇ ਵਿੱਚ ਬਣਿਆ ਹੋਇਆ। ਜਿਸ ਇਨਸਾਨ ਦੇ ਵਿੱਚ ਖੁਦਾ ਦਾ ਵਚਨ ਨਹੀਂ ਹੈਗਾ, ਬਾਈਬਲ ਨਹੀਂ ਹੈਗੀ, ਉਹ ਇਹ ਨਹੀਂ ਕਹਿ ਸਕਦਾ ਕਿ ਪ੍ਰਭੂ ਮੇਰੇ 'ਚ ਬਣਿਆ ਹੋਇਆ ਜਾਂ ਮੈਂ ਪਵਿੱਤਰ ਆਤਮਾ ਪਾਇਆ ਹੋਇਆ ਹੈਗਾ। ਹਾਲੇਲੂਇਆ। ਹਾਲੇਲੂਇਆ। ਸਾਨੂੰ ਖੁਦਾਵੰਦ ਨੂੰ ਆਪਣੇ ਜੀਵਨ 'ਚ ਕਿੱਦਾਂ ਲੈ ਕੇ ਆ ਸਕਦੇ ਹਾਂ? ਸਰ ਕੋ ਇੱਕੋ ਆਸਾਨ ਤਰੀਕਾ ਆ, ਉਹ ਹੈਗਾ ਆ ਵਚਨ ਤੇ ਵਚਨ। ਉਹਨੂੰ ਪੜ੍ਹੋ, ਉਹਨੂੰ ਰੀਡ ਕਰੋ, ਤਾਂ ਕਿ ਖੁਦਾਵੰਦ ਜਦੋਂ ਅਸੀਂ ਹੁਣੀ ਇਸ ਗੱਲ ਪੜਾਂਗੇ ਕਿ ਕਿੱਦਾਂ ਸਾਡੇ ਜੀਵਨ 'ਚ ਕੰਮ ਕਰਦਾ ਵਚਨ। ਹਾਲੇਲੂਇਆ। ਅਸੀਂ ਜਾਵਾਂਗੇ ਕਿਉਂਕਿ ਸਾਡੀ ਮਦਦ ਕੀਤੀ ਜਾਂਦੀ ਹੈ ਜਦੋਂ ਸਾਨੂੰ ਆਤਮਾ ਦਿੱਤਾ ਜਾਂਦਾ। ਅਸੀਂ ਇਸੇ ਹੀ ਵਿੱਚ ਰਵਾਂਗੇ। ਅਸੀਂ ਇਹਦੀ 25 ਆਇਤ ਪੜਾਂਗੇ, 25 ਤੇ 26 ਆਇਤ ਪੜਾਂਗੇ। ਅੱਛਾ ਜੀ, ਯਹੋਨਾ 14 ਦੀ 25 ਤੋਂ 26। ਹਾਂਜੀ, ਅਸੀਂ ਇਹਦੇ ਵਿੱਚ ਰਵਾਂਗੇ। ਪ੍ਰੇਜ਼ ਦ ਲਾਰਡ। ਮੈਂ ਇਹ ਗੱਲਾਂ ਤੁਹਾਡੇ ਨਾਲ ਰਹਿੰਦਿਆਂ ਤੁਹਾਨੂੰ ਆਖੀਆਂ ਹਨ, ਪਰ ਉਹ ਸਹਾਇਕ ਅਰਥਾਤ ਪਵਿੱਤਰ ਆਤਮਾ ਜਿਹਨੂੰ ਪਿਤਾ ਮੇਰੇ ਨਾਲ ਉੱਤੇ ਕੱਲੇਗਾ, ਸੋ ਤੁਹਾਨੂੰ ਸਭੋ ਕੁਝ ਸਿਖਾਲੇਗਾ। ਹਾਂਜੀ, ਤੁਹਾਨੂੰ ਕਹਿੰਦਾ ਸਭ, ਜਦੋਂ ਮੈਂ ਤੁਹਾਨੂੰ ਆਤਮਾ ਭੇਜੂੰਗਾ ਤੁਹਾਨੂੰ ਸਭ ਕੁਝ ਸਿਖਾਊਗਾ। ਹਾਲੇਲੂਇਆ। ਅਤੇ ਸਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਹੈ ਤੁਹਾਨੂੰ ਚੇਤੇ ਕਰਾਵੇਗਾ। ਪ੍ਰੇਜ਼ ਦ ਲਾਰਡ। ਪ੍ਰਭੂ ਕਹਿੰਦੇ ਜੋ ਕੁਝ ਮੈਂ ਤੁਹਾਨੂੰ ਆਖਿਆ। ਸਾਨੂੰ ਪ੍ਰਭੂ ਨੇ ਕਦੋਂ ਆਖਿਆ? ਇਹ ਤਾਂ ਪ੍ਰਭੂ ਗੱਲ ਕਰਦੇ ਪਏ ਜਦੋਂ ਪ੍ਰਭੂ ਆਪਣੇ ਚੇਲਿਆਂ ਨਾਲ ਗੱਲ ਕਰਦੇ ਪਏ ਸੀਗੇ। ਅੱਜ ਇਹ ਜਿਹੜੀ ਗੱਲ ਹੈਗੀ ਸਾਡੇ ਤੇ ਕਿੱਦਾਂ ਲਾਗੂ ਹੁੰਦੀ ਹੈ? ਹਾਲੇਲੂਇਆ। ਜਿਹੜੀ ਗੱਲ ਇੱਥੇ ਜਦੋਂ ਪ੍ਰਭੂ ਆਪਣੇ ਚੇਲਿਆਂ ਨੂੰ ਦੱਸਦੇ ਪਏ ਆ, ਤੇ ਇਹ ਗੱਲ ਅੱਜ ਦੇ ਸਮੇਂ ਦੇ ਵਿੱਚ, ਹੁਣ ਪ੍ਰਭੂ ਯਿਸੂ ਮਸੀਹ ਦੁਨੀਆ ਤੇ ਨਹੀਂ ਹੈਗੇ, ਹੁਣ ਪ੍ਰਭੂ ਯਿਸੂ ਮਸੀਹ ਸਵਰਗ ਦੇ ਵਿੱਚ ਰਹਿ ਕੇ ਪਿਤਾ ਦੇ ਦਾਹਿਨੇ ਔਰ ਬੈਠੇ ਆ। ਲੇਕਿਨ ਅੱਜ ਇਹ ਗੱਲ ਸਾਡੇ ਤੇ ਕਿੱਦਾਂ ਲਾਗੂ ਹੁੰਦੀ? ਮੇਰੇ ਤੇ ਕਿੱਦਾਂ ਲਾਗੂ ਹੁੰਦੀ ਹੈ? ਮੈਨੂੰ ਏਦਾਂ ਖੁਦਾ ਨੇ ਫਿਰ ਮੇਰੀ ਆਤਮਾ ਦੇ ਵਿੱਚ ਮੈਨੂੰ ਫਿਰ ਇਹ ਗੱਲ ਮੈਨੂੰ ਰਿਅਲਾਈਜ਼ ਕਰਾਈ ਕਿ ਖੁਦਾਵੰਦ ਜਿਹੜਾ ਵਚਨ ਹੈਗਾ, ਪਵਿੱਤਰ ਆਤਮਾ ਦਾ ਜਿਹੜਾ ਵਚਨ ਸਾਨੂੰ ਦਿੱਤਾ ਗਿਆ, ਬਾਈਬਲ ਸਾਨੂੰ ਦਿੱਤੀ ਗਈ ਹੈ। ਬਾਈਬਲ ਪ੍ਰਭੂ ਯਿਸੂ ਮਸੀਹ ਆ। ਹਾਲੇਲੂਇਆ। ਤੇ ਜਦੋਂ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਤੇ ਬਾਈਬਲ ਦੇ ਵਿੱਚ ਜਦੋਂ ਅਸੀਂ ਖੁਦਾ ਦੀਆਂ ਗੱਲਾਂ ਨੂੰ ਪੜ੍ਹਦੇ ਹਾਂ, ਉਹੀ ਗੱਲਾਂ ਪ੍ਰਭੂ ਇੱਥੇ ਕਹਿੰਦੇ ਪਏ, ਕਹਿੰਦੇ ਕਿ ਮੈਂ ਤੁਹਾਡੇ ਨਾਲ ਰਹਿੰਦੀਆਂ ਗੱਲਾਂ ਤਾਂ ਨਾ ਕੀਤੀਆਂ ਆ। ਇਹ ਉਹੀ ਗੱਲਾਂ ਆ ਜਿਹੜੀਆਂ ਮੈਂ ਤੁਹਾਨੂੰ ਰਹਿੰਦੇ ਕੀਤੀਆਂ, ਯਾਨੀ ਕਿ ਜਦ ਤੱਕ ਅਸੀਂ ਦੁਨੀਆ ਤੇ ਹੈਗੇ ਆ। ਔਰ ਪਰ ਕਹਿੰਦੇ ਮੈਂ ਤੁਹਾਨੂੰ ਸਹਾਇਕ ਦਊਂਗਾ। ਹਾਂਜੀ ਜੀ, ਮੈਂ ਤੁਹਾਨੂੰ ਸਹਾਇਕ ਦਊਂਗਾ। ਉਹ ਕੀ ਕਰੂਗਾ? ਉਹ ਹਾਂਜੀ ਪੜ੍ਹੀਏ ਜੀ ਉਸ ਗੱਲ ਨੂੰ। ਜੋ ਕੁਝ ਮੈਂ ਤੁਹਾਨੂੰ ਆਖਿਆ ਜੀ, ਪਰ ਉਹ ਸਹਾਇਕ ਤੁਹਾਨੂੰ ਸਭੋ ਕੁਝ ਸਿਖਾਲੇਗਾ। ਤੁਹਾਨੂੰ ਕਹਿੰਦਾ ਸਭ ਕੁਝ ਸਿਖਾਊਗਾ। ਉਹ ਤੁਹਾਨੂੰ ਪ੍ਰਾਰਥਨਾ ਕਰਨੀ ਵੀ ਸਿਖਾਊਗਾ। ਉਹ ਤੁਹਾਨੂੰ ਵਚਨ ਪੜ੍ਹਨਾ ਵੀ ਸਿਖਾਊਗਾ। ਉਹ ਤੁਹਾਨੂੰ ਦੁਨੀਆ ਦੇ ਵਿੱਚ ਰਹਿ ਕੇ, ਦੁਨੀਆ ਤੋਂ ਅਲੱਗ ਹੋ ਕੇ ਵੀ ਚੱਲਣਾ ਸਿਖਾਊਗਾ। ਉਹ ਹਾਲੇਲੂਇਆ। ਹਾਲੇਲੂਇਆ। ਲੇਕਿਨ ਕਦੋਂ? ਜਦੋਂ ਮੈਂ ਇੱਕ ਫੈਸਲਾ ਕਰੂੰਗਾ ਕਿ ਮੈਂ ਖੁਦਾ ਨਾਲ ਚੱਲਣਾ ਆ। ਸੌਰੀ, ਮੈਂ ਖੁਦਾ ਨਾਲ ਚੱਲਣਾ ਆ। ਹੋਰ ਕੋਈ ਚੱਲੇ ਚਾਹੇ ਨਾ ਚੱਲੇ, ਮੈਂ ਪ੍ਰਭੂ ਨਾਲ ਚੱਲਣਾ ਆ। ਚਾਹੇ ਮੇਰੇ ਸਾਰਾ ਪਰਿਵਾਰ ਇਸ ਇੱਕ ਪਾਸੇ ਹੋ ਜਾਵੇ ਤੇ ਮੈਂ ਪ੍ਰਭੂ ਨਾਲ ਅਲੱਗ ਚੱਲੂੰਗੀ। ਮੈਂ ਪ੍ਰਭੂ ਨਾਲ ਚੱਲੂੰਗਾ। ਕਿੱਦਾਂ ਚੱਲੂੰਗਾ? ਜਦੋਂ ਮੈਂ ਖੁਦਾਵੰਦ ਦੇ ਉਸ ਪਾਕ ਵਚਨ ਨੂੰ ਰੋਜ਼ ਪੜੂੰਗਾ ਤੇ ਪਵਿੱਤਰ ਆਤਮਾ ਕੀ ਕਰੂਗਾ? ਮੈਨੂੰ ਸਾਰੀ ਗੱਲਾਂ ਸਿਖਾਲੇਗਾ ਅਤੇ ਸਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਹੈ ਤੁਹਾਨੂੰ ਚੇਤੇ ਕਰਾਊਗਾ। ਪ੍ਰੇਜ਼ ਦ ਲਾਰਡ। ਅਸੀਂ ਕਿਸੇ ਘਰ ਗਏ ਸੀ ਸਿਡਨੀ, ਸਾਡੀ ਭੈਣ ਹੈਗੀ ਉੱਥੇ, ਸਾਡੇ ਭਾਜੀ ਦਿੰਦੇ ਇੱਕ, ਤੇ ਸਾਨੂੰ ਉਹਨਾਂ ਨੇ ਬੜੇ ਪਿਆਰ ਦੇ ਨਾਲ ਸਾਨੂੰ ਉਹਨਾਂ ਨੇ ਬੁਲਾਇਆ ਆਪਣੇ ਘਰ, ਸਾਨੂੰ ਖਾਣਾ ਖਿਲਾਇਆ, ਸਾਡੇ ਬੱਚਿਆਂ ਦੀ ਬੜੀ ਕੇਅਰ ਕੀਤੀ। ਤੇ ਉਹਨਾਂ ਨੇ ਭਾਜੀ ਨੇ ਸਾਨੂੰ ਗੱਲ ਪੁੱਛੀ, ਕਹਿੰਦੇ ਕਿ ਤੁਹਾਨੂੰ ਕਿੱਦਾਂ ਯਾਦ ਰਹਿੰਦੀਆਂ ਸਾਰੀਆਂ ਗੱਲਾਂ ਬਾਈਬਲ ਦੀਆਂ? ਤੇ ਮੈਂ ਇਹ ਤਾਂ ਸੋਚਦਾ ਕਿ ਜਦੋਂ ਅਸੀਂ ਉਸ ਗੱਲ ਪੜਾਂਗੇ, ਅਸੀਂ ਉਸ ਗੱਲ ਨੂੰ ਜਦੋਂ ਪੜਾਂਗੇ ਹੀ ਨਹੀਂ ਸਾਨੂੰ ਯਾਦ ਕਿੱਦਾਂ ਹੋਣਗੀਆਂ, ਲੇਕਿਨ ਜਦੋਂ ਅਸੀਂ ਪੜੂਗੇ ਆਹ ਗੱਲ ਸਾਡੇ ਜੀਵਨ 'ਚ ਪੂਰੀ ਹੁੰਦੀ। ਦੇਖੀ ਪੜੀਏ ਦੁਆਰਾ ਫਿਰ ਜੀ। ਹਾਂਜੀ ਪੜੀਏ। ਸਹਾਇਕ ਅਰਥਾਤ ਪਵਿੱਤਰ ਆਤਮਾ ਜਿਹਨੂੰ ਪਿਤਾ ਮੇਰੇ ਨਾਲ
ਉੱਤੇ ਕੱਲੇਗਾ ਹਾਂ। ਸੋ ਤੁਹਾਨੂੰ ਸਭੋ ਕੁਝ ਸਿਖਾਲੇਗਾ ਪਹਿਲੀ ਗੱਲ ਸਭ ਕੁਝ ਤੁਹਾਨੂੰ ਅਤੇ ਸਿਖਾਊਗਾ ਅਤੇ ਸਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਹੈ ਤੁਹਾਨੂੰ ਚੇਤੇ ਕਰਾਵੇਗਾ। ਪ੍ਰੇਜ਼ ਦ ਲਾਰਡ। ਕਹਿੰਦਾ ਜੋ ਮੈਂ ਤੁਹਾਨੂੰ ਆਖਿਆ, ਯਾਨੀ ਕਿ ਤੁਸੀਂ ਬਾਈਬਲ ਜਦੋਂ ਪੜ੍ਹਿਆ ਤੇ ਮੈਂ ਪ੍ਰਭੂ ਦੀਆਂ ਗੱਲਾਂ ਆ ਉਹ ਜਿਹੜੀਆਂ ਗੱਲਾਂ ਕਹਿੰਦੇ ਮੈਂ ਤੁਹਾਨੂੰ ਆਖੀਆਂ ਕਲਾਮ ਦੇ ਵਿੱਚ, ਉਹ ਤੁਹਾਨੂੰ ਕੀ ਕਰਾਊਗਾ? ਉਹ ਤੁਹਾਨੂੰ ਚੇਤੇ ਕਰਾਊਗਾ। ਉਹ ਪਵਿੱਤਰ ਆਤਮਾ ਤੁਹਾਨੂੰ ਰਿਮਾਈਂਡ ਕਰਾਊਗਾ ਕਿ ਉੱਥੇ ਇਦਾਂ ਲਿਖਿਆ ਆ, ਇਹਨੂੰ ਇਹ ਦੱਸ। ਹਾਲੇਲੂਇਆ, ਹਾਲੇਲੂਇਆ। ਉੱਥੇ ਇਦਾਂ ਲਿਖਿਆ, ਇਹਨੂੰ ਇਹ ਵਾਲਾ ਕਲਾਮ ਦੱਸ। ਤੇ ਇਹ ਕੌਣ ਹੈਗਾ? ਇਹ ਉਹੀ ਪਵਿੱਤਰ ਆਤਮਾ ਆ ਜਿਹੜਾ ਪ੍ਰਭੂ ਦੀ ਪ੍ਰਾਰਥਨਾ ਦੇ ਦੁਆਰਾ ਸਾਨੂੰ ਦਿੱਤਾ ਗਿਆ ਧਰਤੀ ਦੇ ਉੱਪਰ। ਇਹ ਸਾਡੀ ਧਰਤੀ ਤੇ ਰਹਿ ਕੇ ਸਾਡੀ ਮਦਦ ਹੋ ਰਹੀ ਆ, ਲੇਕਿਨ ਲੋਕ ਇਸ ਗੱਲ ਭੁੱਲ ਜਾਂਦੇ ਆ। ਉਹ ਕਹਿੰਦੇ ਕਿਹੜਾ ਪਵਿੱਤਰ ਆਤਮਾ? ਲੋਕ ਆਪਣੀ ਮਸਤੀ 'ਚ ਮਸਤ ਹੋਏ ਪਏ ਆ। ਅਸੀਂ ਰਾਤੀ ਕਿਸੇ ਫੰਕਸ਼ਨ ਤੇ ਗਏ, ਸਾਡੇ ਮਸੀਹ ਭੈਣ ਭਰਾ ਬੜੇ ਪਿਆਰ ਨਾਲ ਉੱਥੇ ਵੀ ਨਾਚ ਗਾਨ ਕਰਦੇ ਪਏ ਸੀਗੇ ਤੇ ਬੜਾ ਉਹਨਾਂ ਨੇ ਪਵਿੱਤਰ ਆਤਮਾ ਹੋਏ ਪਾਏ ਹੋਏ ਲੋਕ ਪੂਰੀ ਆਪਣੀ ਮਤਲਬ ਕਿ ਅਸਲੀ ਜਿਹੜੀ ਜ਼ਿੰਦਗੀ ਉਹਨਾਂ ਦੀ ਉਹ ਅਸੀਂ ਦੇਖੀ ਉੱਥੇ। ਮੈਂ ਕਿਸੇ ਨੂੰ ਜੱਜ ਨਹੀਂ ਕਰਦਾ ਪਿਆ, ਲੇਕਿਨ ਦੁੱਖ ਹੁੰਦਾ ਕਿ ਜਦੋਂ ਅਸੀਂ ਦੇਖਦੇ ਇਹਨਾਂ ਗੱਲਾਂ ਨੂੰ ਕਿ ਹਾਂ ਕਿ ਇੱਕ ਬੰਦਾ ਆਤਮਾ ਦੇ ਵਿੱਚ ਪ੍ਰਾਰਥਨਾ ਕਰਦਾ ਔਰ ਉਹੀ ਬੰਦਾ ਜਾ ਕੇ ਡੀਜੇ ਦੇ ਉੱਪਰ ਸ਼ਰਾਬਾਂ ਵਾਲੇ ਗਾਣੇ ਪਰ ਨੱਚ ਕੇ ਧਰਤੀ ਜਿੱਦਾਂ ਪੂਰੀ ਅੱਜ ਲੱਗਦਾ ਸੀ ਕੱਲ ਮੈਂ ਕਿਹਾ ਧਰਤੀ ਇਹਨਾਂ ਨੇ ਤੋੜ ਦੇਣੀ ਅੱਜ। ਬੜਾ ਦੁੱਖ ਹੋਇਆ ਸਾਨੂੰ ਦੇਖ ਕੇ। ਮਤਲਬ ਕਿਉਂਕਿ ਹੱਲੇ ਵੀ ਜਿਹੜਾ ਹੈਗਾ ਜਗਤ ਦੇ ਵਿੱਚ ਉਹ ਗੱਲਾਂ ਹੈਗੀਆਂ। ਕਹਿੰਦੇ ਜਗਤ ਇਹਨੂੰ ਨਹੀਂ ਜਾਣ ਸਕਦਾ। ਬੇਸ਼ੱਕ ਤੁਸੀਂ ਆਤਮਾ ਵਿੱਚ ਪਾਲੋਗੇ, ਲੇਕਿਨ ਜਦ ਤੱਕ ਤੁਸੀਂ ਕਲਾਮ ਦਾ ਨਹੀਂ ਭਰਦੇ ਤੁਸੀਂ ਅੱਧੇ ਅਧੂਰੇ ਹੀ ਆ। ਤੁਸੀਂ ਫਿਰ ਤੁਹਾਨੂੰ ਪੁੱਛਿਆ ਜਾਊਗਾ ਕਿ ਮੈਂ ਤੈਨੂੰ ਧਰਤੀ ਉੱਪਰ ਆਤਮਾ ਦਿੱਤਾ, ਤੂੰ ਉਹਨੂੰ ਖਰਾਬ ਕੀਤਾ, ਤੂੰ ਆਪਣਾ ਜੀਵਨ ਖਰਾਬ ਕੀਤਾ। ਲੇਕਿਨ ਮੇਰੇ ਭੈਣ ਭਰਾਵੋ, ਉਹ ਸਮਾਂ ਤੁਹਾਨੂੰ ਵਾਪਸ ਤੁਸੀਂ ਧਰਤੀ ਤੇ ਵਾਪਸ ਨਹੀਂ ਆ ਸਕਦੇ। ਆਹੀ ਸਮਾਂ ਹੈ ਸਾਡੇ ਕੋਲ ਕਿ ਅਸੀਂ ਹੁਣ ਇਸ ਵੇਲੇ ਅਸੀਂ ਖੁਦਾ ਨੂੰ ਜਾਣ ਲਈਏ। ਪਹਿਲਾ ਕੁਰਿੰਥੀਆਂ ਜਦੋਂ ਅਸੀਂ ਪੜ੍ਹਿਆ ਹੋਣੀ 1:9 ਦੇ ਅਨੁਸਾਰ ਕਿ ਪਰਮੇਸ਼ਵਰ ਸੱਚਾ ਆ ਜਿਹਨੇ ਤੁਹਾਨੂੰ ਖੁਦਾਬੰਦ ਦੀ ਸੰਗਤ ਵਿੱਚ ਰਹਿਣ ਵਾਸਤੇ ਬੁਲਾਇਆ, ਨਾ ਕਿ ਨੱਚਣ ਗਾਉਣ ਵਾਸਤੇ ਬੁਲਾਇਆ, ਨਾ ਕਿ ਤੁਹਾਨੂੰ ਸ਼ਰਾਬਾਂ ਪੀਣ ਵਾਸਤੇ ਬੁਲਾਇਆ, ਨਾ ਤੁਹਾਨੂੰ ਹੋਰ ਕੰਮ ਚੁਗਲੀਆਂ ਕਰਨ ਵਾਸਤੇ ਬੁਲਾਇਆ। ਤੁਹਾਨੂੰ ਸਿਰਫ ਪ੍ਰਾਰਥਨਾ ਕਰਨ ਵਾਸਤੇ, ਆਪਣਾ ਜੀਵਨ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਤੁਹਾਨੂੰ ਖੁਦਾ ਨੇ ਬੁਲਾਇਆ। ਪਵਿੱਤਰ ਆਤਮਾ ਉਹਨੂੰ ਦਿੱਤਾ ਗਿਆ, ਲੇਕਿਨ ਉਹਨੇ ਪਵਿੱਤਰ ਆਤਮਾ ਦੀ ਆਗਿਆ ਨੂੰ ਜਾਂ ਪਵਿੱਤਰ ਆਤਮਾ ਦੇ ਪ੍ਰੇਮ ਨੂੰ ਜਾਣਿਆ ਨਹੀਂ। ਉਹਨੇ ਉਹਨੂੰ ਤੁੱਛ ਜਾਣਿਆ। ਉਹਨੂੰ ਇਸ ਗੱਲ ਦਾ ਇਸ ਇੱਕ ਦਿਨ ਹਿਸਾਬ ਹੋਣਾ ਆ। ਮੈਂ ਤਾਂ ਜੱਜ ਨਹੀਂ ਕਰ ਸਕਦਾ ਕਿਸੇ ਨੂੰ, ਲੇਕਿਨ ਖੁਦਾਵੰਦ ਕਹਿੰਦਾ ਕਿ ਮੈਂ ਨਿਆਂ ਕਰਨ ਵਾਲਾ ਪਰਮੇਸ਼ਵਰ ਹਾਂ, ਮੈਂ ਨਿਆਂ ਕਰੂੰਗਾ। ਲੇਕਿਨ ਅਸੀਂ ਇੱਕ ਦੂਜੇ ਨੂੰ ਦੱਸ ਸਕਦੇ ਹਾਂ ਕਿ ਨਹੀਂ ਭੈਣ, ਨਹੀਂ ਭਰਾ, ਇਹ ਰਸਤਾ ਜਿਹੜਾ ਹੈਗਾ ਇਹ ਇੱਕ ਚੌੜਾ ਰਸਤਾ ਹੈ। ਬਾਈਬਲ ਦੇ ਅਨੁਸਾਰ ਜਦੋਂ ਪ੍ਰਭੂ ਯਿਸੂ ਮਸੀਹ ਨੇ ਕਹੀ ਹੈ ਗੱਲ ਕਿ ਚੌੜੇ ਮਾਰਗ ਦੇ ਉੱਪਰ ਕਿੰਨੀ ਦੁਨੀਆ ਜਾਈ ਜਾ ਰਹੀ ਹੈ, ਲੇਕਿਨ ਸਕਰਾ ਜਿਹੜਾ ਰਸਤਾ ਹੈਗਾ ਆ ਕਹਿੰਦੇ ਬੜੇ ਥੋੜੇ ਆ ਉਹਦੇ ਵਿੱਚ ਜਿਹੜੇ ਜਾ ਰਹੇ ਆ। ਸਾਡਾ ਦਿਲ ਵੀ ਕਰਦਾ ਅਸੀਂ ਵੀ ਨੱਚੀਏ, ਪਰ ਨਹੀਂ, ਫੈਸਲਾ ਹੈ ਕਿ ਨਹੀਂ, ਮੈਂ ਤਾਂ ਖੁਦਾ ਦੇ ਨਾਲ ਆਪਣਾ ਜੀਵਨ ਨੂੰ ਠੀਕ ਕਰਨਾ ਹੈ। ਹਾਲੇਲੂਇਆ। ਜਦੋਂ ਮੈਂ ਵੀ ਵਰਲਡੀ ਗੱਲਾਂ 'ਚ ਸੀਗਾ ਤੇ ਅਸੀਂ ਵੀ ਨੱਚਦੇ ਹੁੰਦੇ ਸੀਗੇ, ਅਸੀਂ ਵੀ ਡੀਜੇ ਤੇ ਸ਼ਰਾਬਾਂ ਪੀ ਕੇ ਡਾਂਸ ਕਰਦੇ ਸੀ। ਲੇਕਿਨ ਅੱਜ ਖੁਦਾ ਨੇ ਸਾਨੂੰ ਗੱਲਾਂ 'ਚੋਂ ਕੀ ਕੀਤਾ? ਉਹਨਾਂ ਗੱਲਾਂ ਦੇ ਵਿੱਚੋਂ ਕੱਢ ਲਿਆ। ਕਿਉਂਕਿ ਜਿਹੜਾ ਆਤਮਿਕ ਇਨਸਾਨ ਹੈਗਾ, ਆਤਮਿਕ ਇਨਸਾਨ ਕਦੋਂ ਬਣਦਾ ਹੈ? ਇਹ ਥੋੜ੍ਹਾ ਕਿ ਅੱਜ ਤੁਸੀਂ ਪ੍ਰਭੂ ਨੂੰ ਮੰਨ ਲਿਆ ਤੇ ਅੱਜ ਤੁਸੀਂ ਆਤਮਿਕ ਬਣ ਗਏ। ਨਹੀਂ, ਆਤਮਾ ਤੁਹਾਨੂੰ ਕਹਿੰਦਾ ਸਿਖਾਊਗਾ ਹੌਲੀ ਹੌਲੀ। ਅੱਜ ਕੁਛ ਹੋਰ, 6 ਮਹੀਨੇ 'ਚ ਕੁਛ ਹੋਰ, ਸਾਲ ਕੁਛ ਹੋਰ, 2 ਸਾਲ ਕੁਛ ਹੋਰ ਸਕਦਾ ਹੈ, ਤੁਹਾਨੂੰ 25 ਸਾਲ ਲੱਗ ਜਾਣ, ਤੁਹਾਨੂੰ 30 ਸਾਲ ਲੱਗ ਜਾਣ ਸਿੱਖਦੇ ਹੋ ਸਕਦਾ। ਲੇਕਿਨ ਐਟਲੀਸਟ ਤੁਹਾਡੇ ਕੋਲ ਪਵਿੱਤਰ ਆਤਮਾ ਦਿੱਤਾ ਗਿਆ, ਤੁਹਾਨੂੰ ਖੁਦਾਵੰਦ ਹੌਲੀ ਤੁਹਾਡੇ ਜੀਵਨ 'ਚ ਕੱਢੂਗਾ। ਲੇਕਿਨ ਕਦੋਂ ਕੱਢੂਗਾ? ਜਦੋਂ ਤੁਸੀਂ ਖੁਦਾਵੰਦ ਨੂੰ ਮੌਕਾ ਦਿਓਗੇ। ਹਾਲੇਲੂਇਆ। ਤਦ ਤੱਕ ਲੋਕ ਕੀ ਕਰਦੇ? ਆਤਮਾ ਨੂੰ ਬੁਝਾ ਕੇ ਰੱਖਦੇ ਆ, ਉਹਦੇ ਕੰਮ ਨੂੰ ਤੁਹਾਡੇ ਜੀਵਨ ਵਿੱਚ ਹੋਣ ਨਹੀਂ ਦਿੰਦੇ। ਉਹਦੇ ਰੀਜ਼ਨ ਕੋਈ ਹੋਰ ਨਹੀਂ ਹੁੰਦਾ, ਤਾਂ ਉਹਦਾ ਕੋਈ ਰੀਜ਼ਨ ਕੋਈ ਹੋਰ ਹੁੰਦਾ, ਨਾ ਹੀ ਉਹਦਾ ਰੀਜ਼ਨ ਸ਼ੈਤਾਨ ਹੁੰਦਾ। ਮੈਂ ਇੱਦਾਂ ਸੋਚਦਾ ਕਿ ਸ਼ੈਤਾਨ ਨੂੰ ਆਪ ਹੀ ਇਨਸਾਨ ਮੌਕਾ ਦਿੰਦਾ। ਬਾਈਬਲ 'ਚ ਲਿਖੀ ਗੱਲ ਇਹ ਵਾਲੀ। ਹਾਲੇਲੂਇਆ, ਹਾਲੇਲੂਇਆ। ਹਾਂਜੀ, ਅੱਗੇ ਪੜਾਂਗੇ 26 ਆਇਤ ਅਸੀਂ। ਹਾਂਜੀ, 26 ਆਪਾਂ ਪੜ ਚੁੱਕੇ ਹਾਂ। ਤੇ ਚੇਤੇ ਤੁਹਾਨੂੰ ਕਹਿੰਦੇ ਚੇਤੇ ਕਰਾਊਗਾ, ਸਭ ਕੁਝ ਸਿਖਾਲੇਗਾ ਅਤੇ ਸਭ ਕੁਝ ਜੋ ਮੈਂ ਤੁਹਾਨੂੰ ਆਖਿਆ ਹੈ ਤੁਹਾਨੂੰ ਚੇਤੇ ਕਰਾਵੇਗਾ। ਤੁਹਾਨੂੰ ਚੇਤੇ ਕਰਾਂਦਾ ਹੈ। ਤੁਹਾਨੂੰ ਪਵਿੱਤਰ ਆਤਮਾ ਜੀ ਤੁਹਾਡੇ ਦਿਲ 'ਚ ਗੱਲਾਂ ਪਾਉਂਦੇ ਆ। ਉਹ ਕਿੱਦਾਂ ਸਾਨੂੰ ਇੱਕਦਮ ਗੱਲ ਯਾਦ ਆ ਜਾਂਦੀ ਹੈ? ਕਿਉਂਕਿ ਪਵਿੱਤਰ ਆਤਮਾ ਤੁਹਾਡੇ ਨਾਲ ਰਹਿੰਦੇ। ਕਹਿੰਦੇ ਤੇਰੇ ਨਾਲ ਰਹੂਗਾ ਉਹ। ਹਾਲੇਲੂਇਆ। ਇਹ ਨਾਲ ਉਦੋਂ ਰਹੂਗਾ ਜਦੋਂ ਮੈਂ ਬਾਈਬਲ ਮੇਰੇ ਜੀਵਨ 'ਚ ਰਹੂਗੀ। ਫਿਰ ਮੈਂ ਕਹਿ ਸਕਦਾ ਕਿ ਮੈਂ ਖੁਦਾਵੰਦ ਦਾ ਬੇਟਾ ਬੇਟੀ ਹਾਂ। ਉਹਦਾ ਤਾਂ ਐਵੇਂ ਖਾਲੀ ਫੋਕੀਆਂ ਗੱਲਾਂ ਹੀ ਆ ਸਾਰੀਆਂ ਇਹ ਕਿ ਮੈਂ ਪ੍ਰਭੂ ਦਾ ਬੇਟਾ ਤੇ ਬੇਟੀ ਹਾਂ। ਨਾ, ਬੇਟਾ ਬੇਟੀ ਤਾਂ ਪਾਉਂਦੇ ਆ ਜੇ ਤੁਸੀਂ ਖੁਦਾ ਦੀ ਗੱਲ ਨੂੰ ਮੰਨਦੇ। ਹੁਣ ਮੇਰੇ ਬੱਚੇ ਮੇਰੀ ਗੱਲ ਨਹੀਂ ਮੰਨਦੇ ਤੇ ਮੈਂ ਵੀ ਇਹਨਾਂ ਨੂੰ ਕਹਿਣਾ ਕਿ ਨਹੀਂ, ਮੈਨੂੰ ਤੁਹਾਡੀ ਲੋੜ ਨਹੀਂ ਹੈ। ਇੱਦਾਂ ਹੀ ਖੁਦਾਵੰਦ ਆ, ਜਦੋਂ ਅਸੀਂ ਉਹਦੀ ਗੱਲ ਨਹੀਂ ਮੰਨਦੇ ਤੇ ਅਸੀਂ ਉਹਨੂੰ ਨਹੀਂ ਕਹਿ ਸਕਦੇ ਕਿ ਹਾਂ ਤੂੰ ਮੇਰਾ ਪਿਤਾ ਹੈਗਾ ਤਾਂ ਤੂੰ ਮੇਰੇ ਨਾਲ ਇੱਦਾਂ ਕਰ ਦਿੱਤਾ ਕਰਨਾ। ਉਹ ਕਹਿੰਦਾ ਮੈਂ ਤੈਨੂੰ ਜਾਣਦਾ ਵੀ ਨਹੀਂ, ਤੂੰ ਕੌਣ ਆ। ਹਾਲੇਲੂਇਆ। ਤੁਹਾਨੂੰ ਲੱਗੂਗਾ ਤੁਹਾਨੂੰ ਇਹ ਗੱਲਾਂ ਬੜੀਆਂ ਤੁਹਾਨੂੰ ਕੜਵੀਆਂ ਹੈਗੀਆਂ, ਲੇਕਿਨ ਕੜਵੀ ਜਿਹੜੀ ਹੁੰਦੀ ਨਾ ਦਵਾਈ, ਉਹ ਬਹੁਤ ਛੇਤੀ ਅਸਰ ਲੈ ਕੇ ਆਉਂਦੀ ਹੈ। ਮੂੰਹ ਤਾਂ ਕੜਵਾ ਕਰ ਦਿੰਦੀ ਹੈ, ਪੇਟ ਵੀ ਕੜਵਾ ਕਰ ਦਿੰਦੀ ਹੈ, ਲੇਕਿਨ ਉਹਦਾ ਅਸਰ ਤੁਹਾਡੇ ਜੀਵਨ 'ਚ ਬਹੁਤ ਛੇਤੀ ਹੁੰਦਾ। ਫਿਰ ਦਰਦ ਖਤਮ ਹੋ ਜਾਂਦੀ। ਫਿਰ ਅੱਜ ਇਹ ਸਾਡੇ ਜੀਵਨ 'ਚ ਇੱਕ ਤਰ੍ਹਾਂ ਦਰਦਾਂ ਵਾਂਗ ਹੈ। ਇਹਨਾਂ ਨੂੰ ਵੀ ਖਤਮ ਕਰਨਾ ਸੀ। ਕਰ ਦਿੰਦਾ ਭਲਾ ਕਲਾਮ ਦੀ ਦਵਾਈ ਦੇ ਨਾਲ। ਹਾਲੇਲੂਇਆ।
ਆਈਏ ਅਸੀਂ ਕੋਈ ਫਿਰ ਨਾਰਾ ਲਾਣੇ ਤਾਂ ਕਿ ਤੁਹਾਨੂੰ ਫਿਰ ਉਸੇ ਗੱਲ 'ਚ ਲੈ ਕੇ ਆਨੇ। ਹਾਲੇਲੂਇਆ ਹਾਲੇਲੂਇਆ, ਪ੍ਰੇਜ਼ ਦ ਲਾਰਡ। ਅਸੀਂ ਅਗਲੀ ਇੱਕ ਛੋਟੀ ਜਿਹੀ ਆਇਤ ਪੜਾਂਗੇ ਜੀ। ਸੇਮ ਨਹੀਂ, ਅਸੀਂ ਪੜਾਂਗੇ ਦੂਸਰਾ ਪਤਰਸ ਜੀ, ਉਹਦਾ 3 ਅਧਿਆਏ ਤੇ ਅਸੀਂ ਉਹਦੀ 10 ਆਇਤ ਪੜਾਂਗੇ। ਇਸ ਤੋਂ ਬਾਅਦ 'ਚ ਮੈਂ ਇੱਕੋ ਬਾਈਬਲ ਦੇ ਵਰਸ ਪੜ੍ਹਨੀ ਤੇ ਸਾਡਾ ਮੈਸੇਜ ਅੱਜ ਤੱਕ ਖਤਮ ਹੋ ਜਾਣਾ ਇੱਥੇ। ਪਰੰਤੂ ਪ੍ਰਭੂ ਦਾ ਦਿਨ ਚੋਰ ਵਾਂਗੂ ਆਵੇਗਾ, ਜਿਹਦੇ ਵਿੱਚ ਆਕਾਸ਼ ਸन्नाटे ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਹਨਾਂ ਕਾਰਾਗਾਰੀਆਂ ਸਣੇ ਜੋ ਉਸ ਵਿੱਚ ਹਨ ਜਲ ਜਾਵੇਗੀ। ਜਦੋਂ ਇਹ ਸਭਨਾਂ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪ੍ਰਕਾਰ ਦੇ ਪਵਿੱਤਰ ਚਲਨ ਅਤੇ ਭਗਤੀ ਵਿੱਚ ਕਿਹੋ ਜਿਹੇ ਹੋਣਾ ਚਾਹੀਦਾ ਹੈ ਅਤੇ ਪਰਮੇਸ਼ਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ, ਜਿਸ ਦੇ ਕਾਰਨ ਆਕਾਸ਼ ਬਲ ਕੇ ਟਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪਿਘਲ ਜਾਣਗੀਆਂ। ਪਰ ਉਹਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ, ਜਿਨ੍ਹਾਂ ਵਿੱਚ ਧਰਮ ਵਸਦਾ ਹੈ। ਹਾਂਜੀ, ਦੇਖੀਏ ਜਦੋਂ ਅਸੀਂ ਦੂਸਰਾ ਪਤਰਸ ਉਹਦੀ 3 ਦੀ 10 ਪੜ੍ਹਦੇ ਹਾਂ ਤੇ 11 12 ਅੱਗੇ ਪੜ੍ਹਦੇ ਹਾਂ ਤੇ ਇਹ 'ਚ ਅਸੀਂ ਇਹ ਦੇਖਦੇ ਹਾਂ ਕਿ ਖੁਦਾਵੰਦ ਜਿਹੜਾ ਹੈਗਾ ਆ ਉਹਨੇ ਇੱਕ ਦਿਨ ਮਿੱਥਿਆ ਹੋਇਆ ਆ ਜਿੱਦਣ ਇਹ ਸਾਰੀਆਂ ਗੱਲਾਂ ਖਤਮ ਹੋਣ ਵਾਲੀਆਂ। ਇਹ ਧਰਤੀ ਦੇ ਜਿੰਨੇ ਕੰਮ ਹੈਗੇ ਆ, ਚਾਹੇ ਉਹ ਕਿਸੇ ਤਰ੍ਹਾਂ ਦੇ ਕੰਮ। ਅਸੀਂ ਸਿਡਨੀ ਟਾਵਰ 'ਤੇ ਗਏ ਸੀਗੇ ਜਦੋਂ, ਕਿਉਂਕਿ ਅਸੀਂ ਤੁਹਾਨੂੰ ਦੱਸਣਾ ਕਿ ਪਿਛਲੇ ਹਫ਼ਤੇ ਅਸੀਂ ਬੱਚਿਆਂ ਨੂੰ ਲੈ ਕੇ ਅਸੀਂ ਥੋੜ੍ਹਾ ਜਿਹਾ ਬਾਹਰ ਗਏ ਸੀ ਘੁੰਮਣ ਵਾਸਤੇ। ਅਸੀਂ ਸਿਡਨੀ ਟਾਵਰ ਬਹੁਤ ਵੱਡਾ ਟਾਵਰ ਹੈ ਪੂਰੇ ਆਸਟ੍ਰੇਲੀਆ ਦੇ ਵਿੱਚ, ਉਹ ਇੰਨੀ ਕੁ ਉਚਾਈ 'ਤੇ ਹੈਗਾ ਆ। ਅਤੇ ਜਦੋਂ ਅਸੀਂ ਉੱਥੇ ਦੇਖਦੇ ਤਾਂ ਜਿਹੜੇ ਲੋਕ ਹੈਗੇ ਉਹ ਛੋਟੇ ਛੋਟੇ ਕੀੜੀਆਂ ਵਾਂਗ ਨਜ਼ਰ ਆਉਂਦੇ ਆ। ਛੋਟੇ ਛੋਟੇ ਕੀੜੀਆਂ, ਛੋਟੇ ਛੋਟੇ ਕਾਰਾਂ ਬਹੁਤ ਛੋਟੇ ਛੋਟੇ ਨਜ਼ਰ ਆਉਂਦੀਆਂ ਉਹਦੇ ਉੱਪਰੋਂ। ਅਤੇ ਮੈਂ ਜਦੋਂ ਇਹਨੂੰ ਮੈਂ ਦਿਖਾਇਆ, ਮੈਂ ਕਿਹਾ ਸੋਨੂੰ ਦੇਖ, ਮੈਂ ਕਿਹਾ ਥੱਲੇ ਦੇਖ, ਮੈਂ ਕਿਹਾ ਕਿੱਦਾਂ, ਮੈਂ ਕਿਹਾ ਛੋਟੇ ਛੋਟੇ ਕੀੜੀਆਂ ਨਜ਼ਰ ਆਉਂਦੀਆਂ ਨਾ। ਅਤੇ ਇੱਕਦਮ ਖੁਦਾ ਨੇ ਆਹੀ ਵਰਸ ਮੈਨੂੰ ਯਾਦ ਦਿਲਾਈ ਉੱਥੇ। ਹਾਲੇਲੂਇਆ। ਮੈਂ ਦੇਖਦਾ ਸੀ ਕਿੰਨੀਆਂ ਵੱਡੀਆਂ ਵੱਡੀਆਂ ਇਮਾਰਤਾਂ ਹੈਗੀਆਂ, ਕਿੰਨੀਆਂ ਵੱਡੀਆਂ ਬਿਲਡਿੰਗਾਂ ਹੈਗੀਆਂ। ਬਹੁਤ ਲੋਕ ਬਾਹਰ ਜਾਣ ਨੂੰ ਕਹਿੰਦੇ ਆ ਕਿ ਅਸੀਂ ਬਾਹਰ ਜਾਈਏ, ਫੋਰਨ ਕੰਟਰੀ ਜਾਈਏ, ਪਰ ਫੋਰਨ ਕੰਟਰੀ ਦੇ ਵੀ ਆਹੀ ਹਾਲ ਹੋਣੇ ਆ ਵਚਨ ਦੇ ਹਿਸਾਬ ਨਾਲ। ਇਹ ਸਾਰੀਆਂ ਬਿਲਡਿੰਗਸ, ਸਾਰੀ ਧਰਤੀ ਕਹਿੰਦੇ ਇੱਕ ਦਿਨ ਮੈਂ ਜਲ ਥਲ ਹੋ ਜਾਣੀ, ਜਿਹਦੇ ਵਿੱਚ ਇਹਨੂੰ ਮੈਂ ਅੱਗ ਨਾਲ ਕਹਿੰਦੇ ਖਤਮ, ਕਹਿੰਦੇ ਪ੍ਰਭੂ ਕਹਿੰਦੇ ਮੈਂ ਖਤਮ ਕਰ ਦੇਣਾ ਇੱਕ ਦਿਨ ਇਸ ਧਰਤੀ ਨੂੰ ਵੀ, ਇਸ ਧਰਤੀ ਦੇ ਸਾਰੇ ਕਾਰੀਗਰੀਆਂ ਨੂੰ ਵੀ। ਅਤੇ ਮੈਂ ਕਿਹਾ ਫਿਰ ਇਨਸਾਨ ਦੀ ਵੈਲਿਊ ਕੀ ਆ? ਇਨਸਾਨ ਦੀ ਕੋਈ ਵੈਲਿਊ ਨਹੀਂ ਹੈਗੀ ਇਸ ਧਰਤੀ ਦੇ ਉੱਪਰ, ਲੇਕਿਨ ਖੁਦਾਵੰਦ ਤਾਂ ਵੀ ਸਾਡੀ ਵੈਲਿਊ ਕਰਦਾ ਹੈ। ਖੁਦਾਵੰਦ ਦੇ ਲਈ ਅਸੀਂ ਬਹੁਤ ਵੈਲਿਊਬਲ ਹਾਂ, ਅਸੀਂ ਬਹੁਤ ਕੀਮਤੀ ਹਾਂ। ਕਿਉਂ ਕੀਮਤੀ ਦੱਸੋ ਮੇਰੇ ਭੈਣ ਭਰਾਵੋ? ਕਿਉਂਕਿ ਉਹਨੇ ਆਪਣੇ ਪਵਿੱਤਰ ਆਤਮਾ ਨੂੰ ਸਾਨੂੰ ਦਿੱਤਾ। ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਉਹਨੇ ਸਾਡੇ ਕੋਲ ਹਿਸਾਬ ਲੈਣਾ ਆ। ਪ੍ਰੇਜ਼ ਦ ਲਾਰਡ। ਕੋਈ ਦੂਜੀ ਗੱਲ ਨਹੀਂ, ਸਿਰਫ ਇਸ ਕਰਕੇ ਕਿ ਮੈਂ ਤੈਨੂੰ ਆਪਣੀ ਆਤਮਾ ਦਿੱਤਾ, ਤੂੰ ਮੇਰੇ ਆਤਮਾ ਦੀ ਗੱਲ ਨੂੰ ਨਹੀਂ ਸੁਣਿਆ, ਤੂੰ ਮੇਰੇ ਆਤਮਾ ਨੂੰ ਬੁਝਾਇਆ, ਸ਼ੋਕਿਤ ਕੀਤਾ। ਬਿਲਕੁਲ, ਤੂੰ ਸ਼ੋਕਿਤ ਕੀਤਾ ਮੇਰੇ ਆਤਮਾ ਨੂੰ। ਉਹਦਾ ਹਿਸਾਬ ਲੈਣਾ ਪ੍ਰਭੂ ਨੇ, ਉਹਦਾ ਨਿਆਂ ਹੋਣਾ। ਫਿਰ ਕਹਿੰਦੇ ਜੇ ਸਭ ਗੱਲਾਂ ਏਦਾਂ ਹੋਣ ਵਾਲੀਆਂ, ਫਿਰ ਅੱਗੇ ਪੜਾਂਗੇ ਅਸੀਂ 11 ਨੂੰ ਜੀ। ਹਾਂਜੀ ਪੜ੍ਹੀਏ, 11 ਪੜ੍ਹੀਏ। ਜਦੋਂ ਇਹ ਸਭ ਅਵਸਥਾ ਇਉਂ ਟਲ ਜਾਣ ਵਾਲੀਆਂ ਹਨ, ਕਹਿੰਦਾ ਤੁਸੀਂ ਦੇਖੋ ਇਹ ਗੱਲਾਂ ਏਦਾਂ ਟਲ ਜਾਣ ਵਾਲੀਆਂ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ? ਫਿਰ ਤਾਂ ਤੁਹਾਨੂੰ ਹਰ ਪ੍ਰਕਾਰ ਦੇ ਪਵਿੱਤਰ ਚਲਨ ਅਤੇ ਭਗਤੀ ਵਿੱਚ ਕਿਹੋ ਜਿਹੇ ਹੋਣਾ ਚਾਹੀਦਾ। ਕਹਿੰਦਾ ਸੋਚੋ, ਇਸ ਗੱਲ ਦੇ ਉੱਪਰ ਵਿਚਾਰ ਕਰੋ ਕਿ ਅੱਜ ਤੁਹਾਡੇ ਕੋਲੋਂ ਮੌਕਾ ਆ ਕਿ ਖੁਦਾਵੰਦ ਤੂੰ ਤਾਂ ਸਾਰੀਆਂ ਗੱਲਾਂ ਖਤਮ ਕਰਨ ਵਾਲੀ, ਤੇ ਮੇਰਾ ਜੀਵਨ ਕਿੱਧਰ ਨੂੰ ਜਾਂਦਾ ਪਿਆ? ਮੈਂ ਤਾਂ ਕਦੀ ਸੋਚਦਾ ਹੀ ਨਹੀਂ ਆਪਣੀ ਗੱਲ ਵੱਲ, ਆਪਣੇ ਬਾਰੇ। ਮੈਂ ਤਾਂ ਕਦੇ ਆਪਣੇ ਬਾਰੇ ਸੋਚਦਾ ਨਹੀਂ ਕਿ ਹਾਂ ਮੇਰਾ ਜੀਵਨ ਕਿੱਧਰ ਨੂੰ ਜਾ ਰਿਹਾ, ਕਿ ਕਿਤੇ ਇਹ ਨਾ ਹੋਵੇ ਕੱਲ ਨੂੰ ਤੂੰ ਇਸ ਸਾਰੀ ਗੱਲਾਂ ਨੂੰ ਖਤਮ ਕਰੇ ਤਾਂ ਮੈਂ ਇੱਥੇ ਰਹਿ ਜਾਵਾਂ। ਕਹਿੰਦਾ ਤੁਸੀਂ ਆਪਣੇ ਆਪ ਨੂੰ, ਆਪਣੀ ਚਾਲ ਨੂੰ ਦੇਖੋ ਕਿ ਤੁਹਾਡੀ ਚਾਲ ਕਿੱਧਰ ਨੂੰ ਜਾ ਰਹੀ ਹੈ। ਪਵਿੱਤਰ ਆਤਮਾ ਪਾਏ ਲੋਗੋ, ਆਪਣੀ ਚਾਲ ਨੂੰ ਦੇਖੋ। ਤੁਸੀਂ ਕਹਿੰਦੇ ਆ ਕਿ ਸਾਡੇ ਕੋਲ ਪ੍ਰਭੂ ਯਿਸੂ ਮਸੀਹ ਹੈ, ਤੁਹਾਡੇ ਕੋਲ ਕੋਈ ਪ੍ਰਭੂ ਯਿਸੂ ਮਸੀਹ ਨਹੀਂ ਹੈਗਾ। ਰਾਜਾ, ਉਹ ਰਾਜਾ ਤੁਹਾਡੇ 'ਚ ਕੰਮ ਕਰਦਾ ਪਿਆ, ਲੇਕਿਨ ਪ੍ਰਭੂ ਦਾ ਆਤਮਾ ਤੁਹਾਡੇ 'ਚ ਕੰਮ ਨਹੀਂ ਕਰਦਾ ਪਿਆ। ਕਿਉਂ ਨਹੀਂ ਕੰਮ ਕਰਦਾ ਪਿਆ? ਕਿਉਂਕਿ ਸਾਡੇ ਕੰਮਾਂ ਤੋਂ ਪਤਾ ਲੱਗਦਾ ਕਿ ਅਸੀਂ ਕਿੰਨਾ ਕੁ ਸਾਡੇ ਆਤਮਾ ਕੰਮ ਕਰਦਾ ਹੈ। ਆਤਮਾ ਦਾ ਕੰਮ ਅਲੱਗ ਹੋਊਗਾ ਹਮੇਸ਼ਾ। ਆਤਮਾ ਦੇ ਕੰਮ ਕੀ ਹੈਗੇ ਆ ਉਹਦੇ ਫਲਾਂ ਤੋਂ ਪਛਾਣਿਆ ਜਾਊਗਾ। ਲੇਕਿਨ ਪ੍ਰਭੂ ਕਹਿੰਦੇ ਹੱਲੇ ਵੀ ਜੇ ਗੱਲਾਂ ਸਾਰੀਆਂ ਖਤਮ ਹੋਣ ਵਾਲੀਆਂ, ਤੇ ਤੁਹਾਨੂੰ ਕਿੱਦਾਂ ਦਾ ਹੋਣਾ ਚਾਹੀਦਾ? ਕਿ ਤੁਸੀਂ ਕਦੀ ਸੋਚਿਆ ਇਸ ਗੱਲ ਨੂੰ? ਕਿ ਤੁਸੀਂ ਕਦੀ ਇਸ ਗੱਲ ਬਾਰੇ ਸੋਚਿਆ ਕਿ ਹਾਂ ਕਿ ਮੇਰਾ ਜੀਵਨ ਇੱਦਾਂ ਜਾ ਰਿਹਾ, ਕਿ ਇਹ ਸਹੀ ਗੱਲ ਹੈ ਕਿ ਬਾਈਬਲ ਦੇ ਹਿਸਾਬ ਨਾਲ, ਕਿ ਇਹ ਬਾਈਬਲ ਦੇ ਨਾਲ ਇਹ ਮੇਰੇ ਜੀਵਨ ਜਿਹੜਾ ਹੈਗਾ ਮੈਚ ਕਰਦਾ ਪਿਆ ਕਿ ਨਹੀਂ ਕਰਦਾ ਪਿਆ? ਖੁਦਾਵੰਦ ਕਹਿੰਦਾ ਤੁਹਾਨੂੰ ਆਤਮਾ ਗੱਲਾਂ ਚੇਤੇ ਕਰਾਊਗਾ। ਮੈਂ ਪੜੂੰਗੀ ਤਾਂ ਮੈਨੂੰ ਗੱਲਾਂ ਚੇਤੇ ਹੋਣਗੀਆਂ, ਮੈਂ ਤਾਂ ਕਦੀ ਪੜ੍ਹਿਆ ਹੀ ਨਹੀਂ।
ਮੈਂ ਤਾਂ ਕਦੇ ਬਾਈਬਲ ਨੂੰ ਕਦੇ ਖੋਲ੍ਹਿਆ ਨਹੀਂ। ਬਾਈਬਲ ਤੇ ਓਨੀ ਮਿੱਟੀ ਪਈ ਹੋਈ ਜਿੰਨੀ ਮਿੱਟੀ ਮੈਂ ਅੱਜ ਤੋਂ 6 ਮਹੀਨੇ ਪਹਿਲੇ ਪਈ ਹੋਈ ਸੀ। ਉਹਦੇ ਉੱਪਰ ਜ਼ਿਆਦਾ ਮਿੱਟੀ ਉਹਦੇ ਉੱਪਰ ਜੰਮ ਜਾਂਦੀ ਹੈ। ਉਹ ਜਿੱਥੇ ਮੈਂ ਟੈਗ ਰੱਖਿਆ ਸੀ ਕਿਤੇ ਕਿਤੇ ਮੈਂ ਕਿਤੇ ਕੱਢ ਲਈ, ਉਹ ਟੈਗ ਉੱਥੇ ਹੀ ਪਿਆ ਆ ਸਾਲ ਬਾਅਦ 'ਚੋਂ ਵੀ। ਮੇਰੇ ਭੈਣ ਭਰਾ ਅੱਜ ਵੀ ਸਮਾਂ ਹੈਗਾ ਆ, ਕਿਉਂਕਿ ਇਹ ਧਰਤੀ ਆਕਾਸ਼ ਇੱਕ ਬਿਲਕੁਲ ਖਤਮ ਹੋ ਜਾਣੇ ਆ। ਮੈਂ ਇਹਨੂੰ ਕਿਹਾ, ਮੈਂ ਕਿਹਾ ਸੋਹਣਿਆ ਦੇਖ, ਮੈਂ ਕਿਹਾ ਟਾਵਰ ਤੋਂ ਕਿੰਨਾ, ਮੈਂ ਕਿਹਾ ਲੋਕ, ਮੈਂ ਕਿਹਾ ਕੀੜੀਆਂ ਇੱਦਾਂ ਲੱਗਦਾ ਜਿੱਦਾਂ ਕੋਈ ਕੀੜੀਆਂ ਤੁਰਦੀਆਂ ਪਈਆਂ ਹੁੰਦੀਆਂ ਥੱਲੇ ਨਾ। ਤੇ ਮੈਂ ਕਿਹਾ ਖੁਦਾਵੰਦ ਕਿੱਦਾਂ ਦੇਖਦਾ ਹੋਗਾ ਸਾਨੂੰ ਫਿਰ ਹੈਵਨ ਦੇ ਵਿੱਚੋਂ। ਮੈਂ ਕਦੇ ਦੇਖਿਆ ਨਹੀਂ ਕਿ ਕਲਾਮ ਕੀ ਕਹਿੰਦਾ ਮੈਨੂੰ। ਬਸ ਪ੍ਰਾਰਥਨਾ ਕਰਾ ਦਿਓ, ਪ੍ਰਾਰਥਨਾ ਕਰ ਦਿਓ, ਪ੍ਰਾਰਥਨਾ ਕਰ ਦਿਓ, ਇਸ ਗੱਲ ਪ੍ਰਾਰਥਨਾ ਕਰ ਦਿਓ। ਇੱਦਾਂ ਨਹੀਂ ਹੁੰਦਾ, ਤੁਹਾਡੀ ਪ੍ਰਾਰਥਨਾ ਵੀ ਨਹੀਂ ਸੁਣੀ ਜਾਣੀ। ਖੁਦਾਵੰਦ ਦਿਲ ਨੂੰ ਦੇਖਦਾ, ਦਿਲ ਨੂੰ। ਜੇ ਅਸੀਂ ਅੱਜ ਆਤਮਾ ਨੂੰ ਬੁਝਾਵਾਂਗੇ, ਅਸੀਂ ਆਪਣਾ ਜੀਵਨ ਨਹੀਂ ਠੀਕ ਕਰਾਂਗੇ, ਤੇ ਇਹਦਾ ਖਾਮਿਆਜਾ, ਇਹਦਾ ਭੁਗਤਾਨ ਬਹੁਤ ਨੁਕਸਾਨਦੇਹ ਆ, ਉਹ ਬਹੁਤ ਹੀ ਵੱਡਾ ਆ। ਕਿਉਂਕਿ ਵਚਨ ਦੱਸਦਾ, ਕਹਿੰਦੇ ਪਰਮੇਸ਼ਵਰ ਦੇ ਨਾਲ ਖੇਲਣਾ ਬਹੁਤ ਖਤਰਨਾਕ ਆ, ਬੜਾ ਭਿਆਨਕ ਆ। ਅੱਜ ਅਸੀਂ ਲੋਕ ਪਰਮੇਸ਼ਵਰ ਨਾਲ ਖੇਲਣ ਲੱਗ ਪਏ ਆ। ਅਸੀਂ ਉਹਦੇ ਆਤਮਾ ਦੀ ਕੋਈ ਪਰਵਾਹ ਨਹੀਂ ਕਰਦੇ। ਇਹ ਖੇਲਣਾ ਹੀ ਹੈ ਇਹ। ਜੇ ਅਸੀਂ ਖੁਦਾਵੰਦ ਦੇ ਵਚਨ ਨੂੰ ਅਸੀਂ ਤੁੱਛ ਜਾਣਦੇ ਹਾਂ, ਤੇ ਖੁਦਾਵੰਦ ਅਸੀਂ ਹੈ ਕੀ ਆ? ਵਚਨ ਦੱਸ ਕਹਿੰਦਾ ਤੁਸੀਂ ਇੱਕ ਘਾਹ ਆ। ਏਦਾਂ ਕਹਿੰਦੇ ਉੜਦਾ ਘਾਹ ਹੋ, ਏਦਾਂ ਅੱਜ ਹੈਗਾ ਤੇ ਕੱਲ ਹੈ ਨਹੀਂ। ਕਹਿੰਦੇ ਪਾਣੀ ਦਾ ਬੁਲਬੁਲਾ ਆ, ਜਿਹਦੀ ਅੱਜ ਹੈਗੀ ਆ। ਅਸੀਂ ਆਪਣੇ ਨੂੰ ਸੋਚਦੇ ਕਿ ਮੈਂ ਪਤਾ ਨਹੀਂ ਕੀ ਹੈਗਾ ਆ, ਮੈਂ ਪਤਾ ਨਹੀਂ ਕੀ ਹੈਗੀ ਆ। ਨਹੀਂ, ਵਚਨ ਦੱਸਦਾ ਤੂੰ ਕੁਛ ਨਹੀਂ ਹੈਗਾ। ਤੂੰ ਇੱਕ ਸਿਰਫ ਇੱਕ ਨਿੱਕਾ ਜਿਹਾ ਨਾ, ਇੱਕ ਧੂਲ ਦਾ ਜਿਹੜਾ ਕੀ ਕਹਿੰਦੇ ਕਾਣਾ, ਤੂੰ ਇੱਕ। ਆਈਏ ਇਸ ਗੱਲ ਦੇਖਦੇ ਹਾਂ ਕਿ ਸਾਨੂੰ ਸੱਚੀ ਮੁੱਚ ਜੇ ਅਸੀਂ ਸਵਰਗ ਜਾਣਾ ਚਾਹੁੰਦੇ ਹਾਂ, ਤਾਂ ਸਾਨੂੰ ਇੱਕ ਯੂ ਟਰਨ ਲੈਣ ਦੀ ਲੋੜ। ਅੱਜ ਇੱਕ ਵੱਡਾ ਯੂ ਟਰਨ। ਸਾਨੂੰ ਯੂ ਟਰਨ ਕਿਉਂ ਲੈਣਾ ਪੈਣਾ? ਕਿਉਂਕਿ ਖੁਦਾਵੰਦ ਦੇ ਆਤਮਾ ਨੂੰ ਅਸੀਂ ਬੁਝਾ ਚੁੱਕੇ ਹਾਂ। ਸਾਨੂੰ ਅੱਜ ਵੀ ਲੋੜ ਹੈ ਦੁਬਾਰਾ ਜਗਾਉਣ ਦੀ ਆਪਣੇ ਜੀਵਨ ਦੇ ਵਿੱਚ। ਆਪਣੇ ਕੰਮਾਂ ਨੂੰ, ਭੈੜੇ ਕੰਮਾਂ ਨੂੰ ਛੱਡ ਕੇ ਅਸੀਂ ਖੁਦਾ ਵੱਲ ਆਈਏ। ਹਾਲੇਲੂਇਆ। ਅਸੀਂ ਜਾਵਾਂਗੇ, ਰੋਮੀਓ ਦਾ ਖੱਤ ਪੜਾਂਗੇ ਅਸੀਂ ਜੀ, ਰੋਮੀਓ ਦਾ ਖੱਤ। ਅਸੀਂ ਉਹਦੀ 8 ਅਧਿਆਇ ਤੇ ਉਹਦੀ 1 ਤੋਂ 2 ਆਇਤ ਪੜਾਂਗੇ। ਕਿਉਂਕਿ ਜਿਹਨੇ ਖੁਦਾ ਵੱਲ ਆਉਗੇ, ਉਹਨਾਂ ਦੇ ਉੱਪਰ ਖੁਦਾਵੰਦ ਦੀ ਦੰਡ ਦੀ ਆਗਿਆ ਕਦੇ ਨਹੀਂ ਹੋਊਗੀ। ਉਹ ਲੋਕ ਬਚਾਏ ਜਾਣਗੇ। ਪ੍ਰੇਜ਼ ਦ ਲਾਰਡ। ਲੇਕਿਨ ਜਿਹੜੇ ਅੱਜ ਨਹੀਂ ਯੂਟਰਨ ਮਾਰਦੇ, ਜਿਹੜੇ ਹਲੇ ਵੀ ਸਪੀਡ ਉਹਨਾਂ ਨੇ ਪੂਰੀ ਸਪੀਡ ਤੇ ਗੱਡੀ ਚਲਾ ਰਹੇ ਆਪਣੀ ਜੀਵਨ ਦੀ, ਉਹਨਾਂ ਦੇ ਬਾਰੇ ਤਾਂ ਕੋਈ ਮੈਂ ਕੁਝ ਨਹੀਂ ਕਹਿ ਸਕਦਾ। ਕਿਉਂਕਿ ਵਚਨ ਕਹਿੰਦਾ ਕਿ ਉਹਨਾਂ ਵਾਸਤੇ ਇੱਕ ਜਗ੍ਹਾ ਬਣਾਈ ਹੋਈ ਖੁਦਾ ਨੇ, ਉਹ ਹੈਗੀ ਆ ਦਾ ਲੇਕ ਆਫ ਫਾਇਰ, ਅੱਗ ਦੀ ਝੀਲ। ਉਹਨਾਂ ਵਾਸਤੇ ਬਣਾਈ ਆ। ਤੇ ਜਿਹੜਾ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਰੱਬ ਹੈਗਾ ਆ ਸ਼ੈਤਾਨ, ਉਹਦੇ ਵਾਸਤੇ ਤੇ ਉਹਨਾਂ ਦੇ ਜਿੰਨੇ ਵੀ ਚੇਲੇ ਹੈਗੇ, ਉਹਨਾਂ ਦੇ ਬੱਚਿਆਂ ਵਾਸਤੇ ਵੀ ਉਹੀ ਜਗ੍ਹਾ ਬਣਾਈ ਗਈ। ਤੇ ਅਸੀਂ ਚੈੱਕ ਕਰਨਾ ਕਿ ਮੇਰਾ ਜੀਵਨ ਕਿੱਧਰ ਨੂੰ ਜਾਂਦਾ ਪਿਆ। ਕਿਤੇ ਮੈਂ ਤਾਂ ਨਹੀਂ ਸਪੀਡ ਫੜੀ ਹੋਈ ਆਪਣੇ ਜੀਵਨ ਦੀ। ਆਈਏ ਪੜਾਂਗੇ ਅਸੀਂ ਇਸ ਗੱਲ ਨੂੰ। ਰੋਮੀਓ ਨੂੰ ਪੌਲਸ ਰਸੂਲ ਦੀ ਪੱਤਰੀ 8 ਅਧਿਆਇ ਉਹਦੀ ਪਹਿਲੀ ਤੇ ਦੂਜੀ ਬਾਬ। ਹਾਂਜੀ। ਸੋ ਹੁਣ ਉਹਨਾਂ ਨਾਲ ਜਿਹੜੇ ਮਸੀਹ ਯਿਸੂ ਵਿੱਚ ਹਨ, ਸਜ਼ਾ ਦਾ ਹੁਕਮ ਨਹੀਂ ਹੈ। ਬਸ ਅਸੀਂ, ਉਹ ਕਹਿੰਦਾ ਜਿਹੜੇ ਹੁਣ ਕਿਹਦੇ ਵਿੱਚ ਹਨ? ਹਾਂਜੀ ਬੋਲੀਏ ਜੀ। ਮਸੀਹ ਵਿੱਚ। ਕਿਹਦੇ ਵਿੱਚ ਹਨ? ਯਿਸੂ ਮਸੀਹ। ਉੱਚੀ ਬੋਲੀ, ਉੱਚੀ। ਮਸੀਹ ਯਿਸੂ ਮਸੀਹ ਦੇ ਵਿੱਚ ਹਨ। ਯਿਸੂ ਮਸੀਹ ਅਸੀਂ ਕਿੱਦਾਂ ਹੈਗੇ? ਅਸੀਂ ਹੁਣੀ ਪੜਿਆ ਸੀਗਾ, ਜਿਹੜਾ ਮੇਰੇ ਵਿੱਚ ਹੋਏਗਾ ਤੇ ਜੇ ਮੈਂ ਉਹ ਚਾਹੂੰਗਾ ਤੇ ਉਹ ਜੋ ਕੁਝ ਮੰਗੋਗੇ ਤੇ ਉਹ ਹੋ ਜਾਊਗਾ ਜੀ। ਖੁਦਾਵੰਦ ਕਿਹਨਾਂ ਵਿੱਚ ਹੈਗਾ ਆ? ਜਿਨ੍ਹਾਂ ਵਿੱਚ ਪਵਿੱਤਰ ਆਤਮਾ ਹੈਗਾ ਆ, ਜਿਨ੍ਹਾਂ ਦੇ ਵਿੱਚ ਕਲਾਮ ਹੈਗਾ। ਜਿਹੜੇ ਕਲਾਮ ਪੜ੍ਹਦੇ ਆ, ਉਹਨਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਰਹਿੰਦਾ ਹੈ। ਜਿਹੜੇ ਕਲਾਮ ਨੂੰ ਪਿਆਰ ਕਰਦੇ ਆ, ਜਿਹੜੇ ਕਲਾਮ ਵਾਸਤੇ ਆਪਣੇ ਜੀਵਨ ਨੂੰ ਤਿਆਗ ਦਿੰਦੇ ਕਿ ਨਹੀਂ, ਕਲਾਮ ਇਹਦਾ ਕਹਿੰਦਾ ਮੈਂ ਤਾਂ ਇੱਦਾਂ ਹੀ ਕਰਨਾ। ਕਿਉਂਕਿ ਜਦੋਂ ਅਸੀਂ ਯੋਹੰਨਾ ਰਚੀ ਸੁਸਮਾਚਾਰ ਪੜ੍ਹਦੇ, ਉਹ 'ਚ ਲਿਖਿਆ ਕਿ ਖੁਦਾਵੰਦ ਦਾ ਕਲਾਮ ਹੀ ਪਰਮੇਸ਼ਵਰ ਆ। ਖੁਦਾ ਹੀ ਪਰਮੇਸ਼ਵਰ ਆ, ਖੁਦਾ ਹੀ ਕਲਾਮ ਆ, ਤੇ ਕਲਾਮ ਹੀ ਪਰਮੇਸ਼ਵਰ ਆ। ਹਾਲੇਲੂਇਆ। ਕਿਉਂਕਿ ਵਚਨ ਪਰਮੇਸ਼ਵਰ ਆ। ਵਚਨ ਤੋਂ ਇਲਾਵਾ ਦੂਜਾ ਕੋਈ ਪਰਮੇਸ਼ਵਰ ਨਹੀਂ ਹੈਗਾ। ਵਚਨ ਪਰਮੇਸ਼ਵਰ ਆ। ਵਚਨ ਦੇ ਨਾਲ ਹੀ ਸਾਰੀ ਗੱਲਾਂ ਹੋਈਆਂ। ਵਚਨ ਹੀ ਪਰਮੇਸ਼ਵਰ ਆ। ਵਚਨ ਦੇ ਉੱਪਰ ਚੱਲਣਾ, ਅਸੀਂ ਵਚਨ ਨੂੰ ਪੜ੍ਹਨਾ ਹੈ, ਵਚਨ ਨੂੰ ਬੋਲਣਾ ਹੈ। ਵਚਨ ਦੁਆਰਾ ਅਸੀਂ ਜੀਵਨ ਅਸੀਂ ਜਦੋਂ ਠੀਕ ਕਰਾਂਗੇ, ਤੇ ਵਚਨ ਸਾਡੇ ਜੀਵਨ 'ਚ ਕੀ ਕਰੂਗਾ? ਫਿਰ ਕੰਮ ਕਰੇਗਾ। ਇਹ ਨਹੀਂ ਹੈਗਾ ਵੀ ਅੱਜ ਮੈਂ ਬਾਈਬਲ ਥੋੜੀ ਜਿਹੀ ਪੜ੍ਹ ਲਈ ਤੇ ਮੈਂ ਬੜਾ ਮਹਾਨ ਬਣ ਗਿਆ। ਆਪਣੀ ਬੁੱਧੀ ਦੇ ਵਿੱਚ ਇਨਸਾਨ ਮਹਾਨ ਬਣ ਜਾਂਦਾ ਹੈ। ਆਪਣੀ ਬੁੱਧੀ ਵਿੱਚ ਹੀ ਕਹਿੰਦਾ ਵੀ ਲੋ ਮੈਂ ਤਾਂ ਜੀ ਬਹੁਤ ਖੁਸ਼ ਹਾਂ ਜੀ। ਇਹ ਸਭ ਫੋਕੀਆਂ ਗੱਲਾਂ, ਖੁਸ਼ੀ ਵਾਲੀ ਗੱਲ ਕੋਈ ਨਹੀਂ ਹੈਗੀ। ਇਹ ਆਪਣੀ ਦ੍ਰਿਸ਼ਟੀ ਵਿੱਚ ਇਨਸਾਨ ਬਣ ਜਾਂਦਾ, ਆਪਣੀ ਦ੍ਰਿਸ਼ਟੀ ਦੇ ਵਿੱਚ। ਮੈਨੂੰ ਪਤਾ ਹੈ, ਕਿਉਂਕਿ ਮੈਂ ਵੀ ਤੇ ਕਰਦਾ ਹੁੰਦਾ ਸੀਗਾ। ਲੇਕਿਨ ਖੁਦਾ ਕੀ ਕਹਿੰਦਾ ਆ? ਰੋਜ਼ ਅਸੀਂ ਡਿੱਗ ਕਰਨਾ ਹੈ, ਰੋਜ਼ ਅਸੀਂ ਖੂਹ ਪੱਟਣਾ ਹੈ, ਅਸੀਂ ਉੱਤੇ ਜਲ ਪੀਣਾ ਹੈ। ਰੋਜ਼ ਇਹ ਰੋਜ਼ ਦੀ ਦੌੜ ਆ, ਤੇ ਇਹ ਰੋਜ਼ ਦਾ ਕੰਮ ਹੈ ਸਾਡੇ ਜੀਵਨ ਦਾ, ਕਿ ਰੋਜ਼ ਮੈਂ ਆਪਣੇ ਆਪ ਨੂੰ ਦੇਖਣਾ ਖੁਦਾ ਦੇ ਉਸ ਕਲਾਮ ਦੇ ਵਿੱਚ, ਉਸ ਆਇਨੇ 'ਚ ਰੋਜ਼ ਦੇਖਣਾ ਮੈਂ ਆਪਣੇ ਆਪ ਨੂੰ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਕਹਿੰਦਾ ਹੁਣ ਜਿਹੜੇ ਪ੍ਰਭੂ ਯਿਸੂ ਮਸੀਹ ਵਿੱਚ ਹੈਗੇ ਆ, ਇਹ ਉਹੀ ਹੈਗੇ ਜਿਹੜੇ ਰੋਜ਼ ਕਲਾਮ ਪੜ੍ਹੋਗੇ, ਜਿਹੜੇ ਕਲਾਮ ਪੜ੍ਹਦੇ ਆ, ਜਿਹੜੇ ਪਿਤਾ ਦੁਆਰਾ ਜੀਵਨ ਜਿੰਦੇ ਆ, ਜਿਨ੍ਹਾਂ ਨੇ ਆਪਣਾ ਇੱਕ ਫੈਸਲਾ ਕੀਤਾ ਹੋਇਆ ਕਿ ਜੋ ਮਰਜ਼ੀ ਹੋ ਜਾਵੇ, ਮੈਂ ਤਾਂ ਖੁਦਾ ਦੇ ਅਨੁਸਾਰ ਹੀ ਚੱਲੂੰਗਾ, ਮੈਂ ਤਾਂ ਖੁਦਾ ਦੇ ਅਨੁਸਾਰ ਹੀ ਚੱਲੂੰਗੀ। ਅੱਜ ਕੱਲ੍ਹ ਕੀ ਹੋ ਰਿਹਾ ਪਤਾ?
ਲੋਕਾਂ ਨੇ YouTube ਤੇ ਜਿਹੜੇ ਪਾਸਟਰਾਂ ਨੂੰ ਆਪਣਾ ਰੱਬ ਬਣਾਇਆ ਹੋਇਆ ਹੈ, ਜੋ ਕੁਝ ਕਹਿੰਦੇ ਆ ਉਹ ਉਹਨਾਂ ਹਿਸਾਬ ਨਾਲ ਬਸ ਉਹ ਦਾਨ ਪੁੰਨ ਕਰੀ ਜਾਂਦੇ ਪਏ ਆ। ਠੀਕ ਹੈ ਜੀ, ਕਿਉਂਕਿ ਪਤਾ ਇਹਨਾਂ ਨੇ ਕਿਹੜਾ ਆ ਕੇ ਮੈਨੂੰ ਕਹਿ ਦੇਣਾ ਆ ਕੇ ਕਿ ਮੇਰਾ ਜੀਵਨ, ਉਹ ਕਿਹੜਾ ਬੰਦਾ ਜੀਵਨ ਦੇਖਦਾ ਪਿਆ, ਉਹ ਬੰਦਾ ਬੈਠਾ YouTube ਦੇ ਉੱਪਰ ਬੈਠਾ ਆ, ਉਹਨੂੰ ਕੀ ਪਤਾ ਕੌਣ ਉਹਨੂੰ ਦੇਖਦਾ ਕੌਣ ਨਹੀਂ ਦੇਖਦਾ ਉਹਨੂੰ। ਜਿੱਦਾਂ ਉਹ ਕਹੀ ਜਾਂਦੇ ਪਏ ਉਹਨਾਂ ਨੂੰ ਉਦਾਂ ਹੀ ਉਹ ਕਰੀ ਜਾਂਦੇ ਪਏ ਆ, ਲੇਕਿਨ ਉਹਨਾਂ ਦਾ ਪਰਸਨਲ ਰਿਸ਼ਤਾ ਖੁਦਾ ਦੇ ਨਾਲ ਕੋਈ ਨਹੀਂ ਹੈਗਾ। ਉਹਨਾਂ ਦਾ ਰਿਸ਼ਤਾ ਕੋਈ ਨਹੀਂ ਹੈਗਾ। ਬਸ ਆ ਫੋਟੋਆਂ ਪਾਤੀਆਂ, ਜੈਮਸੀ ਦੀਆਂ ਜਿਹੜੀਆਂ ਫੋਟੋਆਂ ਪਾਤੀਆਂ ਬਚਨ ਦੀਆਂ YouTube ਦੇ ਉੱਪਰ, ਜਾਂ ਫਿਰ ਗਾਣੇ ਸ਼ੇਅਰ ਕਰ ਦਿੱਤੇ ਇੱਕ ਦੂਜੇ ਨਾਲ, ਜਾਂ ਫਰੈਂਡਸ ਨੂੰ ਭੇਜਦੇ ਬਚਨ ਭੇਜਤੇ, ਜਾਂ WhatsApp ਦਾ ਸਟੇਟਸ ਲਗਾ ਦਿੱਤਾ। ਇਹਨਾਂ ਗੱਲਾਂ ਨਾਲ ਤੁਹਾਨੂੰ ਸੁੱਖ ਲੈ ਕੇ ਨਹੀਂ ਜਾਣਾ ਹੈਗਾ। ਤੁਹਾਨੂੰ ਖੁਦਾ ਦੇ ਵਚਨ ਨੇ ਸੁੱਖ ਲੈ ਜਾਣਾ, ਜਿਹੜਾ ਤੁਹਾਡਾ ਪਰਸਨਲ ਰਿਸ਼ਤਾ ਤੁਹਾਡਾ ਹੋਊਗਾ ਖੁਦਾ ਦੇ ਨਾਲ। ਜੋ ਮਰਜ਼ੀ ਕਰੀ ਜਾਓ, ਚਾਹੇ 10 ਸਾਲ ਬੈਠੇ ਰਹੋ। ਕੱਲ ਮੈਂ ਆਪਣੇ ਭਰਾ ਨੂੰ, ਜਦੋਂ ਸਾਡੀ ਗੱਲ ਹੋਈ ਇੰਡੀਆ ਦੇ ਵਿੱਚ, ਮੈਂ ਉਹਨੂੰ ਇੱਕ ਗੱਲ ਕਹੀ ਸੀਗੀ, ਕਿਉਂਕਿ ਉਹਦਾ ਜੀਵਨ ਵੀ ਕੁਛ ਇੱਦਾਂ ਦਾ ਹੀ ਹੈ, ਖਰਾਬ ਹੀ ਹੈ। ਮੈਂ ਕਿਹਾ ਵੀ ਹੱਲੇ ਤੱਕ ਮੌਕਾ ਹੈਗਾ ਆ। ਮੈਂ ਕਿਹਾ ਤੂੰ ਆਪਣੇ ਜੀਵਨ ਨੂੰ ਅੱਜ ਵੀ ਸੁਧਾਰ ਸਕਦਾ, ਕਿਉਂਕਿ ਮੌਕਾ ਹੱਲੇ ਵੀ ਹੈਗਾ ਆ, ਕੁਛ ਨਹੀਂ ਵਿਗੜਿਆ ਹੈਗਾ। ਕਿਉਂਕਿ ਜਦੋਂ ਖੁਦਾ ਦੇ ਨਾਲ 2 ਡਾਕੂ ਸੀਗੇ, ਕਿ ਉਹ ਕੋਲ ਕੋਈ ਮੌਕਾ ਸੀਗਾ ਦੱਸੋ? ਉਹਦੇ ਕੋਲ ਕੋਈ ਮੌਕਾ ਨਹੀਂ ਸੀਗਾ, ਲੇਕਿਨ ਉਹਨੇ ਉਸ ਮੌਕੇ ਦਾ ਫਾਇਦਾ ਚੱਕਿਆ। ਉਹਨੇ ਕੀ ਕਿਹਾ ਸੀ ਉਸ ਵੇਲੇ ਕਿ ਖੁਦਾਵੰਦ ਜਦੋਂ ਤੂੰ ਆਪਣੇ ਰਾਜ ਵਿੱਚ ਜਾਵੇਂ ਤੇ ਮੈਨੂੰ ਕੀ ਕਰੀ, ਤੂੰ ਯਾਦ ਰੱਖੀ। ਬਸ ਉਹ ਕਹਿੰਦਾ ਮੈਂ ਵਿਸ਼ਵਾਸ ਕਰਦਾ ਕਿ ਤੂੰ ਖੁਦਾਵੰਦ ਦਾ ਬੇਟਾ। ਉਹਨੇ ਵਿਸ਼ਵਾਸ ਕੀਤਾ। ਤੇ ਦੇਖਿਆ ਜਾਵੇ ਤਾਂ ਬਾਈਬਲ ਦੇ ਹਿਸਾਬ ਨਾਲ ਪੁਨਰੁਥਾਨ ਤੋਂ ਤੱਕ, ਉਸ ਤੋਂ ਬਾਅਦ ਚੋਂ ਪਹਿਲਾ ਜਿਹੜਾ ਹੈਗਾ ਮਸੀਹ ਬੰਦਾ ਉਹ ਹੋਇਆ, ਜਿਸ ਦੇਖੀਏ ਇਸ ਗੱਲ ਨੂੰ ਤਾਂ, ਕਿਉਂਕਿ ਪਹਿਲੀ ਵਾਰ ਉਹ ਸੁਰ ਗਿਆ ਸੀ ਪਹਿਲੇ। ਹਾਲੇਲੂਇਆ। ਅਸੀਂ ਅੱਗੇ ਪੜਾਂਗੇ। ਹਾਂਜੀ, ਕਿਉਂਕਿ ਜੀਵਨ ਦੇ ਆਤਮਾ ਦੀ ਸ਼ਰਾਂ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰਾਂ ਤੋਂ ਛੁਡਾ ਦਿੱਤਾ ਹੈ। ਹਾਲੇਲੂਇਆ। ਹੁਣ ਆ ਜਿਹੜੀ ਗੱਲ ਹੈਗੀ ਆ, ਅਸੀਂ ਕਿਉਂਕਿ ਕਿਹਦੇ ਉੱਪਰ ਸਜ਼ਾ ਦਾ ਹੁਕਮ ਨਹੀਂ ਹੈਗਾ, ਉਹਦੇ ਉੱਪਰ ਜਿਹਨੇ ਆਪਣੇ ਪਾਪਾਂ ਤੋਂ ਮਾਫੀ ਮੰਗ ਕੇ ਪਾਣੀ ਦਾ ਬਪਤਿਸਮਾ ਲੈ ਕੇ, ਪਵਿੱਤਰ ਆਤਮਾ ਦਾ ਬਪਤਿਸਮਾ ਪਾ ਕੇ, ਤੇ ਉਹ ਖੁਦਾ ਦੇ ਨਾਲ ਉਹਨੂੰ ਕੀ ਹੋ ਗਿਆ, ਉਹ ਇੱਕਮਿਕ ਹੋ ਗਿਆ, ਚੱਲਦਾ ਪਿਆ। ਉਹਦੇ ਜੀਵਨ ਦੇ ਵਿੱਚ ਮੌਤ ਦੀ ਸ਼ਰਾਂ ਤੋਂ ਉਹਨੂੰ ਛੁਡਾਤਾ ਖੁਦਾ ਨੇ। ਨਰਕ ਦੀ ਉਸ ਅੱਗ ਤੋਂ ਖੁਦਾ ਨੇ ਉਹਨੂੰ ਛੁਡਾ ਦਿੱਤਾ ਹੈ। ਉਹਨੂੰ ਨਰਕ ਤੋਂ ਛੁਡਾ ਕੇ ਵੀ ਇਨਸਾਨ ਕੀ ਕਰਦਾ ਪਿਆ, ਵਾਪਸ ਫੇਰ ਦੁਬਾਰਾ ਉਧਰ ਨੂੰ ਜਾਂਦਾ ਪਿਆ। ਸਾਡੇ ਪਾਸੇ ਗੱਲ ਕਹਿੰਦੇ ਹੁੰਦੇ ਇੱਕ, ਕਹਿੰਦੇ ਜਿਹੜੀ ਸੂਰ ਹੁੰਦਾ ਨਾ, ਜਿਹੜਾ ਸੂਰ ਹੁੰਦਾ ਉਹਨੂੰ ਜਿੰਨਾ ਮਰਜ਼ੀ ਨਹਾ ਦੋ ਧਵਾ ਦੋ, ਕਹਿੰਦੇ ਉਹ ਫੇਰ ਜਾ ਕੇ ਗੰਦ ਵਾਲੀ ਮੁੜਦਾ, ਉਹ ਮਿੱਟੀ 'ਚ ਜਾਊਗਾ, ਗੰਦ ਵਿੱਚ ਜਾਊਗਾ। ਸੂਰ ਦੀ ਉਹਦੀ ਜਿਹੜੀ ਹੈਗੀ ਨਾ, ਉਹਦੀ ਮਾਨਸਿਕਤਾ ਏਦਾਂ ਦੀ ਹੈ। ਉਹ ਇਸ ਕਰਕੇ ਜਾਂਦਾ ਕਿ ਉਹ, ਕਿਉਂਕਿ ਉਹਨੂੰ ਅੱਛਾ ਲੱਗਦਾ ਗੰਦ 'ਚ ਰਹਿਣਾ। ਅੱਜ ਇਨਸਾਨ ਦਾ ਵੈਸੇ ਹਿਸਾਬ ਹੋਇਆ ਪਿਆ। ਖੁਦਾ ਨੇ ਤਾਂ ਆਪਣਾ ਲਹੂ ਬਹਾ ਦਿੱਤਾ ਹੈ, ਖੁਦਾ ਨੇ ਸ਼ਰਾਂ ਤੋਂ ਵੀ ਬਚਾਤਾ, ਪਾਪ ਤੋਂ ਬਚਾਤਾ, ਲੇਕਿਨ ਵਾਪਸ ਫੇਰ ਇਨਸਾਨ ਉਸੇ ਗੰਦ ਵਿੱਚ, ਉਹਨੂੰ ਗੰਦ ਹੀ ਪਸੰਦ ਆ, ਉਹਨੂੰ ਉਹਦੇ ਵਿੱਚ ਜਾ ਕੇ ਵੜਦਾ। ਉਹ ਆਈਏ ਅਸੀਂ ਆਪਣੇ ਆਪ ਨੂੰ ਠੀਕ ਕਰੀਏ, ਅਸੀਂ ਗੰਦ ਵੱਲ ਨਾ ਜਾਈਏ, ਕਿਉਂਕਿ ਖੁਦਾ ਨੇ ਬਾਰ-ਬਾਰ ਲਹੂ ਨਹੀਂ ਬਹਾਉਣਾ, ਉਹਨੇ ਲਹੂ ਬਹਾ ਦਿੱਤਾ। ਮੇਰੇ ਭੈਣ ਭਰਾਵੋ, ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਪਵਿੱਤਰ ਆਤਮਾ ਜਿਹੜਾ ਸਾਨੂੰ ਦਿੱਤਾ ਗਿਆ, ਅਸੀਂ ਉਹਨੂੰ ਸੰਭਾਲ ਕੇ ਰੱਖੀਏ, ਇਹਨੂੰ ਅਸੀਂ ਉਹਨੂੰ ਜਿੰਦਾ ਰੱਖੀਏ, ਇਹਨੂੰ ਆਪਣੇ ਜੀਵਨ ਦੇ ਵਿੱਚ, ਤਾਂ ਕਿ ਖੁਦਾਵੰਦ ਜਦੋਂ ਆਵੇ ਤਾਂ ਸਾਨੂੰ ਕਹੇ ਕਿ ਆ ਮੇਰੀ ਬੇਟੀ, ਤੂੰ ਬਹੁਤ ਅੱਛੀ ਦੌੜੀ ਹੈ, ਆ ਮੇਰੇ ਬੇਟੇ ਤੂੰ ਮੇਰੇ ਨਾਲ ਚੱਲ। ਨਹੀਂ ਤਾਂ ਪਤਾ ਕੀ ਹੋਣਾ ਹੈ, ਸਾਡੇ ਕੁਝ ਰਿਸ਼ਤੇਦਾਰਾਂ ਦੀ ਡੈਥ ਹੋਈ ਸੀਗੀ ਥੋੜੇ ਮਹੀਨੇ ਪਹਿਲੇ, ਤੇ ਮੈਨੂੰ ਸਾਡੇ ਦੱਸਿਆ ਮਾਮੀ ਨੇ, ਉਹਦੇ ਮੁੰਡੇ ਨੇ ਦੱਸਿਆ, ਕਹਿੰਦਾ ਕਿ ਮੈਂ ਕਿਹਾ ਕਿੱਦਾਂ ਡੈਥ ਹੋਈ ਸੀਗੀ? ਉਹ ਕਹਿੰਦਾ ਹਾਂਜੀ ਜਿੱਦਾਂ ਡੈਥ ਹੋਈ, ਕਹਿੰਦੇ ਸਾਡੇ ਬਾਬਾ ਜੀ ਆ ਗਏ ਤੇ ਉਹ ਬਾਹਰ ਖੜੇ, ਸਾਹਮਣੇ ਖੜੇ, ਬਾਬਾ ਜੀ ਨੂੰ ਚੱਲਣੀ ਹੁਣ। ਫਿਰ ਤੁਹਾਨੂੰ ਵੀ ਇੱਧਰ ਕਿਸੇ ਬਾਬੇ ਨੇ ਲੈਣ ਆਉਣਾ ਇੱਕ ਦਿਨ, ਜਿਹਨੂੰ ਤੁਸੀਂ ਮੰਨਦੇ। ਬਾਬਾ ਕੌਣ? ਤੁਹਾਡਾ ਪੈਸਾ। ਬਾਬਾ ਕੌਣ? ਤੁਹਾਡੇ ਨਾਚ ਗਾਣ ਵਾਲੇ। ਇਹ ਬਾਬਾ ਹੀ ਹੈ ਸਾਰੇ। ਇਹ ਨਾ ਫਿਰ ਕੱਲ ਨੂੰ ਇਹਨਾਂ ਚੋਂ ਕੋਈ ਬਾਬਾ ਤੁਹਾਨੂੰ ਲੈਣ ਆਵੇ ਕਿ ਆਓ ਜੀ ਭੈਣ ਜੀ ਚਲੋ ਚਲੀਏ ਉੱਧਰ, ਉਹ ਦੂਜਾ ਵੱਡਾ ਗੇਟ ਆ, ਉਹ ਨਰਕ ਦਾ ਗੇਟ ਆ। ਮੈਂ ਤੁਹਾਨੂੰ ਦੱਸਾਂ ਮੇਰੇ ਭੈਣ ਭਰਾ, ਨਰਕ ਦਾ ਗੇਟ ਆ। ਔਰ ਕਹਿੰਦੇ ਉਹ ਰੋਜ਼ ਚੌੜਾ ਹੁੰਦਾ ਪਿਆ, ਉਹ ਦਿਨ ਬਾਅਦ ਦਿਨ ਚੌੜਾ ਹੋਈ ਜਾ ਰਿਹਾ ਚੌੜਾ। ਉਹਦੀ ਕਹਿੰਦੇ ਉਹ ਘਟਦੀ ਨਹੀਂ ਪਈ, ਉਹਦੀ ਜਿਹੜੀ ਜਗ੍ਹਾ ਘਟਦੀ ਨਹੀਂ ਪਈ, ਵਧੀ ਜਾਂਦੀ ਵੀ ਜਗ੍ਹਾ ਉਹਦੀ, ਕਿਉਂਕਿ ਮਿਲੀਅਨਸ ਕਰੋੜਾਂ ਹੀ ਲੋਕ ਉਧਰ ਨੂੰ ਜਾ ਰਹੇ ਹੈ, ਮਿਲੀਅਨਸ ਪੀਪਲ। ਆਈਏ ਅਸੀਂ ਆਪਣੇ ਆਪ ਨੂੰ ਉਧਰ ਨੂੰ ਅਲੱਗ ਕਰੀਏ, ਤਾਂ ਕਿ ਅਸੀਂ ਯੂ ਟਰਨ ਮਾਰੀਏ ਖੁਦਾ ਵੱਲ ਕਿ ਨਹੀਂ ਖੁਦਾ, ਤੂੰ ਤਾਂ ਸਾਰੀ ਗੱਲ ਕੀਤੀ ਮੇਰੇ ਜੀਵਨ ਦੇ ਵਿੱਚ, ਤੂੰ ਮੈਨੂੰ ਪਾਪ ਤੋਂ ਬਚਾਤਾ, ਤੂੰ ਮੈਨੂੰ ਮੌਤ ਤੋਂ ਬਚਾਤਾ, ਤੇ ਮੇਰੇ ਕੰਮ ਮਤਲਬ ਕਿਉਂ ਇੱਦਾਂ ਦੇ ਹੈਗੇ। ਆਈਏ ਅਸੀਂ ਆਪਣੇ ਆਪ ਨੂੰ ਠੀਕ ਕਰੀਏ, ਕਿ ਆਪਣੇ ਆਪ ਨਾਲ ਸਵਾਲ ਕਰੀਏ, ਆਪਣੇ ਆਪ ਨੂੰ ਉਸ ਜਗ੍ਹਾ 'ਤੇ ਲੈ ਕੇ ਆਈਏ ਕਿ ਨਹੀਂ ਖੁਦਾਵੰਦ ਮੈਂ ਮਾਫੀ ਮੰਗਦਾ ਹਾਂ, ਮੈਂ ਮਾਫੀ ਮੰਗਦੀ ਹਾਂ ਕਿ ਮੇਰੇ ਜੀਵਨ ਵਿੱਚ ਆਹ ਗੱਲਾਂ ਹੋਈਆਂ, ਤੇ ਆਓ ਮੈਂ ਦੁਬਾਰਾ ਖੁਦਾਵੰਦ ਮੈਂ ਤੁਹਾਡੇ ਵੱਲ ਚਾਹੁੰਦੀ, ਮੈਨੂੰ ਤੁਸੀਂ ਖਿਮਾ ਕਰੋ। ਪਛਤਾਤਾਪੀ ਜੀਵਨ ਜਿਹੜਾ ਹੈਗਾ ਨਾ, ਇੱਕ ਪਵਿੱਤਰ ਆਤਮਾ ਪਾਏ ਦਾ ਜਿਹੜਾ ਜੀਵਨ ਹੋਊਗਾ, ਪਛਤਾਤਾਪੀ ਹੋਊਗਾ। ਜਿਹੜਾ ਇਨਸਾਨ ਪਵਿੱਤਰ ਆਤਮਾ ਪਾਇਆ ਹੋਊਗਾ ਨਾ, ਉਹਦੇ ਵਿੱਚ ਕਿਹੜੀ ਗੱਲਾਂ ਹੋਣਗੀਆਂ, ਉਹ ਹਮੇਸ਼ਾ ਦੂਜਿਆਂ ਨੂੰ ਬਾਈਬਲ ਦੇ ਬਾਰੇ ਕੀ ਕਰੂਗਾ, ਉਹ ਇਨਕਰੇਜ ਕਰੂਗਾ। ਉਹ ਆਪਣੇ ਆਪ ਨੂੰ ਉਹ ਹਮੇਸ਼ਾ ਪਛਤਾਵੇ ਰਹੂਗਾ। ਜਦੋਂ ਵੀ ਦਿਨ ਰਾਤ ਮਾਫੀ ਦੇ ਵਿੱਚ ਉਹਦਾ ਜੀਵਨ ਹੋਊਗਾ, ਮਾਫੀ ਦੇਣੀ ਔਰ ਮਾਫੀ ਮੰਗਣੀ ਵਿੱਚ ਜੀਵਨ ਰਹੂਗਾ ਉਹਦਾ। ਰੋ ਕੇ ਪ੍ਰਾਰਥਨਾ ਕਰੂਗਾ, ਰੋ ਕੇ, ਕਿਉਂਕਿ ਆਤਮਾ ਦੇ ਅੰਦਰ ਰੋ ਕੇ ਪ੍ਰਾਰਥਨਾ ਕਰਦਾ ਹੈ। ਲੋਕਾਂ ਵਾਸਤੇ ਉਹਦੇ ਦਿਲ 'ਚ ਪਿਆਰ ਹੋਊਗਾ, ਦਰਦ ਹੋਊਗਾ ਵੀ ਹਾਏ ਇਹ ਲੋਕ ਇਹ ਕਿੱਧਰ ਨੂੰ ਜਾਂਦੇ ਪਏ ਆ। So true.
ਔਰ ਪ੍ਰਭੂ ਯਿਸੂ ਮਸੀਹ ਦੇ ਨਾਲ ਉਹਦਾ ਆਪਣਾ ਕੀ ਹੋਊਗਾ, ਰਿਸ਼ਤਾ ਹੋਏਗਾ। ਇੱਕ ਸਟਰੋਂਗ ਰਿਸ਼ਤਾ ਹੋਊਗਾ ਉਹਦੇ ਨਾਲ। ਉਹ ਬਾਈਬਲ ਤੋਂ ਬਿਨਾਂ ਕਿਤੇ ਰਹਿ ਨਹੀਂ ਪਾਊਗਾ, ਉਹ ਪ੍ਰਾਰਥਨਾ ਕੀਤੇ ਬਗੈਰ ਕਦੀ ਉਹ ਰਹਿ ਨਹੀਂ ਪਾਊਗਾ। ਇਹ ਉਹਦਾ ਜੀਵਨ ਹੋਊਗਾ। ਜਿਹਨੂੰ ਕੋਈ ਕਹੂਗਾ ਨੱਚਣ ਗਾਉਣ ਵਾਸਤੇ, ਉਹ ਕਹੂਗਾ ਨਹੀਂ ਬਈ ਇਹ ਮੇਰਾ ਕੰਮ ਨਹੀਂ ਆ, ਖੁਦਾ ਦਾ ਨਾਮ ਲੈਣਾ ਮੇਰਾ ਕੰਮ ਆ। ਅਸੀਂ ਲਾਸਟ ਆਇਤ ਪੜਾਂਗੇ ਇੱਕ। ਹੁਣ ਦੇਖੀਏ ਮੇਰੇ ਭਰਾ, ਜਿਨ੍ਹਾਂ ਲੋਕਾਂ ਨੇ ਤਾਂ ਅਸੀਂ ਹੁਣ ਪੜਿਆ ਕਿ ਜਿਹੜੇ ਤਾਂ ਖੁਦਾ ਦੇ ਵਿੱਚ ਹੈਗੇ ਆ ਉਹਨਾਂ ਦੇ ਪਰ ਸਜ਼ਾ ਦਾ ਹੁਕਮ ਕੋਈ ਨਹੀਂ ਹੈ, ਲੇਕਿਨ ਜਿਹੜੇ ਖੁਦਾ ਤੋਂ ਬਾਹਰ ਹੈਗੇ ਆ ਉਹਨਾਂ ਦੇ ਲਈ ਸਜ਼ਾ ਬਣੀ ਹੋਈ ਹੈ। ਆਈਏ ਪੜਾਂਗੇ, ਅਸੀਂ ਲਾਸਟ ਗੱਲ ਪੜਾਂਗੇ ਯਹੇਜ਼ਕੇਲ ਦੀ ਪੁਸਤਕ, ਹਿਜਕੀਏਲ ਉਹਦੀ 36 ਤੇ ਦੀ 27 ਆਇਤ ਪੜਾਂਗੇ ਅਸੀਂ। ਇਸ ਤੋਂ ਬਾਅਦ 'ਚ ਅਸੀਂ ਇਹਨੂੰ ਫਿਨਿਸ਼ ਕਰਦੇ, ਗੀਤ ਗਾਵਾਂਗੇ ਅਸੀਂ ਇਸ ਤੋਂ ਬਾਅਦ 'ਚ ਤੇ ਪ੍ਰਾਰਥਨਾ ਜਾਵਾਂਗੇ। ਅਮਨ ਜੀ 26 ਦੀ 27 36 ਦੀ 27 ਜੀ ਅਸੀਂ ਪੜਾਂਗੇ ਯਹੇਜ਼ਕੇਲ, ਹਾਂਜੀ ਉਹਦੀ 36 ਉਹਦੀ 27 ਆਇਤ ਪੜਾਂਗੇ ਅਸੀਂ ਮੇਰੇ ਭੈਣ ਭਰਾਓ। ਤੁਹਾਨੂੰ ਸਭ ਨੂੰ ਸਮਝ ਆ ਰਹੀ ਤੁਹਾਨੂੰ? ਹਾਲੇਲੂਇਆ। ਆਈਏ ਅਸੀਂ ਨਾਲ ਲਾਵਾਂਗੇ ਹਾਲੇਲੂਇਆ, ਹਾਲੇਲੂਇਆ। ਪ੍ਰੇਜ਼ ਦ ਲਾਰਡ, ਥੈਂਕ ਯੂ। ਅਤੇ ਮੈਂ ਆਪਣਾ ਆਤਮਾ ਹਾਂ ਤੁਹਾਡੇ ਵਿੱਚ ਦਿਆਂਗਾ ਹਾਂ ਅਤੇ ਤੁਹਾਨੂੰ ਆਪਣੀਆਂ ਵਿਧੀਆਂ ਅਤੇ ਉੱਤੇ ਚਲਾਵਾਂਗਾ ਅਤੇ ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ। ਹਾਲੇਲੂਇਆ। ਇਹ ਉਹਨਾਂ ਲੋਕਾਂ ਦੇ ਵਾਸਤੇ ਜੇ ਲੋਕਾਂ ਨੂੰ ਆਤਮਾ ਦਿੱਤਾ ਗਿਆ। ਪ੍ਰਭੂ ਕਹਿੰਦੇ ਮੈਂ ਤੁਹਾਨੂੰ ਆਤਮਾ ਦਊਂਗਾ ਤੇ ਤੁਸੀਂ ਕੀ ਕਰੋਗੇ, ਮੇਰੇ ਨਿਯਮਾਂ ਦੇ ਉੱਪਰ ਚੱਲੋਗੇ। ਖੁਦਾਵੰਦ ਕਿੰਨਾ ਮਹਾਨ ਆ ਕਿ ਉਹਨੇ ਸਾਨੂੰ ਆਪਣਾ ਆਤਮਾ ਦਿੱਤਾ ਹੈ ਔਰ ਸਾਨੂੰ ਉਹੀ ਚਲਾਉਣ ਵਾਲਾ ਪਰਮੇਸ਼ਵਰ ਆ। ਉਹ ਤੋਂ ਬਿਨਾਂ ਅਸੀਂ ਇੱਕ ਕਦਮ ਨਹੀਂ ਅਸੀਂ ਇੱਕ ਚੱਲ ਸਕਦੇ। ਸਾਨੂੰ ਹਮੇਸ਼ਾ ਉਹਦਾ ਧੰਨਵਾਦੀ ਹੋਣਾ ਕਿ ਖੁਦਾਵੰਦ ਤੂੰ ਮੈਨੂੰ ਆਪਣੇ ਆਤਮਾ ਦਿੱਤਾ ਹੈ। ਜੇ ਮੇਰੇ ਕੋਲ ਆਤਮਾ ਨਾ ਹੁੰਦਾ ਤੇ ਮੈਂ ਕਿੱਦਾਂ ਹੁੰਦਾ ਜਾਂ ਮੈਂ ਕਿੱਦਾਂ ਦੀ ਹੁੰਦੀ। ਹਾਲੇਲੂਇਆ। ਆਈਏ ਅਸੀਂ ਸਾਰੇ ਉੱਠ ਕੇ ਅਸੀਂ ਖੜੇ ਹੋਵਾਂਗੇ, ਅਸੀਂ ਦੁਆ ਕਰਾਂਗੇ, ਅਸੀਂ ਦੁਆ ਜਾਵਾਂਗੇ ਔਰ ਆਪਣੇ ਜੀਵਨ ਬਾਰੇ ਅਸੀਂ ਅੱਜ ਥੋੜਾ ਸੋਚਾਂਗੇ ਕਿ ਔਰ ਅਸੀਂ ਮਾਫੀ ਮੰਗਾਂਗੇ ਖੁਦਾ ਕੋਲ ਜੇ ਮੈਨੂੰ ਲੱਗਦਾ ਕਿ ਮੇਰਾ ਜੀਵਨ ਉਦੋਂ ਦਾ ਨਹੀਂ ਹੈ। ਆਈਏ ਪ੍ਰਾਰਥਨਾ ਕਰੀਏ, ਆਈਏ ਸਾਰੇ ਖੜੇ ਹੋਵਾਂਗੇ। ਹਾਲੇਲੂਇਆ, ਥੈਂਕ ਯੂ। ਆਈਏ ਅਸੀਂ ਆਪਣੀ ਅੱਖਾਂ ਬੰਦ ਕਰਾਂਗੇ ਔਰ ਦੋਨੇ ਹੱਥ ਚੱਕ ਕੇ ਖੁਦਾ ਕੋਲੋਂ ਅਸੀਂ ਧੰਨਵਾਦ ਕਰਾਂਗੇ। ਹਾਲੇਲੂਇਆ। ਧੰਨਵਾਦ ਕਰਦੇ ਖੁਦਾਵੰਦ ਜੀ, ਤੁਹਾਡਾ ਸ਼ੁਕਰ ਕਰਦੇ ਮੇਰੇ ਪਿਤਾ ਪਰਮੇਸ਼ਵਰ ਜੀ। ਅਸੀਂ ਦੁਆ ਕਰਦੇ ਪ੍ਰਭੂ ਕਿ ਤੁਹਾਡਾ ਅਸੀਂ ਵਚਨ ਸੁਣਿਆ ਮੇਰੇ ਪਿਤਾ ਪਰਮੇਸ਼ਵਰ ਜੀ, ਕਿਉਂਕਿ ਜਿਨ੍ਹਾਂ ਦੇ ਉੱਪਰ ਆਤਮਾ ਦੀ ਮੋਹਰ ਲੱਗੀ ਖੁਦਾਵੰਦ ਤੁਸੀਂ ਉਹਨਾਂ ਨੂੰ ਬਚਾਇਆ ਹੈ। ਅਸੀਂ ਹੁਣੇ ਪੜ੍ਹਿਆ ਕਿ ਤੁਸੀਂ ਕਿਹਾ ਕਿ ਮੈਂ ਤੁਹਾਨੂੰ ਆਪਣੀ ਵਿਧੀਆਂ ਸਿਖਾਊਂਗਾ, ਤੁਹਾਨੂੰ ਆਪਣੇ ਨਿਯਮ ਸਿਖਾਊਂਗਾ। ਖੁਦਾਵੰਦ ਤੁਹਾਡਾ ਸ਼ੁਕਰ ਕਰਦੇ ਹੋਏ ਉਸ ਪਾਕ ਰੂਹ ਵਾਸਤੇ ਧੰਨਵਾਦ ਕਰਦੇ ਪ੍ਰਭੂ ਯਿਸੂ ਮਸੀਹ ਦੇ ਪਾਕ ਲਹੂ ਵਾਸਤੇ, ਉਹਨਾਂ ਦੀ ਮੌਤ ਵਾਸਤੇ, ਉਹਨਾਂ ਦਾ ਜੀ ਉੱਠਣ ਵਾਸਤੇ ਖੁਦਾਵੰਦ ਜੀ। ਕਿਉਂਕਿ ਜਦੋਂ ਉੱਠ ਕੇ ਗਏ ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਸਹਾਇਕ ਭੇਜੂੰਗਾ ਜੋ ਤੁਹਾਨੂੰ ਸਾਰੀਆਂ ਆਉਣ ਵਾਲੀਆਂ ਗੱਲਾਂ ਦੱਸੂਗਾ। ਤੁਹਾਡੇ ਪਾਕ ਵਚਨ ਲਈ ਵੀ ਅਸੀਂ ਧੰਨਵਾਦ ਕਰਦੇ ਹਾਂ ਇਸ ਬਾਈਬਲ ਵਾਸਤੇ ਖੁਦਾਵੰਦ ਜੀ, ਕਿਉਂਕਿ ਬਾਈਬਲ ਦੀ ਵਜ੍ਹਾ ਨਾਲ ਅੱਜ ਅਸੀਂ ਸਭ ਇਕੱਠੇ ਹੋਏ ਖੁਦਾਵੰਦ। ਜੇ ਉਹ ਨਾ ਹੁੰਦੀ ਤਾਂ ਅਸੀਂ ਸ਼ਾਇਦ ਇੱਥੇ ਨਾ ਹੁੰਦੇ ਖੁਦਾਵੰਦ। ਜੇ ਪ੍ਰਭੂ ਯਿਸੂ ਮਸੀਹ ਤੁਹਾਡਾ ਬੇਟਾ ਲਹੂ ਨਾ ਬਹਾਉਂਦਾ ਸ਼ਾਇਦ ਅਸੀਂ ਇੱਥੇ ਨਾ ਹੁੰਦੇ ਖੁਦਾਵੰਦ ਜੀ। ਪਰ ਜਿਹੜਾ ਤੁਹਾਡਾ ਪਲਾਨ ਸਾਡੇ ਜੀਵਨ 'ਚ ਪੂਰਾ ਹੋਇਆ ਖੁਦਾਵੰਦ ਜੀ, ਉਹਦੇ ਲਈ ਅਸੀਂ ਧੰਨਵਾਦ ਕਰਦੇ ਹਾਂ। ਅਸੀਂ ਸ਼ੁਕਰਗੁਜ਼ਾਰ ਹਾਂ ਪ੍ਰਭੂ ਜੀ ਕਿ ਤੁਹਾਡੇ ਉਸ ਪਾਕ ਪਲਾਨ ਵਾਸਤੇ, ਜਿਹੜਾ ਪਵਿੱਤਰ ਪਲਾਨ ਤੁਸੀਂ ਬਣਾਇਆ ਇਨਸਾਨ ਨੂੰ ਬਚਾਉਣ ਵਾਸਤੇ ਖੁਦਾਵੰਦ ਜੀ, ਅੱਜ ਵੀ ਉਹ ਲੋਕਾਂ ਜੀਵਨ 'ਚ ਪੂਰਾ ਕਰ ਰਹੇ ਖੁਦਾਵੰਦ ਜੀ। ਅਸੀਂ ਦੁਆ ਕਰਦੇ ਹਾਂ ਕਿ ਸ਼ੈਤਾਨ ਦੀ ਸਾਰੀ ਯੁਕਤੀਆਂ ਸਾਡੇ ਜੀਵਨ ਦੇ ਵਿੱਚ ਅਸੀਂ ਰੱਦ ਕਰਦੇ ਹਾਂ ਖੁਦਾਵੰਦ ਜੀ। ਸਿਰਫ ਤੁਹਾਡੇ ਪਲਾਨਸ ਨੂੰ ਪੂਰਾ ਕਰਨ ਵਾਸਤੇ, ਅਸੀਂ ਪੂਰਾ ਹੋਣ ਵਾਸਤੇ ਦੁਆ ਕਰਦੇ ਹਾਂ ਕਿ ਤੁਹਾਡੇ ਪਲਾਨ ਪੂਰੇ ਹੋਣ ਪ੍ਰਭੂ ਜੀ, ਸਾਡੇ ਵਿੱਚ ਵੀ, ਜਿਨ ਲੋਕ ਇੱਥੇ ਬੈਠੇ ਉਹਨਾਂ ਦੇ ਜੀਵਨ ਦੇ ਵਿੱਚ ਵੀ ਖੁਦਾਵੰਦ ਜੀ। ਤੁਹਾਡਾ ਧੰਨਵਾਦ ਕਰਦੇ ਹਾਂ। ਜਿੰਨੇ ਮੇਰੇ ਭੈਣ ਭਰਾ ਆਨਲਾਈਨ ਵੀ ਹੈਗੇ ਉਹਨਾਂ ਲਈ ਵੀ ਮੈਂ ਇਹੀ ਦੁਆ ਕਰਦਾ ਹਾਂ ਕਿ ਖੁਦਾਵੰਦ ਪ੍ਰਭੂ ਯਿਸੂ ਮਸੀਹ ਦਾ ਪਲਾਨ ਇਹਨਾਂ ਜੀਵਨ 'ਚ ਪੂਰਾ ਹੋਵੇ ਖੁਦਾਵੰਦ ਜੀ, ਤਾਂ ਕਿ ਇਹ ਕਲਾਮ ਦੇ ਵੱਲ ਮੁੜਨ ਪ੍ਰਭੂ ਜੀ, ਕਿਉਂਕਿ ਕਲਾਮ ਹੀ ਪਰਮੇਸ਼ਵਰ ਹੈ ਪ੍ਰਭੂ ਜੀ। ਅੱਜ ਜੇ ਸਾਡਾ ਜੀਵਨ ਇੱਦਾਂ ਦਾ ਨਹੀਂ ਹੈ ਤਾਂ ਆਈਏ ਅਸੀਂ ਆਪਣੀ ਬਾਈਬਲ ਨਾਲ ਆਪਣਾ ਇੱਕ ਰਿਸ਼ਤਾ ਜੋੜੀਏ ਜੋ ਕਿ ਖੁਦਾ ਦੇ ਨਾਲ ਰਿਸ਼ਤਾ ਜੋੜਨ ਦੇ ਬਰਾਬਰ ਹੈ। ਧੰਨਵਾਦ ਕਰਦੇ ਖੁਦਾਵੰਦ, ਤੁਹਾਡਾ ਸ਼ੁਕਰ ਕਰਦੇ ਹਾਂ। ਛੋਟੀ ਦੁਆ ਨੂੰ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਪਾਕ ਨਾਮ 'ਚ ਅਸੀਂ ਮੰਗ ਲੈਂਦੇ ਹਾਂ। ਆਮੀਨ। ਹਾਲੇਲੂਇਆ।